ਉਸੇ ਅੰਗ ਤੋਂ ਸ਼ੁਰੂ ਕਰਨੀ ਨਾ ਆਪਾਂ ਵਿਚਾਰ। ਹਾਂਜੀ, ਕਬੀਰ ਜੀ ਦੀ ਬਾਣੀ ਜਿਹੜੀ ਆਸਾ ਰਾਗ ਦੇ ਵਿੱਚ 476 ਅੰਗ ਤੋਂ ਸ਼ੁਰੂ ਕਰਨੀ ਹੈ ਜੀ। 476 ਦੂਜਾ ਸ਼ਬਦ ਆ ਆਸਾ। ਗੱਜ ਸਾੜੇ ਤੈ ਤੈ ਧੋਤੀਆਂ ਪਹਿਰੇ ਪਾਇਨ ਤਗ, ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬਗ। कोई हर के संत ना आखिए बानारस के ठग। ਇਹ ਕਬੀਰ ਜੀ ਜਿਹੜੇ ਹੈਗੇ ਆ ਬਨਾਰਸ ਦੇ ਵਿੱਚ ਰਹਿੰਦੇ ਸੀਗੇ ਔਰ ਕੱਪੜੇ ਦਾ ਹੀ ਕੰਮ ਕਰਦੇ ਸੀ ਭਾਈ, ਕੱਪੜੇ ਬੁਣਨ ਦਾ, ਕੱਪੜੇ ਦਾ। ਤੇ ਕਬੀਰ ਜੀ ਜਿਹੜੇ ਹੈਗੇ ਆ ਪੂਰੀ ਬ੍ਰਾਹਮਣ ਦੀ ਜਿਹੜੀ ਧੋਤੀ ਹੈਗੀ ਕਿੰਨੇ ਗਜ ਦੀ ਪਾਉਂਦੇ ਸੀ? 3.5 ਗਜ ਦੀ ਧੋਤੀ ਪਾਉਂਦੇ ਸੀ ਕਹਿੰਦੇ। ਗੱਜ ਸਾੜੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ। ਇਹ ਕੱਲਾ ਜਿਹੜਾ ਹੈਗਾ ਕਬੀਰ ਜੀ ਜਿਹੜਾ ਹੈਗਾ ਖਾਲੀ ਬ੍ਰਾਹਮਣ ਦੀ ਜਿਹੜੀ ਹੈਗੀ ਆ ਵੇਸ਼ ਭੂਸਾ, ਵੇਸ਼ ਜਿਹੜਾ ਹੈਗਾ ਭੇਖ ਤੇ ਵੇਸ਼ ਖਾਲੀ ਬ੍ਰਾਹਮਣ ਦੇ ਬਾਰੇ ਦੱਸ ਰਹੇ ਨਾ, ਕਬੀਰ ਜੀ ਜਿਹੜਾ ਆਪਣੇ ਬਾਰੇ ਵੀ ਦੱਸ ਰਹੇ, ਸਾਡੇ ਬਾਰੇ ਵੀ ਦੱਸ ਰਹੇ ਕਿ ਆਪਾਂ ਜਿਹੜੇ ਬਾਹਰੀ ਜਿਹੜੇ ਹੈਗੇ ਸਿਰਫ ਸੋਚਦੇ ਹਾਂ ਅਸੀਂ ਜਿਹੜੇ ਹੈਗੇ ਬਾਹਰੋਂ ਜਿਹੜੇ ਹੈਗੇ ਅਸਥੀ ਜਿਹੜੇ ਹੈਗੇ ਆ ਭਗਤ ਬਣ ਗਏ, ਸਾਧੂ ਬਣ ਗਏ, ਗੁਰਮੁਖ ਬਣ ਗਏ, ਬਾਹਰਲੀ ਰਹਿਤ ਮਰਿਆਦਾ ਦੇ ਨਾਲ। ਉਹਦੇ ਵਾਸਤੇ ਕਬੀਰ ਜੀ ਜਿਹੜੇ ਹੈਗੇ ਸਾਡੀਆਂ ਅੱਖਾਂ ਖੋਲ ਰਹੇ ਭਾਈ ਕਿ ਬਈ ਦੁਨੀਆ ਨੂੰ ਧੋਖਾ ਦੇ ਲਓਗੇ, ਦੁਨੀਆ ਦੇ ਵਿੱਚ ਵਾਹ ਹੋ ਜਾਏਗੀ, ਦੁਨੀਆ ਦੇ ਵਿੱਚ ਜਿਹੜੇ ਹੈਗੇ ਲੋਕੀ ਤੁਹਾਨੂੰ ਜਿਹੜੇ ਹੈਗੇ ਆ ਬੜੇ ਸੰਤ ਕਹਿਣਗੇ, ਬੜੇ ਜਿਹੜੇ ਹੈਗੇ ਜੀ ਧਾਰਮਿਕ ਕਹਿਣਗੇ, ਬੜੇ ਜਿਹੜੇ ਗੁਰਮੁਖ ਕਹਿਣਗੇ, ਪਰ ਭਾਈ ਮਾਲਕ ਦੀ ਦਰਗਾਹ ਦੇ ਉੱਤੇ ਨਹੀਂ ਚੱਲਦਾ ਇਹ ਕੰਮ। ਉੱਥੇ ਦਾ ਹਾਲ ਦੱਸ ਰਹੇ ਆ ਕਬੀਰ ਜੀ। ਆਸਾ ਗੱਜ ਸਾੜੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ। ਤਗ ਕਹਿੰਦੇ ਆ ਜਨੇਊ। ਤਿੰਨ ਜਿਹੜੇ ਹੈਗੇ ਤਿੰਨ ਧਾਗਿਆਂ ਦੇ ਜਨੇਊ ਵੱਟ ਕੇ ਪਾਉਂਦੇ ਸੀਗੇ। ਤੇਹਰੇ ਕਹਿੰਦੇ ਤਿੰਨ ਧਾਗਿਆਂ ਦੇ ਜਨੇਊ, ਤਗ ਕਹਿੰਦੇ ਜਨੇਊ। ਗਲੀ ਜਿਨ੍ਹਾਂ ਜਪ ਮਾਲੀਆਂ, ਗਲ ਦੇ ਵਿੱਚ ਜਿਹੜੀਆਂ ਹੈਗੀਆਂ ਜਪਣ ਵਾਲੀ ਮਾਲਾ ਸੀਗੀਆਂ ਉਹਨਾਂ ਦੇ, ਵੱਡੀਆਂ ਮਾਲਾ। ਲੋਟੇ ਹੱਥ ਨਿਬਗ, ਔਰ ਹੱਥ ਦੇ ਵਿੱਚ ਜਿਹੜੇ ਗੜਵੇ ਲੋਟੇ ਕਹਿੰਦੇ ਐਸੇ ਲਿਸ਼ਕ ਦੇ ਲੋਟੇ ਸੀਗੇ ਉਦੋਂ ਜਿਹੜੇ ਹੈਗੇ ਤਾਂਬੇ ਦੇ ਜਾਂ ਪਿੱਤਲ ਦੇ। ਗੱਜ ਸਾੜੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਗ। ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਕਹਿੰਦੇ ਭਾਈ ਉਹ ਪਰਮਾਤਮਾ ਦੇ ਜਿਹੜੇ ਹੈਗੇ ਸਾਧੂ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ, ਮਾਲਕ ਤਾਂ ਨਹੀਂ ਕਹਿੰਦਾ, ਮਾਲਕ ਤਾਂ ਨਹੀਂ ਐਕਸੈਪਟ ਕਰਦਾ ਉਹਨਾਂ ਦੀ ਜਿਹੜੀ ਹੈਗੀ ਹੈ ਸੰਤਾਈ। ਕਹਿੰਦੇ ਉਹ ਤਾਂ ਹਾਂ ਬਨਾਰਸ ਦੇ ਠੱਗ ਜ਼ਰੂਰ ਕਹਿ ਸਕਦੇ ਆ ਉਹਨਾਂ ਨੂੰ। ਪਵਿੱਤਰ ਨਗਰੀ ਸ਼ਿਵ ਜੀ ਦੀ ਨਗਰੀ ਜਿਹੜੀ ਹੈ ਗੰਗਾ ਵਗਦੀ ਹੈ ਉੱਥੇ, ਕਹਿੰਦੇ ਉੱਥੇ ਦੇ ਠੱਗ ਕਹਿ ਸਕਦੇ ਆ ਉਹਨਾਂ ਨੂੰ। ਠੱਗ ਕਿਹਨੂੰ ਕਹਿੰਦੇ? ਠੱਗ ਕਹਿੰਦੇ ਜਿਹਨੇ ਜਿਹੜਾ ਦੂਸਰੇ ਨੂੰ ਠੱਗਣਾ ਹੋਏ, ਜਿਹਦਾ ਮੋਟੋ ਕੁਛ ਹੋਏ, ਅੰਦਰ ਕੁਛ ਹੋਏ, ਬਾਹਰ ਕੁਛ ਹੋਏ। ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗੜਕਾਵੇਂ ਰਹਾਓ। ਕਹਿੰਦੇ ਇਹੋ ਜਿਹੇ ਸੰਤ ਨਹੀਂ ਮੈਨੂੰ ਨਹੀਂ ਚੰਗੇ ਲੱਗਦੇ। ਜਦ ਕਬੀਰ ਜੀ ਨੂੰ ਨਹੀਂ ਚੰਗੇ ਲੱਗਦੇ ਰੱਬ ਨੂੰ ਕਿਵੇਂ ਚੰਗੇ ਲੱਗਣਗੇ? ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉ ਪੇਡਾ ਗੜਕਾਵੇਂ ਰਹਾਓ। ਕਹਿੰਦੇ ਜਿਹੜਾ ਹੈਗਾ ਮਾੜਾ ਜਿਹਾ ਕੋਈ ਜਿਹੜਾ ਹੈਗਾ ਕੋਈ ਮਾੜਾ ਜਿਹਾ ਦਾਨ ਦਿੰਦਾ ਪੂਰਾ ਹੀ ਖਾ ਜਾਂਦੇ ਆ ਉਹਨਾਂ ਨੂੰ। ਕੋਈ ਪੇੜ ਜਿਹੜਾ ਹੈਗਾ ਕੋਈ ਇੱਕ ਅੱਧੀ ਪੇੜ ਦੀ ਟਹਿਣੀ ਨਹੀਂ, ਪੂਰੇ ਦੇ ਪੂਰੇ ਪੇੜ ਨੂੰ ਡਾਲੀ ਸਮੇਤ ਪੇੜ ਪੂਰਾ ਗਟਕ ਜਾਂਦੇ ਆ। ਕਹਿੰਦੇ ਇਨਸਾਨ ਨੂੰ ਪੂਰਾ ਹੀ ਖਾ ਜਾਂਦੇ ਰਹਾਓ। ਹਾਂਜੀ ਵੀਰ ਜੀ। ਆਸਾ ਗੱਜ ਸਾੜੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਗ। 3.5 ਹੱਥ ਦੀਆਂ ਧੋਤੀਆਂ ਤੇ ਤਿੰਨ ਧਾਗਿਆਂ ਦੇ ਜਨੇਊ ਤੇ ਗਲ ਦੇ ਵਿੱਚ ਮਾਲਾ ਤੇ ਹੱਥ ਦੇ ਵਿੱਚ ਲਿਸ਼ਕਦੇ ਹੋਏ ਜਿਹੜੇ ਗੜਵੇ ਲੋਟੇ। ਹਾਂਜੀ ਵੀਰ ਸਾਧ ਸੰਗਤ ਜੀ ਦੇਖੋ ਕਬੀਰ ਜੀ ਸਾਨੂੰ ਕਿੰਨੀ ਵਧੀਆ ਗੱਲ ਸਮਝਾ ਰਹੇ ਨੇ, ਕਿਉਂਕਿ ਉਹ ਕਹਿੰਦੇ ਨੇ ਕਿ ਇਹਨਾਂ ਲੋਕਾਂ ਨੇ ਲੋਟੇ ਬਹੁਤ ਚਮਕਾਏ ਹੋਏ ਨੇ ਔਰ ਉਹਨਾਂ ਦੇ ਕੱਪੜੇ ਤੁਸੀਂ ਦੇਖੋਗੇ ਬੜਾ ਉਹਨਾਂ ਨੇ ਆਪਣੇ ਆਪ ਨੂੰ ਮੇਕਅਪ ਕੀਤਾ ਹੋਇਆ ਹੈ, ਧਾਗੇ ਵੀ ਪਾਏ ਨੇ, ਤਿੰਨ ਪਾਏ ਨੇ। A to Z ਉਹ ਬਾਹਰੋਂ ਉਹਨਾਂ ਨੇ ਆਪਣੇ ਆਪ ਨੂੰ ਡੁਪਲੀਕੇਟ ਸੰਤ ਬਣਾ ਕੇ ਬੈਠੇ ਨੇ। ਤੇ
ਪਰ ਉਹ ਕਹਿੰਦੇ ਆ ਕਿ ਇਹ ਲੋਕ ਸਹੀ ਨਹੀਂ ਹੁੰਦੇ। ਇੱਥੇ ਆਪਾਂ ਬਨਾਰਸ ਦੀ ਗੱਲ ਨਹੀਂ ਕਰਨੀ, ਫਿਰ ਆਪਾਂ ਜੇ ਬਨਾਰਸ ਦੀ ਗੱਲ ਕਰਾਂਗੇ ਤੇ ਫਿਰ ਇਹ ਇਨਸਾਫ ਨਹੀਂ ਹੋਵੇਗਾ। ਹਾਂ, ਕਿਉਂਕਿ ਉਹ ਤੇ ਸਰਵ ਵਿਆਪਕ ਦੀ ਗੱਲ ਕਰ ਰਹੇ ਨੇ, ਬ੍ਰਹਮ ਗਿਆਨ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਇਹ ਲੋਕ ਇੱਥੇ ਹੈਗੇ ਨੇ ਤੇ ਤੁਸੀਂ ਵੀ ਚੌਕਸ ਹੋ ਜਾਣਾ। ਇਹ ਬਨਾਰਸ 'ਚ ਹੈਗੇ ਨੇ ਤੇ ਜਿੱਥੇ ਤੁਸੀਂ ਰਹਿੰਦੇ ਜੋ ਉੱਥੇ ਵੀ ਹੈਗੇ ਨੇ ਲੋਕ। ਔਰ ਕਿਤੇ ਜਿਹੜੇ ਹੈਗੇ ਆਪਾਂ ਹੀ ਨਾ ਹੋਈਏ ਇਹ ਜੇ। ਤੇ ਕਿਤੇ ਅਸੀਂ ਵੀ ਨਾ ਏਦਾਂ ਦੇ ਹੋਈਏ, ਕਿਤੇ ਬਾਹਰੋਂ ਧੋਤੀ ਤੂੰਬੜੀ ਤੇ ਅੰਦਰੋਂ ਵੇਸਣ ਕੋਰ, ਕਿ ਇਹ ਨਾ ਹੋਵੇ ਕਿ ਬਾਹਰੋਂ ਅਸੀਂ ਆਪਣੇ ਆਪ ਨੂੰ ਬੜਾ ਸੋਹਣਾ ਪੇਂਟ ਕੀਤਾ ਹੋਵੇ ਤੇ ਅੰਦਰ ਸਾਡੇ ਉਹ ਲਿਥੜੇ ਪਏ ਹੋਣ। ਲਿਥੜੇ ਹੁੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ। ਇਹ ਤੇ ਲਿਥੜੀ ਹੈ, ਚਿੱਥੜੇ, ਇਹ ਕੰਮ ਦੇ ਨਹੀਂ। ਉਹ ਕਹਿੰਦੇ ਤੁਹਾਡੇ ਮੂੰਹ 'ਚ ਦੁਰਗੰਧ ਆਉਂਦੀ ਹੈ, ਪਾਣੀ ਵੀ ਕਹਿੰਦੀ ਆ। ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਬਿਲਕੁਲ। ਗੱਲੀ ਚੰਗੀਆਂ ਕਿਹੜੀਆਂ ਨੇ? ਇਹ ਜਿਹੜੇ ਇਹਨਾਂ ਨੇ ਬਾਹਰੋਂ ਮੇਕਅਪ ਕਰ ਲਿਆ ਆਪਣੇ ਆਪ ਨੂੰ, ਔਰ ਫਿਰ ਉਹ ਕਿਸੇ ਨੂੰ ਧੋਖਾ ਥੋੜੀ ਦੇ ਰਿਹਾ ਵਾ। ਸਭ ਤੋਂ ਵੱਡੀ ਗੱਲ ਦੇਖੋ, ਉਹ ਬੰਦਾ ਕੀ ਹੋ ਗਿਆ, ਉਹ ਜਿਹਨੇ ਆਪਣੇ ਆਪ ਨੂੰ ਨਹੀਂ ਬਖਸ਼ਿਆ। ਨਿੱਜਾ ਸਾਹਿਬ, ਹਾਂ, ਸਭ ਤੋਂ ਪਹਿਲਾਂ ਤਾਂ ਆਪਣੇ ਆਪ ਨੂੰ ਹੀ ਧੋਖਾ ਦੇ ਰਿਹਾ। ਉਹ ਤੁਸੀਂ ਵੇਖਿਆ ਨੀ, ਉਸ ਆਪਣੇ ਬੱਚੇ ਨੂੰ ਖਾ ਜਾਂਦੀ ਹੈ। ਇਹ ਕਿਵੇਂ ਏਦਾਂ ਦੀ ਪ੍ਰਕਿਰਤੀ ਹੈ? ਔਰ ਉਹ ਬੰਦਾ ਜਿਹੜਾ, ਜਦੋਂ ਕੋਈ ਬੰਦਾ ਰਾਖਸ਼ ਬਣਦਾ ਹੈ ਨਾ, ਸਭ ਤੋਂ ਪਹਿਲਾਂ ਤੇ ਆਪਣਾ ਹੀ ਪੁੰਨ ਖਾਂਦਾ ਉਹ। ਬਿਲਕੁਲ। ਫਿਰ ਜਦੋਂ ਆਪਣੇ ਖਾ ਕੇ ਉਹਦਾ ਢਿੱਡ ਨਹੀਂ ਭਰਦਾ, ਫਿਰ ਲੋਕਾਂ ਦੇ ਵੀ ਖਾ ਜਾਂਦਾ। ਲੋਕਾਂ ਨੂੰ ਪਿੱਛੇ ਲਾਉਂਦਾ, ਪਰਮਾਨ ਲੈਂਦਾ। ਔਰ ਉਹ ਇੰਨਾ ਜ਼ਿਆਦਾ ਉਹਦੀ ਕਲੀਨਨੈਸ ਹੁੰਦੀ ਆ, ਇੰਨੀ ਸਫਾਈ ਹੁੰਦੀ ਆ, ਤੁਸੀਂ ਉਸ ਬੰਦੇ ਨੂੰ ਦੇਖੋਗੇ, ਤੁਸੀਂ ਕਹਿ ਹੀ ਨਹੀਂ ਸਕਦੇ ਕਿ ਇਹ ਬੰਦਾ ਸੰਤ ਨਹੀਂ ਹੈ। ਕਿਉਂਕਿ ਸੰਤ ਨੂੰ ਪਛਾਣਨ ਦੀ ਤੁਹਾਡੇ ਕੋਲ ਵਿਧੀ ਨਹੀਂ ਹੈ। ਬਿਲਕੁਲ ਨਹੀਂ ਹੈਗੀ। ਸਾਨੂੰ ਤਾਂ ਪਤਾ ਹੀ ਨਹੀਂ ਉਹ ਕਿ ਸੰਤ ਕਿਹੜਾ ਵਾ। ਕਿੱਦਾਂ ਪਤਾ ਲੱਗੂ ਸੰਤ? ਕਿਉਂਕਿ ਸੰਤ ਜਦੋਂ ਬੋਲਦਾ ਹੈ ਨਾ, ਉਹ ਗੱਲ ਕਰਦਾ ਪ੍ਰਮਾਤਮਾ ਦੀ। ਔਰ ਉਹ ਨਹੀਂ ਕਿ ਗੱਲਾਂ ਹੀ ਗੱਲਾਂ ਕਰਦਾ, ਉਹਨੂੰ ਪਤਾ ਹੁੰਦਾ ਵਾ। ਬਿਲਕੁਲ। ਤਾਂਹੀਓ ਤਾਂ ਕਬੀਰ ਜੀ ਚੈਲੰਜ ਕਰ ਰਹੇ ਨੇ। ਉਦਾਂ ਤਾਂ ਕਹਿ ਦੇਣ ਕਬੀਰ ਜੀ ਤੇ ਇਹ ਬੰਦੇ ਬੜੇ ਸਹੀ ਆ, ਪਰ ਕਬੀਰ ਜੀ ਕਹਿੰਦੇ ਆ ਕਿ ਨਹੀਂ, ਇਹ ਬੰਗਲੇ ਹੈਗੇ ਆ, ਪਰ ਇਹ ਐਕਟਿੰਗ ਹੰਸ ਦੀ ਕਰ ਰਹੇ ਨੇ। ਇਸ ਕਰਕੇ ਮੈਂ ਇਹਨਾਂ ਨੂੰ ਠੱਗ ਕਵਾਂਗਾ। ਬਿਲਕੁਲ। ਠੱਗ ਦਾ ਮਤਲਬ ਕੀ ਹੁੰਦਾ ਹੈ ਸਾਧ ਸੰਗਤ ਜੀ? ਤੁਸੀਂ ਗਏ ਬਾਜ਼ਾਰ, 100 ਰੁਪਏ ਦੀ ਚੀਜ਼ ਮੇਕਅਪ ਕਰਕੇ ਕਿਸੇ ਨੇ ਤੁਹਾਨੂੰ 1000 ਰੁਪਏ ਦੀ ਵੇਚਦੀ। ਤੁਹਾਡੀਆਂ ਅੱਖਾਂ 'ਚ ਘੱਟਾ ਪਾਤਾ। ਆਪ ਜਸਟ ਇਹ ਚੋਰ ਨਹੀਂ ਕਹਿੰਦੇ, ਉਹ ਠੱਗ ਕਹਿੰਦੇ ਆ। ਬਿਲਕੁਲ। ਠੱਗ ਦਾ ਮਤਲਬ ਤੁਹਾਡੀ ਅੱਖਾਂ ਦੇ ਸਾਹਮਣੇ ਕੋਈ ਠੱਗੀ ਮਾਰ ਗਿਆ। ਤੁਹਾਡੀ ਰਜਾਮੰਦੀ ਦੇ ਨਾਲ। ਤੁਹਾਡੀ ਤੁਸੀਂ ਮੌਜੂਦ ਹੈਗੇ ਜੋ ਨਿੱਜਰ ਸਾਹਿਬ। ਉਹ ਇਹ ਨਹੀਂ ਕਹਿ ਰਹੇ ਕਿ ਚੋਰੀ ਹੋਈ ਆ। ਹਾਂ, ਨਹੀਂ, ਤੁਹਾਡੀ ਰਜਾਮੰਦੀ ਹੋਈ ਆ, ਤੁਸੀਂ ਉਹਨੂੰ ਹਾਂ ਕੀਤੀ ਆ। ਹਾਂ, ਉਹਦੇ ਵਿੱਚ ਕਹਿੰਦੇ ਕਿ ਤੁਹਾਡਾ ਕੰਟਰੀਬਿਊਸ਼ਨ ਹੈਗਾ। ਠੱਗ ਕਹਿ ਰਹੇ ਨੇ। ਉਹ ਠੱਗਾਂ ਕੋਲ ਤੁਸੀਂ ਜਾ ਰਹੇ ਜੋ, ਔਰ ਉਹ ਉਹਨਾਂ ਦਾ ਜੋ ਪਹਿਰਾਵਾ ਤੁਹਾਨੂੰ ਦਿੰਦੇ ਤੁਸੀਂ ਪਾ ਲੈਂਦੇ ਜੇ, ਤੇ ਤੁਸੀਂ ਸੋਚਦੇ ਮੈਂ ਮੁਕਤ ਹੋ ਗਿਆ। ਉਹ ਠੱਗ ਕੀ ਕਹਿੰਦਾ ਕਿ ਏਦਾਂ ਜੀ ਤੁਸੀਂ ਨਾ ਗੁਰੂ ਵਾਲੇ ਬਣ ਗਏ। ਹੁਣ ਗੁਰੂ ਦੀ ਮੋਹਰ ਲੱਗ ਗਈ। ਤੇ ਕਿੱਥੇ ਲੱਗ ਗਈ ਮੋਹਰ? ਉਹ ਤੇ ਸੂਖਮ ਸਰੀਰ ਹੈਗਾ। ਕਹਿੰਦੇ ਨੇ ਗੁਰੂ ਨੂੰ ਸਟੈਂਪ ਕਰਦੀ ਹੈ ਤੁਹਾਡੀ ਬੈਕ ਤੇ, ਹੁਣ ਸਿੱਧਾ ਤੁਸੀਂ ਸਵਰਗ ਜਾਓਗੇ। ਹੁਣ ਬੰਦਾ ਪੁੱਛੇ ਸਵਰਗ ਜਾਵਾਂਗੇ ਕਿ ਨਹੀਂ ਜਾਵਾਂਗੇ? ਕਬੀਰ ਜੀ ਤੇ ਕਹਿੰਦੇ ਆ ਕਿ ਮੈਂ ਤੇ ਜਿਉਂਦੇ ਜੀ ਪਾਲਿਆ। ਕਬੀਰ ਜੀ ਤੇ ਕਹਿੰਦੇ ਨਹੀਂ ਕਿਤੇ ਮਰਨ ਤੋਂ ਬਾਅਦ ਮਿਲਿਆ, ਤੇ ਇਹ ਕਹਿੰਦੇ ਕਬੀਰ ਜੀ ਦੀ ਬਾਣੀ 'ਚ ਕਿ ਮਰਨ ਤੋਂ ਬਾਅਦ ਤੁਹਾਨੂੰ ਮਿਲੂਗਾ। ਆਪ ਇੱਥੋਂ ਹੀ ਤੇ ਦੇਖੋ ਨਿੱਜਰ ਸਾਹਿਬ, ਠੱਗ ਦਾ ਮਤਲਬ ਇਹ ਆ, ਜੇਕਰ ਆਪਾਂ ਇੰਨੀ ਵੀ ਸੈਂਸ ਨਹੀਂ ਰੱਖਦੇ। ਬਾਣੀ ਕਹਿੰਦੀ ਆ ਕਿ ਜਿੰਨੇ ਜੀਂਦੇ ਜੀ ਨਹੀਂ ਪਾਇਆ, ਮਰਨ ਤੋਂ ਬਾਅਦ ਕੀ ਪਤਾ ਉਹਨੇ ਕੀ ਮਿਲਿਆ ਕਿ ਨਹੀਂ ਮਿਲਿਆ। ਇਹ ਤਾਂ ਪਰਮ ਜੀਵਨ ਆ, ਉਹ ਜਿੰਦੇ ਜੀ ਮੈਂ ਪਾਲਿਆ। ਮਰਨ ਤੋਂ ਬਾਅਦ ਪਾ ਹੀ ਨਹੀਂ ਸਕਦਾ ਗੋਰਖੀ ਸਾਹਿਬ। ਇਹ ਖੇੜੀ ਜਿਉਂਦੇ ਜੀ ਦੀ ਆ। ਬਾਣੀ ਤਾਂ ਇਹ ਕਹਿੰਦੀ ਆ ਵੀ ਜਿਉਂਦੇ ਜੀ ਤੂੰ ਕਰ ਸਕਦਾ ਹੈ, ਮਰਨ ਤੋਂ ਬਾਅਦ ਤਾਂ ਫਿਰ ਤੂੰ ਨੈਕਸਟ ਚਾਂਸ ਆਊਗਾ ਜਦ ਦੇਖੇਗਾ, ਦੇਖੀ। ਅੱਛਾ, ਉਹ ਪਤਾ ਕੀ, ਮੈਂ ਤੁਹਾਨੂੰ ਨਾ ਕਹਾਣੀ ਸੁਣਾਉਣਾ ਆਪਣੀ। ਸਾਡੇ ਕੋਲ ਨਿੱਜਰ ਸਾਹਿਬ ਚੇਤਕ ਸਕੂਟਰ ਹੁੰਦਾ ਸੀ, ਤੇ ਮਾਰ ਰੋਡ ਤੇ ਨਾ ਮੈਂ ਉੱਥੇ ਉਹਦੀ ਸਰਵਿਸ ਕਰਾਉਣ ਗਿਆ। ਤੇ ਉਹ ਡੈਡੀ ਕਹਿੰਦੇ ਕਿ ਪੁੱਤ ਹੈ ਨਾ ਬੰਦ ਹੁੰਦਾ ਹੀ, ਤੇ ਇਹਨੂੰ ਚੇਤੇ ਨਾਲ ਉਸ ਮਕੈਨਿਕ ਨੂੰ ਕਹੀ ਕਿ ਇਹ ਧਿਆਨ ਨਾਲ ਕਾਰਪੇਟ ਨਾ ਸਾਫ਼ ਕਰੇ, ਤੇ ਜਿਹੜਾ ਬੰਦ ਹੁੰਦਾ ਨਾ ਠੀਕ ਕਰੇ। ਮੈਂ ਗਿਆ ਤੇ ਉਹਨੇ ਨਿੱਜਰ ਸਾਹਿਬ ਕੋਈ ਕਾਰਪੇਟਰ ਕੱਢਿਆ ਹੀ ਨਹੀਂ ਵਿੱਚੋਂ। ਦੋ ਕੁ ਪੇਚ ਕੱਢ ਕੇ ਨਾ ਉਹ 'ਚ ਫੂਕ ਫਾਕ ਮਾਰ ਕੇ, ਉਹ ਬੰਦਾ ਆਲਸੀ ਹੀ ਕੋਈ, ਬੜਾ ਪੁਰਾਣਾ ਹੀ। ਕਈ ਵਾਰੀ ਬੰਦੇ ਪੁਰਾਣੇ ਜਿਹੜੇ ਹੁੰਦੇ ਬੜੇ ਲੀਚੜ ਹੋ ਜਾਂਦੇ, ਉਹਨਾਂ ਦਾ ਦਿਲ ਨਹੀਂ ਕਰਦਾ ਕੰਮ ਕਰਨ ਨੂੰ, ਨੀਅਤ ਮਾੜੀ ਹੋ ਜਾਂਦੀ ਨਾ। ਤੇ ਨਵੇਂ ਮੁੰਡੇ ਆ ਗਏ ਆ, ਪਰ ਆਪਾਂ ਦੀ ਤਨਖਾਹ ਲੈਣ ਡੈ ਪਏ ਆ, ਤੇ ਉਹ ਉਹਨਾਂ ਦੇ ਮਨ 'ਚ ਇੱਕ ਆ ਜਾਂਦੀ, ਜੈਲਸੀ ਜੀ ਆ ਜਾਂਦੀ ਆ ਕਿ ਠੀਕ ਆ ਕਰਦੇ ਰਹੋ। ਉਹਨੇ ਨਾ ਬੜਾ ਆਲਸੀ ਬੰਦਾ, ਉਹਨੇ ਵੇਖਿਆ ਬੱਚਾ ਜਿਹਾ ਹੈਗਾ, ਇਹਨੂੰ ਕੀ ਕਹਿਣਾ ਵਾ,
ਉਹਨੇ ਏਦਾਂ ਕਰਕੇ ਤੇ ਮੈਂ ਅੰਕਲ ਸਟਾਰਟ ਕਰੋ ਤੇ ਕੀਤਾ ਤੇ ਮਿਸਿੰਗ ਹੋਣ ਡਿਆ ਪਿਆ। ਮੈਂ ਕਿਹਾ ਅੰਕਲ ਇਹ ਤੇ ਠੀਕ ਨਹੀਂ ਹੋਇਆ, ਇਹ ਤੇ ਪ੍ਰੋਬਲਮ ਉਦਾਂ ਹੀ ਖਲੋਤੀ। ਕਹਿੰਦਾ ਨਹੀਂ ਘਰ ਜਾ ਕੇ ਠੀਕ ਹੋ ਜਾਊਗਾ। ਮੈਂ ਕਿਹਾ ਜਿਹੜਾ ਇੱਥੇ ਨੀ ਠੀਕ ਹੋਣ ਡਿਆ ਇੰਨਾ ਤੇ ਮੈਂ ਵੀ ਪੜਿਆ, ਮੈਂ ਉਹਨੇ ਚਿਰ ਸਾਈਨ ਨਹੀਂ ਕਰਨੇ ਜਿੰਨਾ ਚਿਰ ਤੱਕ ਮੇਰੇ ਸਾਹਮਣੇ ਇਹਨੂੰ ਸਹੀ ਨਹੀਂ ਚਲਾਉਂਦਾ। ਤੇ ਫਿਰ ਉਹਨੇ ਸਹੀ ਕੀਤਾ। ਫਿਰ ਉਹਨੂੰ ਪਤਾ ਸੀ ਕਿ ਇਹ ਬੰਦਾ ਬੜਾ ਖਤਰਨਾਕ ਆ, ਇਹਨੂੰ ਤਾਂ ਪਤਾ ਵਾ। ਮੈਂ ਸੋਚਿਆ ਚਲ ਏਦਾਂ ਹੀ ਇਹਨੂੰ ਭੇਜ ਦੂੰਗਾ ਤੇ ਆਪੇ ਫਿਰ ਆਊਗਾ, ਫਿਰ ਦੂਜੇ ਮਕੈਨਿਕ ਕੋਲ ਚੱਲ, ਕਿਉਂਕਿ ਉਹ ਕੰਮ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਨਿੱਜਰ ਸਾਹਿਬ ਸਾਧ ਜੀ ਸੰਗਤ ਜੀ ਬਾਣੀ ਚ ਖਾਸ ਕਰਕੇ ਗੁਰੂਆਂ ਨੇ ਸਾਨੂੰ ਇੱਕ ਚੀਜ਼ ਸਮਝਾਈ ਆ ਕਿ ਬਿਨਾਂ ਗਿਆਨ ਦੇ ਤੂੰ ਭਗਤੀ ਨਹੀਂ ਉਹ ਕਰਨੀ। ਕਿਉਂਕਿ ਤੈਨੂੰ ਬੁੱਧੀ ਕਿਉਂ ਦਿੱਤੀ ਰੱਬ ਨੇ? ਇਹ ਕਿਸ ਲਈ ਦਿੱਤੀ ਆ? ਆਲੂ ਗੋਭੀ ਖਰੀਦਣ ਵਾਸਤੇ? ਉੱਥੇ ਤੇ ਤੈਨੂੰ ਬੜੀ ਅਕਲ ਆ। ਕੱਪੜਾ ਕਿਹੜਾ ਲੈਣਾ ਤੈਨੂੰ ਪਤਾ। 5-6 ਦੁਕਾਨਾਂ ਤੇ ਜਾ ਕੇ ਪਿਓ ਦਾ ਪੁੱਤਾ ਤੂੰ ਕੋਈ ਮੈਰਿਜ ਪੈਲੇਸ ਨਹੀਂ ਛੱਡਦਾ, ਸਾਰੇ ਦਾ ਰੇਟ ਪੁੱਛਦਾ ਵਾ, ਕੀ ਪਲੇਟ ਦਾ ਸਿਸਟਮ ਹੈ, ਪਰ ਪਲੇਟ ਕਿੰਨਾ ਮਿਲਦਾ ਹੈ, ਕਿੰਨੀਆਂ ਆਈਟਮਾਂ ਨੇ, ਉਹ ਬਰਫੀ ਕਿੱਥੋਂ ਆਊਗੀ, ਆਈਸਕ੍ਰੀਮ ਕਿੱਥੋਂ ਆਊਗੀ, ਕਿਹੜੀ ਕੰਪਨੀ ਦੀ ਦੋਗੇ, ਸਾਰਾ ਪਤਾ ਤੈਨੂੰ। ਪਰ ਧਰਮ ਦੇ ਮੈਟਰ ਚ ਆਵੇਂਗਾ ਤੇ ਬਸ ਬਾਬਾ ਜੀ ਤੁਸੀਂ ਸਾਨੂੰ ਮੁਕਤ ਕਰ ਦਿਓ, ਕੁਛ ਨਹੀਂ ਇਨਕੁਆਇਰੀ, ਕੁਛ ਬੈਕਗ੍ਰਾਉਂਡ ਨਹੀਂ ਚੈੱਕ ਕਰਨੀ। ਤੇ ਬਾਣੀ ਤੇ ਕਹਿੰਦੀ ਆ ਕਿ ਬਿਨਾਂ ਗਿਆਨ ਦੇ ਤੂੰ ਇੱਕ ਕਦਮ ਨਹੀਂ ਚੁੱਕਣਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਮੈਂ ਇੱਕ ਕਦਮ ਨਹੀਂ ਚੁੱਕਦਾ ਬਿਨਾਂ ਗਿਆਨ ਦੇ। ਉਹ ਕਹਿ ਰਹੇ ਨੇ ਜੇਕਰ ਮੈਂ ਕੱਲ ਵਰਗਾ ਜੀਵਨ ਬਤੀਤ ਕਰ ਰਿਹਾ ਜਿਹੜਾ ਬੀਤ ਗਿਆ ਨਿੱਜਰ ਸਾਹਿਬ, ਉਹਦੇ ਤੇ ਮੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਤੇ ਮੈਂ ਹੁਣ ਅੱਜ ਮੈਂ ਚਾਹੁੰਦਾ ਕਿ ਬੜਾ ਵਧੀਆ ਰਿਜ਼ਲਟ ਆਵੇ ਤੇ ਜੀਵਨ ਮੈਂ ਕੱਲ ਵਾਂਗੂ ਹੀ ਬਤੀਤ ਕਰਨ ਆ ਤੇ ਰਿਜ਼ਲਟ ਨਿੱਜਰ ਸਾਹਿਬ ਕਿੱਥੋਂ ਆਊਗਾ? ਬਿਲਕੁਲ, ਬਹੁਤ ਵਧੀਆ ਗੁਰੂ ਸਾਹਿਬ, ਬਿਲਕੁਲ ਸਹੀ ਗੱਲ। ਆਪਾਂ ਜ਼ਿੰਦਗੀ ਚ ਪਤਾ ਕੀ ਕਰ ਰਹੇ ਆ? ਆਪਾਂ 25 ਸਾਲ 30 ਸਾਲ ਉਹੀ ਚੀਜ਼ ਕਰ ਰਹੇ ਆ ਤੇ ਅਸੀਂ ਸੋਚਦੇ ਆ ਕਿ ਕੰਮ ਨਹੀਂ ਬਣ ਰਿਹਾ, ਉਹ ਆਨੰਦ, ਉਹ ਸ਼ਾਂਤੀ ਨਹੀਂ ਮਿਲਦੀ। ਤੇ ਉਹ ਕਿੱਥੋਂ ਮਿਲੂਗੀ? ਜਿਹੜੀ ਚੀਜ਼ ਆਪਾਂ ਕਰ ਰਹੇ ਆ ਉਹਦੇ ਨਾਲ ਤੇ ਉਹ ਪੈਦਾ ਨਹੀਂ ਹੋ ਰਹੀ। ਔਰ ਉਹ ਆਲਰੇਡੀ ਆਪਾਂ ਇੰਨੇ ਟਾਈਮ ਤੋਂ ਕਰ ਰਹੇ ਆ। ਔਰ ਅੱਗੇ ਵੀ ਕੀ ਗਰੰਟੀ ਆ? ਬਾਣੀ ਤੇ ਕਹਿੰਦੀ 9 ਦਿਨਾਂ ਤੋਂ ਬਾਅਦ ਤੁਹਾਡੇ ਹੱਥ ਕੁਝ ਨਾ ਕੁਝ ਆਉਣਾ ਚਾਹੀਦਾ, ਥੋੜਾ ਬਹੁਤਾ ਦੁੱਖੀ ਤਿੱਖੀ ਚੌਕੀ। ਹਾਂ ਬਿਲਕੁਲ ਆਉਣੀ ਚਾਹੀਦੀ। ਰਿਜ਼ਲਟ ਤੋਂ ਬਿਨਾਂ ਕਹਿੰਦੇ ਬਾਣੀ ਕਹਿੰਦੀ ਇਹ ਤੁਸੀਂ ਚੈੱਕ ਕਰਨਾ ਹੈ ਮਾਰਗ ਆਪਣਾ। ਐ ਨਹੀਂ ਕਿ ਅੰਧ ਵਿਸ਼ਵਾਸ ਦਾ ਕੰਮ ਨਹੀਂ ਆ। ਕਹਿੰਦੇ ਆ ਕਿ 9 ਦਿਨਾਂ ਦੇ ਅੰਦਰ ਫਿਰ ਉਹਨਾਂ ਨੇ ਵੇਖੋ ਆਪਾਂ ਨੂੰ ਸਮਝਾਇਆ ਵਾ ਕਿ ਤੁਹਾਡੇ ਪੱਲੇ ਕੁਝ ਪੈਣਾ ਚਾਹੀਦਾ ਹੈ ਰਿਜ਼ਲਟ। ਜੇ ਰੋਟੀ ਖਾਧੀ ਹੈ ਤਾਂ ਥੋੜਾ ਬਹੁਤਾ ਢਿੱਡ ਤੇ ਭਰੇ। ਬਿਲਕੁਲ, ਇਹ ਨਾ ਹੋਵੇ ਕਿ ਹੁਣ ਗਰਾਊਂਡ ਵਰਕ ਨਹੀਂ ਕੀਤਾ, ਇੱਥੇ ਕਹੋ ਤੁਹਾਡੀ ਬਿਲਡਿੰਗ ਬਣ ਜਾਣੀ ਆ, ਉਹ ਬਿਲਡਿੰਗ ਦੀ ਕਿਸੇ ਨੇ ਇੱਟ ਨਹੀਂ ਰੱਖੀ, ਉੱਥੇ ਕੋਈ ਸਰੀਆ ਨਹੀਂ ਆਇਆ, ਕਮ ਸੇ ਕਮ ਰੌਲਾ ਤੇ ਪਵੇ ਆਂਢ ਗੁਆਂਢ। ਜਿੱਥੇ ਮਕਾਨ ਬਣ ਲੱਗਾ ਨੀਚੇ ਸਭ ਪਲਾਟ ਪਲੂਟ ਤੇ ਸਫਾਈ ਕੀਤੀ ਜਾਵੇ। ਬਿਲਕੁਲ, ਅੰਦਰ ਕੁਛ ਵੀ ਨਹੀਂ ਹੋਵੇ ਤੇ ਆਪਾਂ ਕਹੀ ਜਾਈਏ ਕਿ ਆਪਾਂ ਬ੍ਰਹਮ ਗਿਆਨੀ ਬਣ ਜਾਣਾ, ਆਪਾਂ ਮੁਕਤ ਹੋ ਗਏ। ਤੇ ਇਹ ਧੋਖਾ ਆਪਾਂ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਦੇ ਰਹੇ ਹਾਂ। ਠੀਕ ਹੈ ਨਿੱਜਰ ਸਾਹਿਬ ਜੀ। ਹੁਣ ਇੱਥੇ ਉਹ ਬਨਾਰਸ ਦੇ ਠੱਗ ਇਸ ਕਰਕੇ ਕਿਹਾ ਹੈ ਕਿ ਇਕੱਲੇ ਬਨਾਰਸ ਦੀ ਗੱਲ ਨਹੀਂ ਕੀਤੀ, ਹਰ ਇੱਕ ਜਗ੍ਹਾ 'ਚ ਇਹ ਲੋਕ ਕੀ ਕਰਦੇ ਆ, ਇਹਨਾਂ ਨੇ ਕੀਤਾ ਕਿ ਡੁਪਲੀਕੇਟ ਬੰਦੇ ਬਣਾ ਲੈਂਦੇ ਨੇ। ਔਰ ਇਹ ਖਾਸ ਕਰਕੇ ਬਹੁਤ ਵੱਡੀਆਂ ਪੋਸਟਾਂ ਤੇ ਬੈਠੇ ਹੁੰਦੇ ਨੇ। ਔਰ ਜਦੋਂ ਉਹਨਾਂ ਦੀ ਆਪਾਂ ਉੱਚੀ ਦੁਕਾਨ ਵੇਖਦੇ ਆ ਤੇ ਅਸੀਂ ਕੀ ਕਰਦੇ ਆ, ਅਸੀਂ ਪ੍ਰਭਾਵਿਤ ਹੋ ਜਾਂਦੇ ਆ। ਪਰ ਇੱਕ ਜਗ੍ਹਾ ਤੇ ਲਿਖਿਆ ਕਹਿੰਦਾ ਉੱਚੀ ਦੁਕਾਨ ਫੀਕਾ ਪਕਵਾਨ। ਉਹ ਬਸ ਨਾ ਹੀ ਹੁੰਦਾ, ਬ੍ਰਾਂਡ ਕੀਤਾ ਹੁੰਦਾ, ਚਮਕਾਇਆ ਹੁੰਦਾ ਵਾ। ਜਦੋਂ ਬ੍ਰਾਂਡਿੰਗ ਦੇ ਪਿੱਛੇ ਆਪਾਂ ਪੈਂਦੇ ਆ ਤਾਂ ਫਿਰ ਸਾਨੂੰ ਗਿਆਨ ਨਹੀਂ ਮਿਲਦਾ, ਕਿਉਂਕਿ ਅਸੀਂ ਚੈੱਕ ਨਹੀਂ ਕੀਤਾ। ਅਸੀਂ ਕਿਸੇ ਦੇ ਕਹਿਣ ਤੇ ਵਿਸ਼ਵਾਸ ਕਰ ਲਿਆ ਔਰ ਅੱਖਾਂ ਬੰਦ ਕਰਕੇ ਇੱਕ ਮਿੱਟੀ ਚੁੱਕ ਕੇ ਘਰੇ ਲੈ ਆਂਦੀ। ਹੁਣ ਮਿੱਟੀ ਤੇ ਮਿੱਟੀ ਆ, ਉਹ ਹੀਰਾ ਹੁਰਾ ਹੈ ਨਹੀਂ, ਉਹ ਤੇ ਕੱਚ ਆ ਨਿਕਲੀ। ਪਰ ਇੱਥੇ ਬਾਣੀ ਸਾਨੂੰ ਕਹਿੰਦੀ ਆ ਕਿ ਤੂੰ ਚੀਜ਼ ਲੈ ਆ, ਕੋਈ ਪ੍ਰੋਬਲਮ ਨਹੀਂ ਆ, ਪਰ ਪਲੀਜ਼ ਇਸ ਨੂੰ ਚੀਜ਼ ਨੂੰ ਤੂੰ ਦੇਖ, ਕਿਉਂਕਿ ਇਹਦੀਆਂ ਖੂਬੀਆਂ ਨੇ। ਕਿਉਂਕਿ ਜਦੋਂ ਤੂੰ ਅਸਲੀ ਚੀਜ਼ ਲੈ ਕੇ ਆਏਗਾ ਨਾ, ਤੇਰੇ ਜੀਵਨ 'ਚ ਬਦਲਾਅ ਹੋਣਾ ਜ਼ਰੂਰੀ ਹੈ। ਤੇ ਜੇ ਤੇਰਾ ਜੀਵਨ ਘਸਿਆ ਪਿਠਿਆ ਤੇ ਇਹਦਾ ਮਤਲਬ ਜਿਹੜੀ ਤੂੰ ਦਵਾਈ ਖਾ ਰਿਹਾ ਨਾ ਉਹ ਸਹੀ ਨਹੀਂ ਹੈਗੀ, ਕੁਛ ਗੜਬੜੀ। ਜਿੱਦਾਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਸਾਧ ਸੰਗਤ ਜੀ, ਆਪਾਂ ਹਫ਼ਤਾ 2 ਹਫ਼ਤੇ 10 ਦਿਨ 15 ਦਿਨ ਦਵਾਈ ਖਾਂਦੇ ਆ ਤੇ ਬਾਅਦ 'ਚ ਆਪਾਂ ਨਹੀਂ ਠੀਕ ਹੁੰਦੇ ਤਾਂ ਆਪਾਂ ਡਾਕਟਰ ਦੂਜੇ ਕੋਲ ਨਹੀਂ ਜਾਂਦੇ। ਬਿਲਕੁਲ, ਇਹ ਉਹ ਆਪਾਂ ਨੂੰ ਕਿਸੇ ਨੂੰ ਦੱਸਣਾ ਪੈਂਦਾ ਕਿ ਬਈ ਤੇ 15 ਦਿਨ ਹੋ ਗਏ ਉੱਥੇ ਗਿਆ ਸੀ, ਦਵਾਈ ਖਾਧੀ ਆ, ਤੂੰ ਠੀਕ ਨਹੀਂ ਹੋਇਆ, ਦੂਜੇ ਤੇ ਚੱਲ ਜਾ। ਉੱਥੇ ਸਾਡੀ ਅਕਲ ਕੰਮ ਕਰਦੀ ਆ। ਆਪਾਂ ਕਹਿੰਦੇ ਆ ਵੀ ਘਰਦਿਆਂ ਨੂੰ ਬਈ ਇੱਥੇ ਮੈਨੂੰ ਰਮਾਨ ਨਹੀਂ ਆਉਂਦਿਆ, 10 ਦਿਨ 7 ਦਿਨ ਹੋ ਗਏ, ਮੈਂ ਦੂਜੇ ਡਾਕਟਰ ਕੋਲ ਜਾਣਾ। ਪਰ ਧਰਮ ਦੇ ਮੈਟਰ 'ਚ ਆਪਾਂ ਇੱਕ ਬਿਮਾਰ ਇੱਕ
ਮਨ ਲੈ ਕੇ ਸਾਰੀ ਜ਼ਿੰਦਗੀ ਉੱਥੇ ਬੈਠੇ ਰਹਿੰਦੇ ਆ ਔਰ ਸਾਡੇ ਮਨ ਦੀ ਬਿਮਾਰੀ ਤੇ ਦੂਰ ਹੁੰਦੀ ਨਹੀਂ। ਤੇ ਫਿਰ ਆਪਾਂ ਉਸ ਚੀਜ਼ ਨੂੰ ਜੇ ਨਹੀਂ ਚੈੱਕ ਕਰਦੇ ਤੇ ਇਹਦੇ ਚ ਕਸੂਰ ਕਿਹਦਾ ਹੈ, ਪਰਮਾਤਮਾ ਦਾ ਹੈ ਜਾਂ ਸਾਡਾ ਹੈ? ਬਿਲਕੁਲ ਸਾਡਾ ਕਸੂਰ ਹੈ ਜੀ, ਬਿਲਕੁਲ ਆਪਣਾ ਜੀਵਨ ਆਪਣਾ ਹੀ। ਪਰਮਾਤਮਾ ਤੇ ਕਹਿੰਦਾ ਕਿ ਜਿਹੜਾ ਬਈ ਤੂੰ ਪੂਰਾ ਤੇਰਾ ਜੀਵਨ ਹੈ, ਤੇਰਾ ਜੀਵਨ ਲਿਮਟਿਡ ਹੈ ਚਰਨਜੀਤ ਨਿੱਜਰ ਸਾਹਿਬ, ਸਹੀ ਹੈ? ਬਿਲਕੁਲ ਸਹੀ ਹੈਗਾ ਬਈ, ਤੂੰ ਤਸੱਲੀ ਕਰਕੇ ਜਿਹੜਾ ਹੈਗਾ ਕਿਸੇ ਦੇ ਕੋਲ ਜਾ, ਪੂਰੀ ਤਸੱਲੀ ਕਰ ਲਾ। ਜੇ ਖੋਟੀ ਜਗ੍ਹਾ ਤੇ ਬੈਠਾ ਹੈ ਤੇ ਉਹਨੂੰ ਫਟਾਫਟ ਛੱਡ ਦੇ ਬਸ। ਵੈਰੀਫਾਈ ਕਰ ਪਲੀਜ਼। ਵੈਰੀਫਾਈ ਨਹੀਂ ਕਰੇਗਾ, ਹੁਣ ਵੇਖੋ ਆਪਾਂ ਨੂੰ ਕਾਗਜ਼ ਲੈ ਕੇ ਜਾਂਦੇ ਆ, ਕਚਹਿਰੀ ਜਾਂਦੇ ਨਾ, ਉੱਥੇ ਨੋਟਰੀ ਟੈਸਟ ਕਰਦੇ ਨਾ ਅਗਲੇ। ਬਿਲਕੁਲ। ਉਹ ਕਹਿੰਦੇ ਜੈਨੂਇਨ ਹੈਗਾ ਤੇ ਲਿਆ ਭਰਾ ਅਸਲੀ ਸਰਟੀਫਿਕੇਟ ਦੇ ਦੇ ਤੇ ਫਿਰ ਤੈਨੂੰ ਮੋਹਰ ਲਾ ਦਿੰਦੇ, ਨਕਲੀ ਤੇ ਨਹੀਂ ਲੱਗੇ। ਤੇ ਸੋ ਇਹ ਗੱਲਾਂ ਹੈਗੀਆਂ ਨੇ ਤੇ ਪਲੀਜ਼ ਧਿਆਨ ਦਿਆ ਕਰੋ। ਹੁਣ ਬਾਣੀ ਆਪਾਂ ਨੂੰ ਇਹ ਸਮਝਾ ਰਹੀ ਆ ਕਿ ਜਿਹੜੀ ਚੀਜ਼ ਸਾਡੇ ਰਸਤੇ ਦੀ ਰੁਕਾਵਟ ਆ ਉਹ ਕਿਹੜੀ ਆ ਔਰ ਕਿਸ ਰੂਪ ਚ ਹੈਗੀ ਆ, ਔਰ ਉਹਦੇ ਲਈ ਤੁਹਾਨੂੰ ਕੋਈ ਪੁੱਛਣ ਦੀ ਲੋੜ ਨਹੀਂ। ਤੁਸੀਂ ਨਜ਼ਰ ਮਾਰੋਗੇ, ਉਹ ਵੱਖਰੀ ਗੱਲ ਆ। ਤੁਸੀਂ ਆਪਣੀ ਬੁੱਧੀ ਨੂੰ ਜਾਣ ਕੇ ਕਮਜ਼ੋਰ ਕਰ ਦੋ, ਉਹਨੂੰ ਮੂਰਖ ਬਣਾ ਦੋ, ਉਹਨੂੰ ਮਜਬੂਰ ਕਰ ਦੋ, ਪਰ ਤੁਹਾਡੀ ਬੁੱਧੀ ਨੂੰ ਪਤਾ ਹੈ ਸੱਚ ਕੀ ਹੈ ਔਰ ਤੁਸੀਂ ਉਹਦੀ ਆਵਾਜ਼ ਨਹੀਂ ਸੁਣਨਾ ਚਾਹੁੰਦੇ। ਪਰ ਇਹ ਗੱਲ ਯਾਦ ਰੱਖਣੀ, ਤੁਹਾਡਾ ਦੋਸਤ ਤੁਹਾਡੀ ਬੁੱਧੀ ਆ, ਹੋਰ ਕੋਈ ਨਹੀਂ ਸੰਸਾਰ ਤੇ ਹੈਗਾ ਤੁਹਾਡਾ ਦੋਸਤ। ਕਿਤੇ ਮਨ ਚੋਂ ਵਰਕਾ ਪਾੜ ਦਿਓ, ਤੁਹਾਡੇ ਧੀਆਂ ਪੁੱਤ, ਤੁਹਾਡਾ ਜੀਵਨ ਸਾਥੀ, ਤੁਹਾਡੇ ਮਾਂ ਪਿਓ, ਕੋਈ ਤੁਹਾਡਾ ਦੋਸਤ ਨਹੀਂ। ਤੁਹਾਡੀ ਬੁੱਧੀ ਉਹ ਤੁਹਾਨੂੰ ਸੱਚ ਦਾ ਗਿਆਨ ਕਰਾਏਗੀ ਔਰ ਤੁਹਾਨੂੰ ਜਿੰਦਾ ਰੱਖਣਾ ਚਾਹੁੰਦੀ ਆ, ਇੱਥੋਂ ਤੱਕ ਕਿ ਤੁਸੀਂ ਆਪਣੀ ਉਂਗਲ ਵੀ ਅੱਖ ਲਾਗੇ ਲੈ ਕੇ ਜਾਂਦੇ ਜੋ ਨਾ, ਅੱਖ ਬੰਦ ਹੋ ਜਾਂਦੀ ਆ ਨਿੱਜਰ ਸਾਹਿਬ। ਬਿਲਕੁਲ। ਤੁਸੀਂ ਗਲਤ ਚੀਜ਼ ਖਾਣ ਦੀ ਕੋਸ਼ਿਸ਼ ਕਰੋ, ਖੱਟੀ ਚੀਜ਼ ਆ, ਤੁਹਾਡੀ ਬੁੱਧੀ ਕਹਿੰਦੀ ਆ ਮੈਂ ਅੰਦਰ ਨਹੀਂ ਵੰਡ ਦੇਣੀ ਚਰਨਜੀਤ, ਤੂੰ ਜ਼ਬਰਦਸਤੀ ਕਰ ਰਿਹਾ, ਜੋ ਮਰਜ਼ੀ ਕਰ ਲੈ ਪਿਓ ਦਾ ਪੁੱਤਾ, ਮੈਂ ਉਲਟੀ ਕਰਾ ਕੇ ਤੈਨੂੰ ਢਿੱਡ ਚੋਂ ਬਾਹਰ ਕੱਢ ਦਾਂਗੀ। ਤੁਸੀਂ ਅੱਗ ਦੇ ਲਾਗੇ ਹੱਥ ਖੜਦੇ ਜੋ, ਤੁਹਾਡੇ ਤੋਂ ਜ਼ਿਆਦਾ ਤੁਹਾਡੇ ਸਰੀਰ ਨੂੰ ਪਤਾ ਵਾ, ਸੇਕ ਵੱਧ ਗਿਆ, ਹੱਥ ਨਹੀਂ ਅੱਗੇ ਜਾਣ ਦੇਣਾ ਉਹਨੇ, ਤੇ ਜਿੰਨਾ ਮਰਜ਼ੀ ਸਾੜਨ ਦੀ ਕੋਸ਼ਿਸ਼ ਕਰੋ। ਸਹੀ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਇਹ ਦੇਖੋ ਬੁੱਧੀ, ਇਹ ਤੁਹਾਡੀ ਬੁੱਧੀ ਤੁਹਾਨੂੰ ਬਚਾਉਣਾ ਚਾਹੁੰਦੀ ਹੈ। ਜੇ ਬੁੱਧੀ ਨਾ ਹੋਵੇ ਤੇ ਮੇਰੇ ਵਰਗਾ ਮਹੀਨੇ 'ਚ ਸਰੀਰ ਖਰਾਬ ਕਰ ਲੇ। ਇਹ ਸਾਡੀ ਬੁੱਧੀ ਸਾਡਾ ਜੀਵਨ ਬਚਾਉਣਾ ਚਾਹੁੰਦੀ ਹੈ। ਇਸੇ ਲਈ ਧਰਮ ਦੇ ਮੈਟਰ 'ਚ ਵੀ ਬੁੱਧੀ ਹੀ ਸਾਨੂੰ ਮੁਕਤ ਕਰ ਸਕਦੀ ਆ, ਜੇਕਰ ਅਸੀਂ ਆਪਣੀ ਬੁੱਧੀ ਦੀ ਸੁਣਨਾ ਚਾਹੀਏ। ਤੇ ਜੇ ਅਸੀਂ ਆਪਣੇ ਮਨ ਦੀ ਸੁਣੀਏ ਤੇ ਮਨ ਤੇ ਕਹਿੰਦਾ ਕੋਈ ਗੱਲ ਨਹੀਂ, ਇੱਥੇ ਬੜਾ ਨਜ਼ਾਰੇ, ਇੱਥੇ ਭੋਗ ਹੀ ਭੋਗ, ਬਾਬਾ ਤੇ ਕਹਿੰਦਾ ਕੁਛ ਨਹੀਂ। ਬਾਬਾ ਕੋ ਆਪ ਭੋਗੀ ਜਾਂਦੇ, ਤੁਹਾਨੂੰ ਕਿੱਥੋਂ ਰੋਕੇ? ਬਿਲਕੁਲ। ਹਾਂ, ਬਾਬਾ ਤੇ ਕਹਿੰਦਾ ਕਿ ਬਸ ਏਦਾਂ ਕਰੋ, ਤੁਸੀਂ ਸਾਡੀ ਸਟੈਂਪ ਲਾ ਲਓ। ਉਹ ਆਪਾਂ ਸਾਧ ਸੰਗ ਜੀ ਇੱਕ ਚੀਜ਼ ਨੂੰ ਜਸਟ ਸੋਚੀਏ, ਇੱਕ ਇੱਥੋਂ ਫਰਨੀਚਰ ਦੀ ਕਾਰ ਨੂੰ ਜਿਹਦੀ ਕੀਮਤ 10,000 ਹੋਵੇ, ਉੱਥੇ BMW ਜਾਂ ਮਰਸੀਡੀਜ਼ ਦਾ ਸਟicker ਲਾ ਦਾਂਗੇ, ਕੀ ਉਹ ਗੱਡੀ ਬਣ ਜੂਗੀ? BMW ਜੇ ਉਹ ਬਣ ਜਾਂਦੀ ਆ ਔਰ ਅਸੀਂ ਇੱਕ ਏਡੇ ਵੱਡੇ ਬੇਵਕੂਫ ਆ, ਇੱਕ ਫਰਨੀਚਰ ਕਾਰ ਨੂੰ BMW ਸਮਝ ਰਹੇ ਆ, ਇਹਦੇ ਲਈ ਜ਼ਿੰਮੇਵਾਰ ਕੌਣ ਆ? ਉਹ ਸਟicker ਵਾਲਾ ਤਾਂ ਕਹਿੰਦਾ ਭਾਈ ਬੜਾ ਵਧੀਆ ਸਟicker ਆ, ਆਵੇ ਤੇਰੇ ਸਟicker ਲਾਤਾ ਵਾ, ਤੂੰ ਮੁਕਤ ਹੈਗਾ, ਤੂੰ ਬ੍ਰਹਮ ਗਿਆਨੀ ਆ। ਇਹ ਕੰਮ ਉਹੀ ਜੋ ਇੱਕ ਸਟicker ਲਾਉਣ ਵਾਲੀ ਕੰਮ ਜੋ। ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ। ਪਰ ਲੋਕੀ ਸਟicker ਲਵਾ ਲੈਂਦੇ ਜੋ, ਤੇ ਆਪਣੀ ਫਰਨੀਚਰ ਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਭਰੀ ਹੋਈ, ਉਹ ਕਹਿੰਦੇ ਜੀ ਇਹ BMW ਆ, ਇਹਦੇ ਵਰਗੀ ਗੱਡੀ ਨਹੀਂ ਹੈਗੀ ਲਾਗੇ ਬੰਨੇ ਕਿਸੇ ਦੀ, ਕਿਉਂਕਿ ਤੁਹਾਡੇ ਦਿਮਾਗ 'ਚ ਪਾਤਾ ਹੈ ਕਿ ਤੁਸੀਂ ਮੁਕਤ ਹੈਗੇ। ਹਾਂਜੀ ਨਿੱਜਰ ਸਾਹਿਬ, ਅੱਗੇ ਚੱਲੀਏ। ਗਲੀ ਜਿਨਾ ਜਪਮਾਲੀਆਂ ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਓ ਪੇਡਾ ਗਟਕਾਵੇਂ ਰਹਾਓ। ਕਹਿੰਦੇ ਇਹ ਜੇ ਸੰਤ ਨਹੀਂ ਮੈਨੂੰ ਚੰਗੇ ਲੱਗਦੇ ਭਾਈ, ਇਹ ਤਾਂ ਜਿਹੜੇ ਹੈਗੇ ਆ ਡਾਲੀਆਂ ਦੇ ਨਾਲ ਕਹਿੰਦੇ ਆ ਪੇੜ ਪੂਰਾ ਦਾ ਪੂਰਾ ਪੇੜ ਹੀ ਨਿਗਲ ਜਾਂਦੇ ਆ ਭਾਈ, ਗਟਕ ਜਾਂਦੇ ਆ, ਪੂਰਾ ਇਨਸਾਨ ਨੂੰ ਪੂਰੀ ਤਰ੍ਹਾਂ ਲੁੱਟ ਲੈਂਦੇ ਆ, ਜਜਮਾਨ ਨੂੰ ਪੂਰਾ ਲੁੱਟ ਹੀ ਲੈਂਦੇ ਆ, ਪੂਰਾ ਦਾ ਪੂਰਾ ਰਹਾਓ। ਹਾਂਜੀ ਵੀਰ। ਹਾਂਜੀ, ਕਹਿੰਦੇ ਕਿ ਐਸੇ ਜਿਹੜੇ ਲੋਕ ਨੇ, ਮੇਰੀ ਉਹਨਾਂ ਦੇ ਨਾਲ ਕੋਈ ਦੋਸਤੀ ਨਹੀਂ ਹੈ, ਮੈਨੂੰ ਨਹੀਂ ਉਹ ਚੰਗੇ ਲੱਗਦੇ, ਕਿਉਂਕਿ ਜੇ ਖਤਰਨਾਕ ਲੋਕ, ਤੁਸੀਂ ਉਂਗਲ ਫੜਾਈ ਨਾ ਤੁਹਾਡਾ ਨਾ ਗੁੱਟ ਫੜ ਲੈਣਾ। ਬਿਲਕੁਲ। ਪਰ ਤੁਸੀਂ ਉਹਦਾ ਭਲਾ ਕਰਨ ਨੂੰ ਫਿਰਨਾ ਵਾ, ਉਹਨਾਂ ਨੇ ਤੁਹਾਨੂੰ ਹੀ ਖਾ ਜਾਣਾ, ਤੁਹਾਡਾ ਜੀਵਨ ਖਾ ਜਾਣਾ। ਸੋ ਜੇ ਇਹ ਜਿਹੜਾ ਜੀਵਨ ਖਾਣ ਵਾਲੇ ਲੋਕ ਆ, ਉਹ ਕਹਿੰਦੇ ਵਾਰਨਿੰਗ ਕਰ ਰਹੇ ਆ, ਮੈਂ ਨਹੀਂ ਉਹਨਾਂ ਦਾ ਸੰਗ ਕਰਨਾ, ਤੇ ਤੁਹਾਨੂੰ ਵੀ ਮੈਂ ਮਨਾ ਕਰਦਾ ਵਾਂ, ਤੁਸੀਂ ਵੀ ਇਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਹਾਂਜੀ ਨਿੱਜਰ ਸਾਹਿਬ। और गोरखी साहब देखो ऊपर की लिखा उन्होंने, ऐसे संत ना मोको भावें, ऐसे महापुरख नहीं मैनू चंगे लगते, संत कह रहे ਉਹ ਕਹਿੰਦੇ ਆ ਕਿ ਉਹ ਆਮ ਬੰਦੇ ਨਹੀਂ ਹੈਗੇ, ਉਹ ਸੰਤ ਆ। ਹਾਂ, ਇਹ ਜਿਹੜੇ ਸੰਤ ਆ ਨਾ, ਇਹ ਨਹੀਂ ਜੋ ਮੈਨੂੰ ਚੰਗੇ ਲੱਗਦੇ। ਤੇ ਕਹਿੰਦੇ ਕਿ ਜੇ ਮੈਨੂੰ ਨਹੀਂ ਚੰਗੇ ਲੱਗਦੇ
ਤੁਸੀਂ ਵੀ ਉਹਨਾਂ ਨੂੰ ਸੰਤ ਨਾ ਸਮਝ ਲਿਓ। ਉਹਨਾਂ ਇਹ ਆਮ ਨਹੀਂ ਕਿਹਾ, ਠੱਗ ਠੁੱਗ ਨਹੀਂ ਕਿਹਾ। ਉਹ ਕਹਿੰਦੇ ਸੰਤ, ਜਿਹੜੇ ਸੰਤ ਨਕਲੀ ਸੰਤ ਬਣੇ ਬੈਠੇ ਆ, ਇਹ ਮੈਨੂੰ ਨਹੀਂ ਇਹ ਪਸੰਦ ਹੈਗੇ। ਬਿਲਕੁਲ। ਕਿਉਂ ਨਹੀਂ ਪਸੰਦ? ਕਿਉਂਕਿ ਉਹ ਕਹਿੰਦੇ ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਾਰੇ। ਵੇਖ ਲੋ ਬਾਣੀ ਇੱਕ ਇੱਕ ਚੀਜ਼ ਨੂੰ ਸਾਨੂੰ ਸਮਝਾ ਕੇ ਗਈ ਆ। ਅਸੀਂ ਜੇ ਨਹੀਂ ਬਾਣੀ ਨੂੰ ਸੁਣਦੇ ਤੇ ਇਹਦੇ ਲਈ ਅਸੀਂ ਜ਼ਿੰਮੇਵਾਰ ਆ। ਅੰਤ ਵੇਲੇ ਚ ਉਹ ਬੰਦਾ ਪਛਤਾਊਗਾ ਜਿਹੜਾ ਬਾਣੀ ਦਾ ਕਹਿਣਾ ਨਹੀਂ ਮੰਨਦਾ, ਪੱਕਾ ਪਛਤਾਊਗਾ, ਗਰੰਟੀ। ਬਿਲਕੁਲ। ਜਦੋਂ ਵੀ ਆਪਾਂ ਸੰਸਾਰ ਤੋਂ ਜਾਣਾ, ਜੇ ਤੁਹਾਡੇ ਮੂੰਹ ਚਿਹਰੇ ਤੇ ਖੁਸ਼ੀ ਨਹੀਂ ਹੋਊਗੀ, ਦੁੱਖ ਹੋਊਗਾ ਕਿ ਉਹ ਸੰਗਤ ਦੀ ਗੱਲ ਮੈਂ ਸੁਣਦਾ, ਉਸ ਰਾਜ ਨੂੰ ਮੈਂ ਸਮਝਦਾ ਜਿੱਥੋਂ ਕਬੀਰ ਜੀ ਨੇ ਸਾਨੂੰ ਰੋਕਿਆ ਸੀ। ਮੈਂ ਕਿਉਂ ਨਹੀਂ ਆਪਣੇ ਆਪ ਨੂੰ ਰੋਕਿਆ? ਅੱਜ ਮੈਂ ਗੇਮ ਹਾਰ ਚੱਲਿਆ ਔਰ ਮੈਂ ਸੰਸਾਰ ਤੋਂ ਚੱਲਿਆ, ਫਿਰ ਪਤਾ ਨਹੀਂ ਕਿੱਥੇ ਜਾਣਾ, ਫਿਰ ਪਤਾ ਨਹੀਂ ਕਿੱਥੇ ਪਹੁੰਚ ਜਾਣਾ, ਬਹੁਤ ਔਖਾ ਹੋ ਜਾਏਗਾ। ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੋਊਗਾ? ਕਬੀਰ ਜੀ ਨੇ ਕਿਹਾ ਜਿਸ ਮਰਨੀ ਸੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਹਿੰਦਾ ਜਿਹੜੇ ਮਰਨ ਤੋਂ ਦੁਨੀਆ ਡਰਦੀ ਪਈ ਹੈ, ਜਗ ਡਰਨ ਦਿਆ, ਉਸ ਮੌਤ ਨੂੰ ਮੈਂ ਜਿਉਂਦੇ ਜੀ ਹੀ ਦੇਖ ਲਿਆ ਤੇ ਹੁਣ ਤੇ ਮੈਂ ਸਰੀਰ ਦਾ ਤਿਆਗ ਕਰਨ ਦੇ ਇੰਤਜ਼ਾਰ 'ਚ ਬੈਠਾ ਹਾਂ, ਕਿਉਂਕਿ ਬੂੰਦ ਸਾਗਰ 'ਚ ਜਾਏਗੀ ਤਾਂ ਸਾਗਰ ਦਾ ਹੀ ਰੂਪ ਹੋ ਜਾਏਗੀ। ਉਸ ਚੀਜ਼ ਨੂੰ ਮੈਂ ਜਿਉਂਦੇ ਜੀ ਹੰਢਾ ਲਿਆ, ਉਹ ਪਰਮ ਜੀਵਨ ਨੂੰ, ਇਸ ਔਗਣ ਭਰੀ ਜ਼ਿੰਦਗੀ ਨੂੰ ਮੈਂ ਤਿਆਗਤਾ ਤੇ ਮੈਂ ਪਰਮ ਜੀਵਨ ਨੂੰ ਹਾਸਲ ਕਰ ਲਿਆ। ਔਰ ਜੇਕਰ ਅਸੀਂ ਇਹ ਆਸ 'ਚ ਬੈਠੇ ਆ ਕੋਈ ਸਾਨੂੰ ਉੱਥੇ ਲੈ ਜਾਊਗਾ, ਤੇ ਇਹਦੇ ਤੋਂ ਵੱਡਾ ਆਪਣੇ ਆਪ ਨੂੰ ਧੋਖਾ ਦੇਣ ਵਾਸਤੇ ਹੋਰ ਕੁਝ ਵੀ ਨਹੀਂ ਜਾਏਗਾ। ਹਾਂਜੀ ਨਿਚਲ ਸਾਹਿਬ। ਗੋਰਖੀ ਸਾਹਿਬ, ਤੁਸੀਂ ਨਾ ਮਾਈਕ ਜਿਹੜਾ ਹੈਗਾ ਕਿਹੜਾ ਯੂਜ਼ ਕਰ ਰਹੇ ਹੋ? ਮਾਈਕ ਕੋਈ ਜਿਹੜਾ ਯੂਜ਼ ਕਰ ਰਹੇ ਨੇ ਉਹਦੇ 'ਚ ਥੋੜੀ ਜਿਹੀ ਆਵਾਜ਼ ਨਾ ਤੁਹਾਡੀ ਜਿਹੜੀ ਹੈ ਮਫਲਡ ਹੋ ਰਹੀ ਹੈ। ਹੁਣ ਵੇਖੋ, ਹੁਣ ਵੀ ਉਦਾਂ ਹੀ ਫਰਕ ਪਿਆ ਗਿਆ? ਹੁਣ ਫਰਕ ਪੈ ਗਿਆ। ਆਬਾਦਾ ਲਾ ਕੇ ਹੀ ਲਾਦਾ ਥੋੜਾ, ਕੋਈ ਗੱਲ ਮੈਂ ਕਰ ਲਿਆ ਮੈਨੇ। ਹਾਂ ਠੀਕ ਹੈ ਜੀ। ਅੱਛਾ, ਅੱਗੇ ਹੁਣ ਕਹਿ ਰਹੇ ਆ, ਇਹ ਰਾਹੋ ਦੀ ਪੰਕਤੀ ਸੀਗੀ। ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਓ ਪੇੜਾ ਗਟਕਾਵੇਂ, ਰਾਹੋ ਬਾਸਨ ਮਾਂਜ ਚਰਾਵੇਂ ਉੱਪਰ, ਕਾਠੀ ਤੋਏ ਜਲਾਵੇਂ। ਕਹਿੰਦੇ ਦੇਖੋ ਹੁਣ ਕਿੰਨੇ ਕੁ ਸੁੱਚਮ ਵਰਤ ਰਹੇ ਆ। ਕਹਿੰਦੇ ਬਾਸਨ ਮਾਂਜ, ਪੂਰੇ ਬਰਤਨ ਚੰਗੀ ਤਰ੍ਹਾਂ ਮਾਂਜਦੇ ਆ, ਚੰਗੀ ਤਰ੍ਹਾਂ ਮਾਂਜ ਕੇ ਤਾਂ ਜਿਹੜਾ ਚੁੱਲ੍ਹੇ ਤੇ ਚੜਾਉਂਦੇ ਆ। ਤੇ ਕਾਠੀ ਕਹਿੰਦੇ ਲੱਕੜਾਂ ਜਿਹੜੀਆਂ ਬਾਲਦੇ ਆ ਅੱਗ ਦੇ ਵਿੱਚ, ਜਿਹੜੀ ਅੱਗ 'ਚ ਬਾਲਣੀਆਂ ਲੱਕੜਾਂ ਉਹ ਵੀ ਧੋ ਕੇ ਬਾਲਦੇ ਆ। ਕਾਠੀ ਧੋਏ ਜਲਾਵੇਂ। ਫਿਰ ਇਸ ਤੋਂ ਬਾਅਦ ਬਸਦਾ ਖੋਦ ਕਰੇ ਦੋਏ ਚੂਲੇ, ਸਾਰੇ ਮਾਨਸ ਖਾਵੇਂ। ਕਹਿੰਦੇ ਜਿਹੜੇ ਵੀ ਇਹਨਾਂ ਦੇ ਹੈਗੇ ਆ, ਜਿਹੜੇ ਪਕਵਾਨ ਜਿੱਥੇ ਭੋਜਨ ਬਣਾਉਂਦੇ ਆ, ਕਹਿੰਦੇ 2 ਚੁੱਲ੍ਹੇ ਰੱਖਦੇ ਆ ਭਾਈ। ਬਸਦਾ ਖੋਦ, ਤਾਜ਼ੇ ਚੁੱਲ੍ਹੇ ਬਣਾਉਂਦੇ ਆ ਧਰਤੀ ਖੋਦ ਕੇ। ਕਹਿੰਦੇ ਕਿਉਂ ਤਾਜ਼ੇ ਚੁੱਲ੍ਹੇ 2 ਕਿਉਂ ਬਣਾਉਂਦੇ ਆ? ਇਹ ਇੱਕ ਨਾ ਕਿਉਂ ਨਹੀਂ ਸਰਦਾ ਇਹਨਾਂ ਦਾ? 3 ਕਿਉਂ ਨਹੀਂ ਬਣਾਉਂਦੇ? ਕਹਿੰਦੇ 2 ਚੁੱਲ੍ਹੇ ਇਸ ਕਰਕੇ, ਪਹਿਲਾਂ ਜਿਹੜਾ ਸੀਗਾ ਡੱਬੀਆਂ ਡੁੱਬੀਆਂ ਨਹੀਂ ਮਿਲਦੀਆਂ ਸੀਗੀਆਂ। ਅੱਜ ਕੱਲ੍ਹ ਤਾਂ ਜਿਹੜਾ ਹੈਗਾ ਗੈਸ ਗੂਸ ਆ ਗਈ, ਬਿਜਲੀ ਦੇ ਚੁੱਲ੍ਹੇ ਆ ਗਏ। ਕਹਿੰਦੇ ਉਸ ਟਾਈਮ ਜਿਹੜੇ ਹੈਗੇ, ਜਿਹੜੀ ਅੱਗ ਜਿਹੜੀ ਸੀ ਰੱਖਣੀ ਪੈਂਦੀ ਸੀ, ਅੱਗ ਗੋਹਿਆਂ ਦੀ ਪਾਥੀਆਂ ਦੀ ਜਿਹੜੀ ਅੱਗ ਜਿਹੜੀ ਹੈਗੀ, ਕਿਸੇ ਵੀ ਤਰੀਕੇ ਦੇ ਨਾਲ ਅੱਗ 24 ਆਵਰ ਕੰਟੀਨਿਊ ਕਰੀ ਜਾਂਦੀ ਸੀ ਅੱਗ ਜਿਹੜੀ ਹੈਗੀ। ਤੇ ਇਹ 2 ਚੁੱਲ੍ਹੇ ਰੱਖਦੇ ਸੀਗੇ। ਇਹ ਇੱਕ ਚੁੱਲ੍ਹਾ ਹੁੰਦਾ ਸੀ ਜਿਸ ਤੋਂ ਆਪਣਾ ਭੋਜਨ ਤਿਆਰ ਕਰਦੇ ਸੀਗੇ। ਉਸ ਚੁੱਲ੍ਹੇ ਦੀ ਅੱਗ ਜਿਹੜੀ ਹੈਗੀ ਕਿਸੇ ਨੂੰ ਦਿੰਦੇ ਨਹੀਂ ਸੀ। ਕਹਿੰਦੇ ਅੱਗ ਦੇਣ ਦੇ ਨਾਲ ਵੀ ਸਾਡਾ ਜਿਹੜਾ ਹੈਗਾ ਉਹ ਜਿਹੜਾ ਅਪਵਿੱਤਰ ਹੋ ਜਾਂਦਾ ਹੈ ਭੋਜਨ। ਦੂਜਾ ਚੁੱਲ੍ਹਾ ਜਿਹੜਾ ਸੀ, ਲੋਕਾਂ ਨੂੰ ਅੱਗ ਦੇਣ ਵਾਸਤੇ ਕੋਈ ਮੰਗਣ ਆ ਗਿਆ ਅੱਗ, ਤੇ ਦੂਜੇ ਚੁੱਲ੍ਹੇ ਤੋਂ ਦੇ ਦਿੰਦੇ ਸੀ ਉਹਨਾਂ ਨੂੰ। ਤੇ ਆਪਣਾ ਜਿਹੜਾ ਉਹਨਾਂ ਦਾ ਭੋਜਨ ਬਣਾਉਣ ਵਾਲਾ ਚੁੱਲ੍ਹਾ ਸੀਗਾ, ਉੱਥੋਂ ਅੱਗ ਨਹੀਂ ਦਿੰਦੇ ਸੀ, ਉੱਥੋਂ ਇਹ ਖਾਂਦੇ ਸੀਗੇ। ਬਾਸਨ ਮਾਂਜ ਚਰਾਵੇਂ ਉੱਪਰ, ਕਾਠੀ ਧੋਏ ਜਲਾਵੇਂ, ਬਸਦਾ ਖੋਦ ਕਰੇ ਦੋਏ ਚੂਲੇ, ਸਾਰੇ ਮਾਨਸ ਖਾਵੇਂ। ਔਰ ਇਹ ਜਿਹੜੇ ਆਪ ਕੀ ਕਰਦੇ ਸੀਗੇ, ਆਪ ਤਾਂ ਔਰ ਜਿਹੜੇ ਹੈਗੇ ਇਹਨਾਂ ਦੀ ਰਹਿਣੀ ਕੀ ਸੀਗੀ? ਰਹਿਣੀ ਇਹ ਸੀਗੀ, ਕਹਿੰਦੇ ਕਿ ਪੂਰਾ ਦਾ ਪੂਰਾ ਬੰਦਾ ਹੀ ਹਜਮ ਕਰ ਜਾਂਦੇ ਸੀਗੇ। ਪੂਰਾ ਬੰਦਾ ਹੀ ਹਜਮ ਕਰ ਦਿੰਦੇ, ਅਗਨੇ ਨੂੰ ਬਿਲਕੁਲ ਜਿਹੜਾ ਹੈਗਾ ਪੂਰੀ ਤਰ੍ਹਾਂ ਨਿਚੋੜ ਲੈਂਦੇ ਸੀਗੇ। ਹਾਂਜੀ ਗੋਰਖੀ ਸਾਹਿਬ। ਹੁਣ ਸਾਧ ਸੰਗਤ ਜੀ, ਜੇਕਰ ਸਾਨੂੰ ਥੋੜੀ ਬਹੁਤੀ ਅਕਲ ਹੋਵੇ ਨਾ, ਤੇ ਅਸੀਂ ਆਪਾਂ ਉਸ ਅਕਲ ਦਾ ਜੇਕਰ ਪ੍ਰਯੋਗ ਕਰੀਏ ਨਾ, ਤੇ ਸਾਡਾ ਜੀਵਨ ਸਹੀ ਹੋ ਸਕਦਾ। ਹੁਣ ਇਹ ਕਹਿੰਦੇ ਆ ਕਿ ਬੰਦੇ ਨੂੰ ਪੂਰੇ ਦਾ ਪੂਰਾ ਬੰਦਾ ਖਾ ਜਾਂਦੇ ਸੀ। ਹੁਣ ਆਪਣੇ ਲਾਗੇ ਬੰਦੇ ਨਜ਼ਰ ਮਾਰੋ, ਇਹਨਾਂ ਤੋਂ ਕਿਸੇ ਨੂੰ ਕੋਈ ਫਾਇਦਾ ਹੈਗਾ? ਦੱਸੋ ਨਿਜਰ ਸਾਹਿਬ। ਬਿਲਕੁਲ ਨਹੀਂ ਹੈ, ਕੋਈ ਫਾਇਦਾ ਹੈਗਾ ਇਹਨਾਂ ਤੋਂ? ਮੈਂ ਸੋਚਦਾ ਕ੍ਰਿਸਚਨ ਹੀ ਚੰਗੇ।
ਕਿਹਦਾ ਘਰ ਘੁਰ ਤੇ ਬਣਾ ਹੀ ਦਿੰਦੇ। ਬਿਲਕੁਲ ਠੀਕ ਹੈ, ਧਰਮ ਪਰਿਵਰਤਨ ਕਰਦੇ ਆ, ਕਿਸੇ ਦੀ ਬੱਚੇ ਦੀ ਫੀਸ ਮਾਫ, ਕਿਸੇ ਦੇ ਕੰਮ ਤੇ ਆਉਂਦੇ ਹੋ। ਬਿਲਕੁਲ ਬਿਲਕੁਲ ਠੀਕ ਹੈ, ਮੈਂ ਮਾੜੀ ਕੀ ਹੈ ਧਰਮ ਪਰਿਵਰਤਨ, ਮੈਂ ਉਹ ਮੰਨਦਾ ਮਾੜੀ ਆ, ਪਰ ਕੱਲੇ ਆਪਣੇ ਅਸੀਂ ਉਹ ਨੇਮ ਨੂੰ ਕੀ ਕਰਨਾ, ਉੱਥੇ ਕੋਈ ਬੈਨੀਫਿਟ ਨਹੀਂ ਹੈਗਾ। ਔਰ ਉਹ ਜਿਹੜਾ ਆਪਾਂ ਜੋ ਵੀ ਦਾਨ ਕਰਦੇ ਆ ਉਹਦਾ ਪ੍ਰਯੋਗ ਕਿੱਥੇ ਹੋ ਰਿਹਾ। ਔਰ ਇੱਕ ਬੜਾ ਇੰਪੋਰਟੈਂਟ, ਹੁਣ ਉਹ ਕਬੀਰ ਉਹ ਜਿਹੇ ਕਹਿ ਰਹੇ ਨੇ ਕਿ 2 ਚੁੱਲ੍ਹੇ ਰੱਖੇ ਨੇ, ਵੇਖੋ ਏਡੇ ਇਹਨਾਂ ਦੇ ਤਮਾਸ਼ੇ ਵੇਖੋ, ਖੇਖਣ ਕਿੰਨੇ ਕਰਦੇ ਪਏ ਆ, ਇੱਕ ਚੋਂ ਇੱਕ ਨਾ ਵੀ ਸਰਦਾ, ਪਰ 2 ਰੱਖੇ ਆ, ਇੱਕ ਜਿਹੜਾ ਆਪਣੇ ਲਈ ਭੋਜਨ ਪਕਾਉਣ ਦੇ ਲਈ ਰੱਖਿਆ। ਬੰਦਾ ਅੱਗ ਕੋਈ ਪਵਿੱਤਰ, ਅੱਗ ਤੇ ਪਵਿੱਤਰ ਹੁੰਦੀ ਆ ਇਹ ਕਿਹੜੀ ਵੇਖੋ। ਔਰ ਲੋਕ ਵਿਸ਼ਵਾਸ ਕਰਦੇ, ਤੁਸੀਂ ਕਹਿਣਾ ਵਾ ਕਿ ਇਹ ਕਿਹੜੀ ਗੱਲ ਆ, ਇਹ ਲੋਕ ਲੱਗਦਾ ਅਨਪੜ੍ਹ ਸਨ। ਕੋਈ ਉਹ ਅਨਪੜ੍ਹ ਨਹੀਂ, ਅੱਜ ਦੀ ਡੇਟ 'ਚ ਵੀ ਆਪਾਂ ਅਨਪੜ੍ਹ ਆ। ਹੁਣ ਵੀ ਮਾਤਾ ਗਈ ਸੀ, ਕਹਿੰਦੀ ਸੀ ਕਿ ਉਹ ਪਤਾ ਨੀ ਕਿੱਥੇ ਹੁੰਦੇ ਨੇ ਆਪਣੇ ਨਿੱਜਰ ਸਾਹਿਬ, ਉਹ ਜਿੱਥੇ ਆਪਾਂ ਸੁੱਟਦੇ ਆ ਆਪਣੀਆਂ ਅਸਥੀਆਂ ਸੁੱਟਦੇ ਆ। ਹਾਂ, ਸ਼ਮਸ਼ਾਨ ਘਾਟ ਨਹੀਂ, ਉਹ ਜਿਹੜੇ ਹੈਗੇ ਸ਼ਮਸ਼ਾਨ ਘਾਟ ਨਹੀਂ, ਕੀਰਤਪੁਰ ਸਾਹਿਬ। ਹਾਂਜੀ, ਕੀਰਤਪੁਰ ਸਾਹਿਬ। ਤੇ ਮੰਮੀ ਕਹਿੰਦੀ ਉੱਥੇ ਤੇ ਪਾਣੀ ਹੈਗਾ ਹੀ ਨਹੀਂ ਆ, ਉੱਥੇ ਢੇਰ ਲਾਤਾ ਲੋਕਾਂ ਨੇ। ਆਪ ਜਸਟ ਸੋਚੋ, ਔਰ ਬਾਹਰ ਦੇ ਮੁਲਕਾਂ 'ਚ ਵੀ ਲੋਕ ਆਉਂਦੇ ਆ ਉੱਥੇ ਸੁੱਟਣ। ਇਹ ਪਤਾ ਕੀ ਹੁੰਦਾ ਵਾ, ਇਹ ਨਹੀਂ ਮੈਂ ਕਹਿਣ ਡਿਆ, ਪਾਣੀ ਜਿੱਥੇ ਮਰਜ਼ੀ ਚਲੋ, ਪਾਣੀ ਤੇ ਕੀ ਹੈ, ਜੇ ਥੋੜੀ ਹੁਣ ਜਿਹੜੇ ਬੰਦੇ ਨੇ ਜ਼ਿੰਦਗੀ 'ਚ ਨਾਮ ਨਹੀਂ ਜਪਿਆ, ਹੁਣ ਤੁਸੀਂ ਕੀਰਤਪੁਰ ਕੀ ਉੱਥੇ ਗੋਇੰਦਵਾਲ ਚੜਾ ਦੋਗੇ ਤੇ ਉਹ ਬੰਦਾ ਸਵਰਗ ਚੱਲ ਜਾਊਗਾ। ਪਰ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ, ਜਿੱਦਾਂ ਪੰਡਿਤ ਲੋਕ ਉੱਥੇ ਜਾਂਦੇ ਨੇ ਗੰਗਾ ਦੇ ਵਿੱਚ ਜਲ ਪ੍ਰਵਾਹ ਕਰਨ ਜਾਂਦੇ ਆ, ਤੇ ਆਪਣੇ 'ਚ ਵੀ ਬੜਾ ਕੁਝ ਹੈਗਾ ਵਾ। ਔਰ ਉਹ ਚੀਜ਼ ਨੂੰ ਲੋਕੀ ਨਿੱਜਰ ਸਾਹਿਬ ਬੜਾ ਬਲੀਵ ਕਰਦੇ ਨੇ ਕਿ ਜਿਹੜੀਆਂ ਸਾਡੀਆਂ ਹੱਡੀਆਂ ਉੱਤੇ ਪਹੁੰਚ ਗਈਆਂ, ਉਹ ਬੰਦਾ ਸਾਡਾ ਮੁਕਤ ਹੋ ਗਿਆ। ਤੇ ਉੱਥੇ ਪਤਾ ਨਹੀਂ ਆ, ਹੁਣ ਇੱਥੇ ਅੰਮ੍ਰਿਤਸਰ ਤੇ ਇੰਨਿਆਂ ਬੰਦਿਆਂ ਦੇ ਉੱਥੇ ਸੰਸਕਾਰ ਹੋਏ ਸੀ ਕਰੋਨਾ ਵਾਇਰਸ, ਪਤਾ ਨਹੀਂ ਬੰਦਾ ਕਿਹਦਾ ਕਿੱਥੇ ਸਾੜਿਆ, ਹੁਣ ਕੀਤਾ ਕਿਹੜੇ ਹੱਡੀਆਂ ਕਿਹੜਾ ਕੀ ਲੈ ਗਿਆ। ਉਦੋਂ ਤੇ ਭੁੱਲ ਗਿਆ ਸੀ। ਹਾਂ, ਜਦੋਂ ਬੰਦਾ ਠੀਕ ਹੁੰਦਾ ਵਾ ਉਦੋਂ ਬੰਦੇ ਇਹ ਨਾਟਕ ਬਹੁਤ ਕਰਦਾ। ਇੱਥੇ ਆਪਾਂ ਨੂੰ ਉਹ ਚੀਜ਼ ਸਮਝਾਉਣ ਦੀ ਲੋੜ ਆ ਆਪਣੇ ਆਪ ਨੂੰ ਕਿ ਇਹ ਕਰਮ ਕਾਂਡ ਨੇ, ਔਰ ਇਹਨਾਂ ਤੋਂ ਸਾਨੂੰ ਬਾਣੀ ਮੁਕਤ ਕਰਨਾ ਚਾਹੁੰਦੀ ਆ। ਤੇ ਇਸ ਲਈ ਆਪਾਂ ਨੂੰ ਆਪਣੇ ਜੀਵਨ ਤੇ ਧਿਆਨ ਦੇਣ ਦੀ ਲੋੜ ਆ ਕਿ ਆਪਾਂ ਕਿਹੜੀ ਅਗਿਆਨ ਰੂਪੀ ਕੁੰਡੀ 'ਚ ਆਪਣੇ ਆਪ ਨੂੰ ਉਲਝਾ ਕੇ ਬੈਠੇ ਹਾਂ। ਹਾਂਜੀ ਨਿੱਜਰ ਸਾਹਿਬ। ਹੋਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇਂ। ਕਹਿੰਦੇ ਉਹ ਤਾਂ ਜਿਹੜੇ ਹੈਗੇ ਪਾਪ ਕਰਦੇ ਆ, ਉਹਨਾਂ ਦਾ ਜੀਵਨ ਪਾਪਾਂ ਵਾਲਾ, ਹਾਂਜੀ, ਉਹਨਾਂ ਦਾ ਜੀਵਨ ਤਾਂ ਪਾਪਾਂ ਨਾਲ ਭਰਿਆ ਹੋਇਆ ਹੈ। ਕਹਿੰਦੇ ਪਾਪ ਛੱਡਦੇ ਹੀ ਨਹੀਂ ਆ, ਪਾਪ ਹੀ ਕਰੀ ਜਾਂਦੇ ਆ, ਔਰ ਮੂੰਹ ਦੇ ਨਾਲ ਆਪਣੇ ਆਪ ਨੂੰ ਕਹਿੰਦੇ ਆ ਕਿ ਸਾਡੇ ਵਰਗਾ ਜਿਹੜਾ ਹੈਗਾ, ਜਿਹੜਾ ਤਿਆਗੀ ਕੋਈ ਨਹੀਂ ਹੈਗਾ। ਅਸੀਂ ਤਾਂ ਕੋਈ ਰਸ ਨੂੰ ਲੈਂਦੇ ਹੀ ਨਹੀਂ, ਅਸੀਂ ਤਾਂ ਅਪਰਸ ਹੈਗੇ ਆ, ਟੱਚ ਹੀ ਨਹੀਂ ਕਰਦੇ, ਮਾਇਆ ਨੂੰ ਤਾਂ ਟੱਚ ਹੀ ਨਹੀਂ ਕਰਦੇ। ਓਏ ਪਾਪੀ ਸਦਾ ਫਿਰੇ ਅਪਰਾਧੀ, ਮੁਖੋਂ ਅਪਰਸ ਕਹਾਵੇਂ। ਸਦਾ ਸਦਾ ਫਿਰੇ ਅਭਿਮਾਨੀ, ਸਗਲ ਕੁਟੁੰਬ ਡੁਬਾਵੇਂ। ਔਰ ਇੰਨਾ ਹੰਕਾਰ ਉਹਨਾਂ ਦੇ ਅੰਦਰ, ਇੰਨਾ ਹੰਕਾਰ ਆ ਉਹਨਾਂ ਦੇ ਅੰਦਰ। ਔਰ ਜਿਹੜੇ ਹੈਗੇ ਆ ਕਹਿੰਦੇ ਆਪ ਤਾਂ ਡੁੱਬੇ ਹੀ ਡੁੱਬੇ ਹੈਗੇ ਆ, ਜਿਹੜੇ ਵੀ ਉਹਨਾਂ ਦੀ ਸੰਗਤ ਕਰਦੇ ਆ ਸਾਰਿਆਂ ਨੂੰ ਚੰਗੀ ਤਰ੍ਹਾਂ ਗੋਤਾ ਦੇ ਦਿੰਦੇ ਆ। ਹਾਂਜੀ ਵੀਰ ਜੀ। ਹਾਂਜੀ, ਇੱਥੇ ਸਾਧ ਸੰਗਤ ਜੀ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ, ਇਹ ਲੋਕ ਦਲਦਲ 'ਚ ਫਸੇ ਹੋਏ ਨੇ, ਔਰ ਤੁਹਾਨੂੰ ਕਹਿੰਦੇ ਨੇ ਨਿੱਜਰ ਸਾਹਿਬ, ਚਰਨਜੀਤ ਸਿੰਘ ਜੀ ਆ ਜਾਓ, ਬੜਾ ਆਨੰਦ ਹੈ ਇੱਥੇ, ਬਹੁਤ ਨਜ਼ਾਰੇ। ਆਹ ਵੇਖੋ ਕਿੰਨੀਆਂ ਮਹਿਕਾਂ ਆਉਂਦੀਆਂ, ਔਰ ਅਸੀਂ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਭਰਮ 'ਚ ਫਸ ਗਏ, ਉਹ ਚਿੱਕੜ 'ਚ ਵੜ ਜਾਂਦੇ ਆ, ਉਹ ਮੁੜ ਕੇ ਸਾਡੇ ਪੈਰ ਉੱਤੇ ਫਸ ਜਾਂਦੇ ਨਿੱਜਰ ਸਾਹਿਬ। ਬਿਲਕੁਲ, ਉਹ ਮੁੜ ਕੇ ਪਤਾ ਕੀ ਹੁੰਦਾ, ਹੁਣ ਤੁਸੀਂ ਇੱਕ ਚੀਜ਼ ਨੂੰ ਨੋਟਿਸ ਕਰਿਓ, ਉਸ ਦਲਦਲ 'ਚੋਂ ਤੁਸੀਂ ਬਾਹਰ ਨਹੀਂ ਜੋ ਆ ਸਕਦੇ। ਬਿਲਕੁਲ ਨਹੀਂ ਆ ਸਕਦੇ, ਕਿਉਂਕਿ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਉਹ ਵੇਖਿਓ, ਉਹ ਕਹਿੰਦੇ ਨੇ ਕਬੀਰ ਜੀ ਦੇ ਕਹਿੰਦੇ ਉਹਦੇ ਮੈਂ ਮਸ਼ਾਲ ਮਾਰ ਕੇ ਬਾਹਰ ਆ ਗਏ ਆ। ਪਰ ਜਿਹੜਾ ਬੰਦਾ ਜਿਹਨੇ ਲੋਟੇ ਚਮਕੇ ਪਏ ਨਾ, ਜਿਨ੍ਹਾਂ ਦੇ ਹੱਥ 'ਚ ਚਮਕਦੇ ਲੋਟੇ ਆ, ਤੇ ਜਿਹੜੇ ਖੁੰਡੇ ਫੜੀ ਫਿਰਦੇ ਆ, ਤੇ ਜਿਨ੍ਹਾਂ ਨੇ ਕੱਪੜੇ ਕੁਪੜੇ ਬਾਹਰੋਂ ਬਦਲੇ ਆ, ਤੇ ਪਤਾ ਨਹੀਂ ਕਿੱਦਾਂ ਦਾ ਭੇਸ ਬਣਾ ਕੇ ਬੈਠੇ ਆ, ਇਹ ਲੋਕ ਬਹੁਤ ਖਤਰਨਾਕ ਆ। ਪਰ ਤੁਹਾਨੂੰ ਪਤਾ ਕਿੱਥੇ ਆਵਾਜ਼ਾਂ ਮਾਰ ਰਹੇ ਨੇ, ਆ ਜਾਓ ਸਾਡੇ ਕੋਲ, ਆ ਜਾਓ, ਅਸੀਂ ਤੁਹਾਨੂੰ ਮੁਕਤ ਕਰ ਦਾਂਗੇ, ਤੁਹਾਨੂੰ ਗਿਆਨ ਕਰਾ ਦਾਂਗੇ, ਤੁਹਾਨੂੰ ਪ੍ਰਮਾਤਮਾ ਨਾਲ ਮਿਲਾ ਦਾਂਗੇ। ਕਿਉਂਕਿ ਪ੍ਰਮਾਤਮਾ ਦੇ ਘਰ ਜਿਹੜਾ ਰਸਤਾ ਹੈ ਨਾ, ਉਹ ਸਾਡੇ ਰਾਹੀਂ ਜਾਂਦਾ ਹੈ। ਪ੍ਰਮਾਤਮਾ ਤਾਂ ਨਹੀਂ ਕਿਸੇ ਨੂੰ ਮਿਲਦਾ, ਔਰ ਜੇ ਪ੍ਰਮਾਤਮਾ ਮਿਲ ਵੀ ਗਿਆ ਨਾ,
ਤੁਸੀਂ ਪਹਿਲਾਂ ਸਾਡੇ ਗੁਰੂ ਨੂੰ, ਸਾਡੇ ਗੁਰੂਆਂ ਦੇ ਪੈਰਾਂ ਨੂੰ ਹੱਥ ਲਾਉਣਾ ਉਹਨਾਂ ਦਾ। ਉਹ ਬੰਦਾ ਪੁੱਛੇ ਆਤਮਾ 'ਚ ਤੇਰਾ ਗੁਰੂ ਕਿੱਥੋਂ ਪਹੁੰਚੂਗਾ? ਉਹ ਤੇ ਇੱਕ ਅੰਤਰਾਕਰਣ ਦੀ ਇੱਕ ਸਿੱਧੀ ਇਕਣੀ ਅਵਸਥਾ ਹੈ। ਔਰ ਜਦੋਂ ਤੇਰਾ ਸੂਖਮ ਸਰੀਰ ਦੇ ਵਿੱਚ ਪ੍ਰਵੇਸ਼ ਹੋ ਗਿਆ, ਉੱਥੇ ਬਾਹਰੀ ਸੰਸਾਰ ਨਹੀਂ ਰਹਿਣਾ ਤੇ ਤੂੰ ਨਹੀਂ ਰਹਿਣਾ, ਤੇ ਤੇਰਾ ਗੁਰੂ ਕਿੱਥੇ ਰਹੂਗਾ ਉੱਥੇ? ਬਿਲਕੁਲ। ਉਹ ਕੋਈ ਬੰਦਾ ਉੱਥੇ ਜਿਹੜਾ ਤੇਰਾ ਗੁਰੂ ਦੇ ਚਰਨਾਂ ਨੂੰ ਹੱਥ ਲਾਉਣਾ, ਪ੍ਰਮਾਤਮਾ ਦੇ ਚਰਨਾਂ ਨੂੰ ਬਾਅਦ 'ਚ ਹੱਥ ਲਾਉਣਾ, ਇਹ ਕਲਪਨਾ ਕਰ ਲਈ ਇਹਨਾਂ ਲੋਕਾਂ ਨੇ। ਬਾਣੀ ਦੇ ਵਿੱਚੋਂ ਕਿੱਥੇ ਕਿਹਾ ਵਾ ਕਿ ਆਪਣੀ ਬਾਣੀ 'ਚ ਕਿਹਾ ਵਾ ਕਿ ਤੁਸੀਂ ਪਹਿਲਾਂ ਮੈਂ ਤੇਰੇ ਉੱਥੇ ਜਿਹੜਾ ਪ੍ਰਮਾਤਮਾ ਦਿਖੂਗਾ ਤੇ ਪਹਿਲਾਂ ਮੈਂ ਆਪਣੇ ਗੁਰੂ ਦੇ ਚਰਨਾਂ ਨੂੰ ਹੱਥ ਲਾਉਂਗਾ, ਪ੍ਰਮਾਤਮਾ ਦੇ ਨੂੰ ਬਾਅਦ ਚ ਲਾਉਂਗਾ। ਪ੍ਰਮਾਤਮਾ ਕੋਈ ਰੂਪ ਹੈ? ਨਾ, ਬਿਲਕੁਲ ਨਹੀਂ ਬਾਣੀ ਦੇ ਵਿੱਚ ਕਿਹਾ। ਔਰ ਕਬੀਰ ਜੀ ਦੀ ਬਾਣੀ ਜਿਹੜੀ ਹੈਗੀ ਆ ਉਹਦੇ ਵਿੱਚ ਹੈਗਾ ਇਹ ਦੋਹਾ ਕਿ ਗੁਰ ਗੋਬਿੰਦ ਦੋ ਖੜੇ ਕਾਕੇ ਲਾਗੋਂ ਪਾਏ, ਬਲਿਹਾਰੀ ਗੁਰ ਆਪਣੇ ਗੋਬਿੰਦ ਦਿਓ ਬਤਾਏ। ਪਰ ਉਹ ਜਿਹੜਾ ਹੈਗਾ ਉਹ ਐਕਸੈਪਟ ਨਹੀਂ ਹੈ, ਆਪਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਆ ਉਹ ਮਹਾਰਾਜ ਨੇ। ਹਾਂਜੀ ਵੀਰ। ਉਹ ਨਿੱਜਰ ਸਾਹਿਬ ਉਹ ਸ਼ਰਾਰਤੀ ਲੋਕਾਂ ਨੇ ਲਿਖਿਆ। ਹਾਂ ਠੀਕ ਹੈ, ਮਾਨ ਸਨਮਾਨ ਮੈਂ ਨਹੀਂ ਕਹਿੰਦਾ ਕਰਨ ਵਾਲੀ ਚੀਜ਼ ਆ। ਜਦੋਂ ਸਾਡੀ ਸੁਰਤੀ ਆਤਮਾ ਤੱਤ ਚ ਲੀਨ ਹੋ ਜਾਂਦੀ, ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਹੈਗੇ। ਉੱਥੇ ਧਰਤੀ ਨਹੀਂ, ਪਾਣੀ ਨਹੀਂ, ਆਕਾਸ਼ ਨਹੀਂ, ਪਵਨ ਨਹੀਂ, ਅਗਨ ਨਹੀਂ, ਇਹ ਤੱਤ ਨਹੀਂ ਹੈਗੇ ਉੱਥੇ। ਬਿਲਕੁਲ। ਜਿੱਥੇ ਇਹ ਨਹੀਂ ਹੈਗੇ ਉੱਥੇ ਫਿਰ ਕੋਈ ਸਰੀਰ ਧਾਰੀ ਗੁਰੂ ਉੱਥੇ ਹੋਊਗਾ ਕੋਈ? ਔਰ ਨਾਲੇ ਉਹ ਪ੍ਰਮਾਤਮਾ ਦੇ ਚਰਨ ਕਿੱਥੋਂ ਮਿਲਣੇ ਤੁਹਾਡੇ? ਦੱਸੋ ਮੈਨੂੰ, ਦੱਸੋ ਪ੍ਰਮਾਤਮਾ ਦੇ ਚਰਨ ਹੈਗੇ ਕਿਹੜੇ ਮੂਰਖ ਵਾਲਾ ਕੰਮ ਕਰਦੇ? ਜੇ ਪ੍ਰਮਾਤਮਾ ਦਾ ਰੂਪ ਹੈਗਾ ਤਾਂ ਪ੍ਰਮਾਤਮਾ ਨਸ਼ਟ ਹੋ ਫਿਰ ਇੱਕ ਦਿਨ, ਉਹ ਤਾਂ ਜੜ ਹੋ ਗਿਆ। ਕਿਉਂਕਿ ਜਿਹੜੀ ਵੀ ਚੀਜ਼ ਪੈਦਾ ਹੋ ਰਹੀ ਹੈ ਇਹਨੇ ਇੱਕ ਦਿਨ ਵਿੰਸ ਜਾਣਾ। ਤੇ ਇਹ ਕਲਪਨਾ ਵਾ, ਇੱਕ ਬੰਦੇ ਦੀ ਕਲਪਨਾ ਕਿੰਨੀ ਕੁ ਭੱਜ ਸਕਦੀ ਆ? ਉਹਦੀ ਬੁੱਧੀ ਦੀ ਕੀ ਔਕਾਤ ਆ? ਬਹੁਤ ਛੋਟਾ ਸੋਚ ਸਕਦੀ ਹੈ। ਉਹ ਤੇ ਜਿੱਦਾਂ ਫਿਲਮਾਂ 'ਚ ਭੂਤ ਬਣਾਏ ਨਾ, ਉਸੇ ਹੀ ਤਰ੍ਹਾਂ ਦਾ ਇਹਨਾਂ ਨੇ ਰੱਬ ਬਣਾ ਦੇਣਾ। ਔਰ ਉਹਦਾ ਹੀ ਤੁਸੀਂ ਵੇਖ ਲਓ ਪ੍ਰਣਾਮ। ਇਹਦੇ ਧਾਰਮਿਕ ਸਥਾਨਾਂ ਤੇ ਲੋਕਾਂ ਨੇ ਜਿਹੜੀਆਂ ਚੀਜ਼ਾਂ ਬਣਾਈਆਂ ਨੇ, ਪੱਥਰਾਂ ਤੋਂ ਬਣਾਈਆਂ ਨੇ, ਫੋਟੋਆਂ ਤੋਂ ਬਣਾਈਆਂ ਨੇ, ਜਾਂ ਕੋਈ ਆਪਾਂ ਨੂੰ ਸ਼ਾਸਤਰ ਦਿਖਾਈ ਜਾਂਦੇ ਨੇ, ਇਹ ਸਾਰੀ ਗੇਮ ਉਹੀ ਆ। ਇਹ ਮੈਂ ਨਹੀਂ ਕਹਿੰਦਾ ਕਿ ਆਪਣੇ ਪੁਰਾਤਨ ਸ਼ਾਸਤਰ ਆ, ਆਪਾਂ ਉਹਨੂੰ ਰਿਸਪੈਕਟ ਕਰਦੇ ਆ, ਪਰ ਅਧਿਆਤਮਿਕ ਦੇ ਨਾਲ ਉਹ ਕੀ ਚੀਜ਼ ਦਾ ਕਨੈਕਸ਼ਨ ਹੈ? ਬਿਲਕੁਲ। ਉਹਨੂੰ ਦੇਖਣ ਦੇ ਨਾਲ ਕੁਝ ਮਿਲੂਗਾ ਤੁਹਾਨੂੰ? ਦੱਸੋ ਮੈਨੂੰ। ਉਹ ਤੇ ਕਬੀਰ ਜੀ ਦੇ ਕਹਿਣ ਦੇ ਮੈਂ ਬੜੀਆਂ ਟੁੱਟੀਆਂ ਮਾਰੀਆਂ, ਮੈਂ ਤਾਂ ਕੋਈ ਮੰਦਿਰ ਨਹੀਂ ਛੱਡਿਆ, ਔਰ ਮੈਂ ਪੂਰਾ ਭੇਸ A to Z ਜਿੱਦਾਂ ਵੀ ਕਰਦੇ ਸੀ ਸਾਰਾ ਕਰਕੇ ਵੇਖਿਆ, ਇੱਥੇ ਕੁਝ ਵੀ ਨਹੀਂ ਮਿਲਿਆ ਮੈਨੂੰ। ਤੁਸੀਂ ਯਕੀਨ ਨਹੀਂ ਆਉਂਦਾ, ਤੁਸੀਂ ਜਾ ਕੇ ਵੇਖੋ ਕਿਹੜੇ ਵੀ ਧਾਰਮਿਕ ਸਥਾਨ ਤੇ ਮਾਰੋ ਗੇੜੇ ਤੇ ਗੇੜਾ, 10-20 ਸਾਲ ਤੁਸੀਂ ਜੋ ਮਰਜ਼ੀ ਕਰਕੇ ਵੇਖ ਲਿਓ, ਜੇ ਤੁਹਾਨੂੰ ਆਤਮ ਗਿਆਨ ਪ੍ਰਾਪਤ ਹੋ ਜਾਏ ਤੇ ਮੈਨੂੰ ਫੜ ਲਿਓ। ਦੇਖੋ ਬੰਦਗੀ ਦਾ ਕੰਮ ਆ, ਬੰਦਗੀ ਦਾ ਕੰਮ ਇੰਨਾ ਹੈ ਕਿ ਮਨ ਨੂੰ ਨਸ਼ਟ ਕਰਨਾ ਆਪਾਂ। ਬਿਲਕੁਲ। ਕਿਉਂਕਿ ਬਾਹਰੀ ਕਿਰਿਆ ਕਰਨ ਦੇ ਨਾਲ ਜਿਹੜਾ ਠੀਕ ਉਹ ਇੱਕ ਕਰਮ ਕਾਂਡ ਆਪਣਾ ਜ਼ਰੂਰੀ ਹੈ, ਜਿੱਥੇ ਆਪਣੀਆਂ ਜ਼ਰੂਰਤਾਂ ਬਣਦੀਆਂ ਆਪਾਂ ਕਰਨਾ ਹੈ। ਪਰ ਜੇ ਸੋਚੀਏ ਕਿ ਇਹ ਬਾਹਰੀ ਕਿਰਿਆ ਕਰਨ ਦੇ ਨਾਲ ਹੀ ਆਤਮ ਗਿਆਨ ਦੀ ਪ੍ਰਾਪਤੀ ਹੋ ਜਾਊਗੀ, ਤੇ ਇਹ ਫਿਰ ਆਪਾਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ। ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਫਿਰ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਲੋਕ ਹੈਗੇ ਨੇ ਇਹ ਬੜੇ ਖਤਰਨਾਕ ਲੋਕ ਨੇ, ਔਰ ਜਿੱਥੇ ਇਹ ਫਸੇ ਹੋਏ ਨੇ ਉਹ ਚੱਕਰ 'ਚ ਤੁਹਾਨੂੰ ਆਵਾਜ਼ਾਂ ਮਾਰ ਰਹੇ ਨੇ, ਪਲੀਜ਼ ਤੁਸੀਂ ਉਹਨਾਂ ਕੋਲ ਨਾ ਜਾਣਾ। ਉਹਨਾਂ ਨੇ ਤੁਹਾਨੂੰ ਇੱਕ ਲੋਲੀਪੌਪ ਦੇਣਾ ਹੈ ਮੁਕਤੀ ਦਾ। ਕਿਉਂਕਿ ਜਦੋਂ ਬੱਕਰੇ ਨੂੰ ਹਲਾਲ ਕਰੀਦਾ ਨਾ ਸਾਧ ਸੰਗਤ ਜੀ, ਪਹਿਲਾਂ ਹਰਿਆ ਘਾਹ ਜਿਹੜਾ ਕਸਾਈ ਉਹਦੇ ਮੂੰਹ 'ਚ ਪਾਉਂਦਾ ਜੀ, ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਤੇ ਇਹ ਨਾ ਹਰਿਆ ਘਾਹ ਖਾ ਲਿਓ, ਉਹ ਮੁਕਤੀ ਦਾ ਘਾਹ ਤੁਹਾਡੇ ਮੂੰਹ 'ਚ ਪਾਉਣਾ, ਫਿਰ ਉਹਨਾਂ ਤੁਹਾਡੇ ਗਲ 'ਚ ਰੱਸਾ ਪਾ ਲੈਣਾ ਵਾ, ਫਿਰ ਤੁਸੀਂ ਉਹ ਦਲਦਲ 'ਚ ਨਹੀਂ ਬਾਹਰ ਆ ਸਕਦੇ। ਇਹ ਪੱਕਾ ਗਰੰਟੀ ਆ, ਕਿਉਂਕਿ ਤੁਹਾਡੇ ਚਿੱਤ ਨੂੰ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਆਉਣਾ, ਫਿਰ ਐਸੀਆਂ ਗੱਲਾਂ ਸੁਣਾਉਣੀਆਂ ਨੇ, ਫਿਰ ਉਹ ਬੰਦਾ ਉੱਥੋਂ ਬਾਹਰ ਹੀ ਨਹੀਂ ਆਉਣ ਪਾਉਂਦਾ। ਇੱਕ ਤੜਫ ਦਾ ਕੀੜਾ ਵੇਖਿਆ, ਕੀੜਾ ਜਿਹਦਾ ਮੁੱਦਾ ਨਹੀਂ ਪੈ ਜਾਂਦਾ, ਉੱਥੇ ਪੈਰ ਜ਼ਰੂਰ ਮਾਰਦਾ, ਪਰ ਉਹਦੇ ਪੈਰ ਮਾਰਿਆਂ ਦਾ ਫਾਇਦਾ ਹੀ ਕੋਈ ਨਹੀਂ, ਕਿਉਂਕਿ ਉਹ ਗਤੀ ਨਹੀਂ ਕਰਨੀ ਉਹਨੇ, ਉਹ ਮੁੱਦਾ ਹੋ ਗਿਆ ਵਾ। ਇਹਨਾਂ ਤੁਹਾਨੂੰ ਮੁੱਦਾ ਕਰਕੇ ਉੱਥੇ ਕੀੜਿਆਂ ਨੂੰ ਇਕੱਠਾ ਕਰ ਲੈਣਾ, ਫਿਰ ਤੁਸੀਂ ਇੱਥੇ ਪੈਰ ਮਾਰੀ ਜਾਣੇ ਆ। ਤੁਹਾਡੇ ਮਨ ਚ ਹੋਣਾ ਕਿ ਮੈਂ ਬੜੇ ਪੈਰ ਮਾਰਨੇ ਆ, ਪਰ ਪੈਰ ਮਾਰੇ ਦਾ ਫਾਇਦਾ ਕੀ ਹੈ? ਕਿਉਂਕਿ ਤੁਸੀਂ ਗਤੀ ਨਹੀਂ ਕਰਨੀ। ਬਿਲਕੁਲ। ਤੁਹਾਡੀ ਗਤੀ ਰੁਕ ਜਾਣੀ ਹੈ। ਮਾਨਸਿਕ ਗੁਲਾਮੀ ਕਹਿੰਦੇ ਇਹਨੂੰ, ਤੇ ਬਾਣੀ ਸਾਨੂੰ ਇਸ ਤੋਂ ਮੁਕਤ ਕਰਨਾ ਚਾਹੁੰਦੀ। ਹਾਂ ਜੀ ਨਿੱਜਰ ਸਾਹਿਬ। ਆਖਰੀ ਦੇ ਵਿੱਚ ਕਬੀਰ ਸਾਹਿਬ ਜਿਹੜੇ ਆ ਕਹਿੰਦੇ ਕਿ ਇਹ ਪਾਈ ਖੇੜਿਆ ਮਾਲਕ ਪਰਮਾਤਮਾ ਦੀ, ਜਿਤ ਕੋਲ ਆਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਹਿੰਦੇ ਮਾਲਕ ਨੇ ਇਹ ਵੀ ਪ੍ਰੋਵੀਜ਼ਨ ਕੀਤਾ ਹੋਇਆ ਆ, ਇਸ ਚੋਂ ਵੀ ਬਚ ਕੇ ਨਿਕਲਣਾ ਹੈ। ਇਹ ਵੀ ਹਰਡਲ ਹੈਗੀ ਆ, ਇਹ ਵੀ ਆਪਾਂ ਨੇ ਰਸਤੇ ਦੇ ਵਿੱਚ ਜਿਹੜਾ ਹੈਗਾ ਇਹ ਵੀ ਰੁਕਾਵਟ ਬਣੂਗੀ, ਇਹਨੂੰ ਵੀ ਜਿਹੜਾ ਹੈਗਾ ਆਪਾਂ ਨੇ ਪਾਸੇ ਕਰਕੇ ਲੰਘ ਜਾਣਾ ਹੈ। ਜਿੱਤ ਕੋਲ ਆਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ। ਕਹਿੰਦੇ ਜਿੱਧਰ ਮਾਲਕ ਨੇ ਪ੍ਰੋਵੀਜ਼ਨ ਕੀਤੀ ਆ ਉਧਰ ਲੱਗਿਆ ਹੋਇਆ ਆ, ਔਰ ਉਹ ਜੇ ਕਰਮ ਕਮਾਉਂਦਾ ਹੈ। ਪਰ ਕਬੀਰ ਜੀ ਕਹਿੰਦੇ ਆ
ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨਾ ਆਵੈ। ਹੁਣ ਜਿਹੜੇ ਹੈਗੇ ਉੱਪਰ ਮਹਾਰਾਜ ਨੇ ਦੱਸਿਆ, ਕਬੀਰ ਜੀ ਨੇ ਸੰਤ ਦੱਸਿਆ, ਬ੍ਰਹਮ ਗਿਆਨੀ ਦੱਸਿਆ, ਇਹ ਜਿਹੜੇ ਸੋ ਕਾਲਡ ਜਿਹੜੇ ਮਹਾਂਪੁਰਖ, ਇਹਦਾ ਮਤਲਬ ਜੇ ਉਹ ਨਕਲੀ ਹੈਗੇ ਤੇ ਅਸਲੀ ਹੈ ਨਹੀਂ ਗੇ। ਕਹਿੰਦੇ ਅਸਲੀ ਜਿਹੜੇ ਹੈਗੇ ਜਿਨ੍ਹਾਂ ਨੇ ਇਹ ਪ੍ਰਕਿਰਤੀ ਦੀ ਪਕੜ ਚੋਂ ਜਿਹੜੇ ਹੈਗੇ ਆ, ਸਤਿਗੁਰ ਜਿਹੜੇ ਪ੍ਰਕਿਰਤੀ ਦੀ ਪਕੜ ਚੋਂ ਆਜ਼ਾਦ ਹੋ ਗਏ ਆ, ਜਿਹੜੇ ਉਹ ਜਿਹੜੇ ਹੈਗੇ ਪਰਮਾਤਮਾ ਦਾ ਰੂਪ ਹੋ ਗਏ ਆ, ਜਿਹੜੇ ਕਹਿੰਦੇ ਉਹ ਜਿਹਨੂੰ ਭੇਟ ਜਾਂਦੇ ਆ, ਉਹਨਾਂ ਦਾ ਗਿਆਨ ਜਿਨ੍ਹਾਂ ਨੂੰ ਮਿਲ ਜਾਂਦਾ ਆ, ਕਹਿੰਦੇ ਫਿਰ ਉਹ ਵੀ ਜਿਹੜੇ ਹੈਗੇ ਦੁਬਾਰਾ ਜਿਹੜੇ ਹੈਗੇ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਆਉਂਦੇ। ਹਾਂਜੀ ਵੀਰ। ਹਾਂਜੀ ਸਾਧ ਸੰਗਤ ਜੀ, ਹੁਣ ਇੱਥੇ ਫਿਰ ਨੁਕਤੇ ਦੀ ਗੱਲ ਕੀਤੀ ਹੈ। ਪ੍ਰਕਿਰਤੀ ਨੇ ਆਪਣੀ ਦੁਕਾਨ ਚਲਾਉਣ ਦੇ ਲਈ ਹਰ ਕਿਸਮ ਦੀ ਦੁਕਾਨ ਬਣਾਈ, ਪਰ ਸੌਦਾ ਆਪਾਂ ਖਰੀਦਣਾ। ਬਿਲਕੁਲ। ਜੀਵਨ ਆਪਣਾ। ਉਹ ਕਹਿੰਦੇ ਉਹ ਵੀ ਦੁਕਾਨਾਂ ਹੈਗੀਆਂ ਜੋ ਨਕਲੀ ਵੀ ਹੈਗੀਆਂ ਵਾ, ਅਸਲੀ ਵੀ ਹੈਗੀਆਂ ਵਾ, ਪਰ ਅਸਲੀ ਦੁਕਾਨਾਂ ਲੱਭਣੀਆਂ ਪੈਣੀਆਂ ਜੀ ਥੋੜੀਆਂ ਬਹੁਤੀਆਂ ਤੁਹਾਨੂੰ, ਕਿਤੇ ਭੀੜ ਨਹੀਂ ਹੈਗੀ। ਤੇ ਕਬੀਰ ਤੇ ਕਹਿੰਦੇ ਮੈਂ ਕੱਲਾ ਚੜ੍ਹਦੇ ਆ, ਉੱਥੇ ਭੀੜ ਥੋੜੀ ਹੋਊਗੀ। ਬਿਲਕੁਲ। ਪਰ ਇੱਥੇ ਤੇ ਭੀੜ, ਇੱਥੇ ਤੇ ਗਾਹ ਮੱਚਿਆ। ਇਹ ਜੇ ਇੰਨੇ ਬੰਦੇ, ਹੁਣ ਮੈਂ ਇੱਕਦਮ ਸੁਣਿਆ ਹਾਂ ਤੇ ਪਤਾ ਨਹੀਂ ਕਿਹੜੇ ਬਾਬਾ ਜੀ ਗੱਪ ਮਾਰ ਰਹੇ ਸੀ, ਪਤਾ ਨਹੀਂ ਉਹ ਕਹਿੰਦੇ ਕਿੰਨੇ ਲੱਖ ਬੰਦੇ ਨੂੰ ਅੰਮ੍ਰਿਤ ਛਕਾਤਾ, ਮੈਂ ਇੰਝ ਕਰਦਾ। ਫਿਰ ਉਹਨਾਂ ਕਾਊਂਟਿੰਗ ਕੀਤੀ, ਇੱਕ ਮੁੰਡੇ ਦੀ ਮੈਂ ਵੀਡੀਓ ਵੇਖੀ, ਉਹ ਕਹਿੰਦਾ ਵੀਰ ਜੀ ਇੰਨੇ 20 ਲੱਖ, ਉਹਨੇ 40 ਲੱਖ, ਉਹਨੇ 70 ਲੱਖ, ਉਹਨੇ 35 ਲੱਖ, ਇਹ ਤੇ ਕਰੋੜਾਂ ਬੰਦੇ ਬਣ ਗਏ। ਬਿਲਕੁਲ ਸਹੀ। ਕਰੋੜਾਂ ਬੰਦੇ ਕਿੱਥੇ ਆ ਜਿਹਨਾਂ ਅੰਮ੍ਰਿਤ ਛਕਿਆ? ਉਹ ਤੇ ਦੇਦਾ ਕੋਈ ਨਾ। ਵੀਰ ਜੀ ਸ਼੍ਰੋਮਣੀ ਕਮੇਟੀ ਵੀ ਦਾਵਾ ਕਰਦੀ ਹੈ, ਢੱਡਰੀਆਂ ਵਾਲਾ ਵੀ ਦਾਵਾ ਕਰਦਾ ਹੈ, ਸਾਰੇ ਹੀ ਦਾਵਾ ਕਰੀ ਜਾਂਦੇ, ਆਪਣੇ ਆਪਣੇ ਰਿਕਾਰਡ ਸਾਰੇ ਦੱਸੀ ਜਾਂਦੇ ਆ, ਪਰ ਜਿਹੜੇ ਹੈਗੇ ਇਧਰੋਂ ਛਕੀ ਜਾਂਦੇ ਆ ਤੇ ਉਧਰੋਂ ਛੱਡੀ ਜਾਂਦੇ ਆ। ਗੱਲ ਉੱਥੇ ਦੀ ਉੱਥੇ, ਗੱਡੀ ਉੱਥੇ ਦੀ ਉੱਥੇ ਰਹਿੰਦੀ। ਕਿਉਂਕਿ ਉਹ ਪਤਾ ਕੀ ਆ, ਹੁਣ ਸਾਧ ਸੰਗਤ ਜੀ ਕੀ ਗਰੰਟੀ ਆ ਕਿ ਅੰਮ੍ਰਿਤ ਛਕ ਕਿੱਥੋਂ ਛਕਿਆ? ਉੱਥੇ ਕਿਹੜੀ ਸਟੈਂਪਿੰਗ ਹੋਈ ਆ? ਜਾਂ ਤੇ ਉਹਦੇ ਗਲ 'ਚ ਨੇਮ ਪਲੇਟ ਪਾ ਦਈਏ ਤੇ ਫਿਰ ਤੇ ਆਇਡੈਂਟੀਫਾਈ ਵੀ ਹੋ ਜੇ, ਜਾਂ ਉਹ ਕੋਈ ਬੰਦਾ ਸੈਂਸਰ ਹੈਗਾ ਤੁਹਾਨੂੰ ਲੱਭ ਲਈਏ। ਇੱਥੇ ਆਪਾਂ ਇਸ ਚੀਜ਼ ਨੂੰ ਵਿਚਾਰ ਕਰਨਾ ਹੈ। ਇਹ ਜੋ ਵੀ ਹੈਗਾ ਉਹ ਆਪਣਾ ਦਾਲ ਫੁਲਕਾ ਚਲਾਉਂਦੇ ਨੇ, ਉਹ ਤੇ ਕਹਿੰਦੇ ਆ ਕਿ ਉਹ ਰੋਟੀ ਪਾਣੀ ਦਾ ਸਾਧਨ ਬਣਾਇਆ ਅਗਲੇ ਨੇ, ਪਰ ਇੱਥੇ ਬਾਣੀਆਂ ਨੂੰ ਇਹ ਇਸ ਚੀਜ਼ ਲਈ ਵਾਰਨਿੰਗ ਕਰ ਰਹੀ ਆ, ਪਲੀਜ਼ 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 ਇਹਨਾਂ ਲੋਕਾਂ ਤੋਂ ਤੁਸੀਂ ਬਚਣਾ ਹੈ। ਦੇਖੋ ਕਹਿੰਦੇ ਚਿੱਕੜ ਦਾ ਕੁਝ ਨਹੀਂ ਜੋ ਵਿਗੜਦਾ, ਚਿੱਕੜ ਥਾ ਕੀ ਵਿਗੜਨਾ? ਉਹਨੂੰ ਧੋਣ ਦੇ ਲਈ ਬੜੀ ਮਿਹਨਤ ਲੱਗਦੀ। ਜੋ ਕੱਲ ਮੈਂ ਕਾਰ ਧੋਤੀ, 2 ਘੰਟੇ ਲੱਗੇ ਮੈਨੂੰ, ਅਜੇ ਤੱਕ ਨਹੀਂ ਲੱਥਾ ਉਹ। ਚਿੱਕੜ ਦਾ ਕੋਈ ਨਹੀਂ ਵਿਗੜਨਾ, ਉਹ ਤੇ ਧੋਤਾ ਤੇ ਧੋ ਕੇ ਫੇਰ ਨਾਲੀ 'ਚ। ਬਿਲਕੁਲ। ਪਰ ਜੇ ਤੁਹਾਡੇ ਤੇ ਲੱਗ ਗਿਆ ਨਾ ਤੇ ਪਸੂੜੀ ਪੈ ਗਈ। ਇਹ ਕਈ ਲੋਕ ਏਦਾਂ ਦੇ ਨੇ, ਲੋਕਾਂ ਤੋਂ ਆਪਾਂ ਬਚਣਾ ਹੈ। ਔਰ ਉਹ ਉਸ ਚੀਜ਼ ਦਾ ਜਿਹੜਾ ਹੈ, ਕਿਉਂਕਿ ਅਸੀਂ ਰਿਸਕ ਨਹੀਂ ਲੈਣਾ, ਤੇ ਰਿਸਕ ਨਹੀਂ ਲੈਣਾ ਤੇ ਉਹਦੇ ਲਈ ਸਾਨੂੰ ਕੋਈ ਆਥੈਂਟਿਕ ਚੀਜ਼ ਚਾਹੀਦੀ ਆ, ਕੋਈ ਚੰਗੀ ਚੀਜ਼, ਮਜ਼ਬੂਤ ਚੀਜ਼ ਚਾਹੀਦੀ ਆ। ਉਹ ਹੈ ਬਾਣੀ। ਬਾਣੀ ਦੀ ਪਰਖ ਦੇ ਉੱਤੇ ਵੇਖੋ। ਔਰ ਅੰਧ ਵਿਸ਼ਵਾਸ ਵਾਸਤੇ ਬਿਲਕੁਲ ਹੀ ਜਗ੍ਹਾ ਨਹੀਂ ਹੈਗੀ। ਜੇ ਤੁਸੀਂ ਸੋਚੋਗੇ ਨਾ ਅੰਧ ਵਿਸ਼ਵਾਸ, ਇੱਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਮਤਿਹਾਨ ਲਏ ਨੇ ਉਹਨਾਂ ਦੇ। ਦੇਖੋ ਨਿੱਜਰ ਸਾਹਿਬ, ਬਿਲਕੁਲ ਉਹ ਕਹਿੰਦੇ ਨੇ ਤਾਂ ਵੇਖੋ ਉਹਨਾਂ ਨੇ ਇਮਤਿਹਾਨ ਲੈ ਕੇ ਜਦੋਂ ਗੱਦੀ ਦਿੰਦੇ, ਇਮਤਿਹਾਨ ਲੈ ਕੇ ਅਗਲੇ ਦੀ ਕੈਪੈਸਿਟੀ ਵੇਂਦੇ ਆ ਕਿ ਇਹ ਬੰਦਾ ਇਹ ਚੀਜ਼ ਨੂੰ ਹਜਮ ਕਰ ਲੂਗਾ, ਇਹਦਾ ਮੈਦਾ ਹੈਗਾ ਇੰਨਾ ਸਟਰੋਂਗ। ਤੇ ਇਸੇ ਹੀ ਤਰ੍ਹਾਂ ਵਾ ਆਪਾਂ ਵੀ ਬਿਲਕੁਲ ਹੀ ਇਸ ਚੀਜ਼ ਨੂੰ ਆਪਣੇ ਦਿਮਾਗ 'ਚ ਬਿਠਾਉਣਾ ਹੈ। ਪਹਿਲਾਂ ਚੈੱਕ ਕਰਨੀ ਹੈ ਚੀਜ਼ ਨੂੰ, ਪਛਾਣਨਾ ਹੈ, ਫਿਰ ਵਪਾਰ ਕਰ ਲੈਣਾ, ਫਿਰ ਕੋਈ ਪ੍ਰੋਬਲਮ। ਪਰ ਇਹ ਨਾ ਹੋਵੇ ਕਿ ਗਲਤ ਸਮਾਨ ਖਰੀਦ ਕੇ ਘਰ ਲਾਈਏ, ਉਹ 'ਚ ਨੁਕਸਾਨ ਸਾਡਾ ਹੈ ਕਿ ਕੱਲ ਨੂੰ ਉਹ ਚੀਜ਼ ਵਿਕਣੀ ਨਹੀਂ। ਜੋ ਹਾਂਜੀ ਨਿੱਜਰ ਸਾਹਿਬ, ਜੇ ਆਪਣੇ ਅੰਦਰ ਪਰਿਵਰਤਨ ਨਹੀਂ ਆ ਰਿਹਾ ਭਾਈ, ਦੇਖੋ ਮਹੀਨਾ, 2 ਮਹੀਨੇ, 6 ਮਹੀਨੇ, ਸਾਲ, 5 ਸਾਲ, 4 ਸਾਲ, 10 ਸਾਲ, 20 ਸਾਲ, 30 ਸਾਲ, ਜਦ ਆਪਣੇ ਅੰਦਰ ਪਰਿਵਰਤਨ ਨਹੀਂ ਆ ਰਿਹਾ ਤੇ ਆਪਾਂ ਕਿਉਂ ਨਹੀਂ ਉਹ ਕੰਮ ਛੱਡਦੇ ਪਾਏ? ਇਹ ਤਾਂ ਫਿਰ ਸਾਰੀ ਉਮਰ ਹੀ ਖਤਮ ਹੋ ਜਾਣੀ ਹੈ। ਫਿਰ ਤਾਂ ਆਪਣੇ ਜਿਹੜੇ ਹੈਗੇ ਤਰਕਸ ਦੇ ਵਿੱਚ ਜਿੰਨੇ ਤੀਰ ਆ ਸਾਰੇ ਦੇ ਸਾਰੇ ਖਤਮ ਹੋ ਜਾਣੇ। ਫਿਰ ਕਦ ਤੱਕ ਉਡੀਕਾਂਗੇ? ਜੂਨਾਂ ਕਿਹੜੀਆਂ ਜੂਨਾਂ ਹੈ, ਕਿੰਨਾ ਭੁਗਤਾਨ ਕਰਨਾ ਹੈ? ਫਿਰ ਕਦੋਂ ਵਾਰੀ ਆਊਗੀ? ਫਿਰ ਕਦੋਂ ਆ ਰੁੱਤ ਆਊਗੀ ਦੁਬਾਰਾ? ਹਾਂਜੀ ਹਾਂ ਬਿਲਕੁਲ ਠੀਕ ਹੈ ਸਾਧ ਸੰਗਤ ਜੀ, ਇਸ ਚੀਜ਼ ਨੂੰ ਵਿਚਾਰ ਕਰਨ ਦੀ ਲੋੜ ਹੈ। ਤੇ ਇਹ ਇਸ ਕਰਕੇ ਇਹ ਆਪ ਜੀ ਦੇਖਿਆ ਨਹੀਂ, ਜਿੰਨੀ ਵੀ ਬਾਣੀ ਆ, ਬਾਣੀ ਦੀ ਉਚਾਰਨਾ ਕਿਸ ਲਈ ਕੀਤੀ ਹੈ? ਕੇਵਲ ਭਰਮ ਨੂੰ ਖਤਮ ਕਰਨ ਵਾਸਤੇ। ਕਿਉਂਕਿ ਜਦੋਂ ਨਕਲੀ ਛੱਡਿਆ ਨਾ, ਅਸਲੀ ਨੂੰ ਫੜਨ ਦੀ ਲੋੜ ਨਹੀਂ। ਅਸਲੀ ਤੇ ਆਲਰੇਡੀ ਸਾਡੇ ਕੋਲ ਹੈਗਾ ਵਾ।
ਕੇਵਲ ਅਸੀਂ ਆਪਣੇ ਆਪ ਨੂੰ ਨਕਲੀ ਤੋਂ ਮੁਕਤ ਕਰਨਾ ਵਾ। ਬਿਲਕੁਲ। ਅਸਲੀ ਨੂੰ ਪ੍ਰਾਪਤ ਕਰਨ ਦੀ ਥੋੜੀ ਲੋੜ ਹੈਗੀ ਆ, ਉਹਦੇ ਦੇ ਅੰਦਰ ਬੈਠੇ ਆ ਆਪਾਂ। ਬਿਲਕੁਲ। ਹੁਣ ਦੇਖੋ, ਮੱਛੀ ਸਮੁੰਦਰ ਦੇ ਅੰਦਰ ਹੋਵੇ, ਹੁਣ ਉਹ ਮੱਛੀ ਕਵੇ ਮੈਨੂੰ ਸਮੁੰਦਰ ਨਾਲ ਮਿਲਾਓ। ਜੇ ਤੁਸੀਂ ਉਹਨੂੰ ਬੇਵਕੂਫ ਬਣਾਉਣਾ ਚਾਹੁੰਦੇ ਹੋ ਤੇ ਜੋ ਮਰਜ਼ੀ ਬਣਾਈ ਜਾਓ। ਤੇ ਜਦੋਂ ਤੁਸੀਂ ਉਹਦਾ ਭਰਮ ਖਤਮ ਕਰਤਾ ਕਿ ਤੂੰ ਜਿੱਥੇ ਹੈਗਾ, ਤੂੰ ਤੇ ਆਲਰੇਡੀ ਸਮੁੰਦਰ ਦੇ ਅੰਦਰ ਹੈ। ਬਸ ਇਹ ਆ ਕਿ ਤੇਰਾ ਜਿਹੜਾ ਚਿੱਤ ਥੋੜਾ ਜਿਹਾ ਬਿਮਾਰ ਆ, ਉਹਨੂੰ ਠੀਕ ਕਰਨ ਦੀ ਲੋੜ ਹੈ। ਜ਼ਿਆਦਾ ਨੁਕਸ ਥੋੜੀ ਹੈਗਾ। ਬਿਲਕੁਲ। ਹੁਣ ਆਪ ਜੀ ਦੇਖੋ, ਜਿਹੜਾ ਦੂਰਦਰਸ਼ਨ ਤੋਂ ਜਾਂ ਜਿੱਥੋਂ ਵੀ ਕੋਈ ਸਿਗਨਲ ਆਉਂਦੇ ਆ ਵਾ, ਸਿਗਨਲ 'ਚ ਨਹੀਂ ਪ੍ਰੋਬਲਮ ਹੁੰਦੀ ਸਾਡਾ ਰੇਡੀਓ ਖਰਾਬ ਹੁੰਦਾ, ਉਹਦੀ ਟਿਊਨਿੰਗ ਖਰਾਬ ਹੁੰਦੀ ਆ। ਉਹਨੂੰ ਕੇਵਲ ਐਡਜਸਟ ਕਰਨ ਦੀ ਲੋੜ ਆ। ਉਹ ਇਹ ਨਹੀਂ ਕਿ ਮਤਲਬ ਕਿ ਉੱਥੇ ਟਰਾਂਸਫਾਰਮਰ ਵੱਡਾ ਚੇਂਜ ਕਰਨ ਜਾਣਾ। ਆਪਾਂ ਤੇ ਇਹ ਸੋਚਦੇ ਆ ਕਿ ਪਰਮਾਤਮਾ ਨੂੰ ਲੱਭੀਏ। ਉਹ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ। ਉਹ ਸਾਡਾ ਰੇਡੀਓ ਥੋੜਾ ਜਿਹਾ ਨਾ ਖਰਾਬ ਆ। ਉਹ ਹੀ ਅਸੀਂ ਆਪ ਹੀ ਕੀਤਾ ਹੈ, ਕਿਉਂਕਿ 3-4 ਸੋਚ ਗਲਤ ਨਹੀਂ ਉਹ ਮਰੋੜਦੇ ਆ। ਹੁਣ ਉਹਦੇ ਸੋਚ ਜਿਹੜੇ ਹੈਗੇ ਨਾ, ਉਹ ਸੋਚ ਨਹੀਂ ਜੋ ਪਰਮਾਤਮਾ ਨਾਲ ਜੋੜਦੇ ਸਾਨੂੰ। ਉਹ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਸੋਚ ਨੇ। ਆਪਾਂ ਉਹਨਾਂ ਨੂੰ ਫੁੱਲ ਅਪ ਕੀਤਾ ਹੋਇਆ ਤੇ ਇਸ ਕਰਕੇ ਜਿਹੜੀ ਆਤਮਾ ਦੀ ਧੁਨ ਨਹੀਂ ਵੱਜ ਰਹੀ। ਪਰ ਜਿੱਦਣ ਉਹਨਾਂ ਨੂੰ ਆਪਾਂ ਰਿਵਰਸ ਕਰਤਾ ਨਾ ਨਿੱਜਰ ਸਾਹਿਬ, ਤੇ ਰਾਮ ਕਬੀਰਾ ਇੱਕ ਬਏ ਤੇ ਕੋਈ ਨਾ ਸਕੇ ਪਛਾਣੀ। ਫਿਰ ਕਿਸੇ ਨੂੰ ਲੱਭਣ ਦੀ ਥੋੜੀ ਲੋੜ ਹੈ। ਕਿਹਨੂੰ ਲੱਭਣਾ ਤੁਸੀਂ? ਉਹ ਜਿਹਦੇ ਅੰਦਰ ਹੈ ਸਾਰਾ ਕੁਛ, ਉਹ ਕਿਉਂ ਨਹੀਂ ਦੇਖ ਰਿਹਾ? ਕਿਉਂਕਿ ਉਹਨਾਂ ਦੀ ਸੋਚਾਂ ਦੀ ਕੀਮਤ ਬਹੁਤ ਜ਼ਿਆਦਾ ਵਧਾਈ ਹੈ। ਅਸੀਂ ਉਹਦੀ ਤਾਂ ਵਧਾਈ ਹੈ। ਤੁਹਾਨੂੰ ਕੋਈ ਦੱਸੋ, ਮੈਨੂੰ ਤੁਹਾਨੂੰ ਕੋਈ ਮਜਬੂਰ ਕਰ ਰਿਹਾ? ਬਿਲਕੁਲ। ਇਹ ਤੇ ਮੈਂ ਲੋਕੀ ਬਹਾਨਾ ਬੜੀ ਜਾਣ ਕਿ ਬਈ ਮੈਨੂੰ ਉਹ ਨਾ ਫਲਾਨੀ ਸੰਗਤ ਮਿਲ ਗਈ, ਉਹ ਲੈ ਗਿਆ ਤੂੰ ਕੇ ਨਾ। ਏਦਾਂ ਨਾ ਕਰੋ। ਇੱਕ ਮਰਦ ਦੇ ਬੱਚੇ ਬਣੋ, ਆਪਣੀ ਗਲਤੀ ਨੂੰ ਐਕਸੈਪਟ ਕਰੋ। ਹੁਣ ਮੈਂ ਉਧਰ ਮੰਮੀ ਦੇ ਨਾਲ ਕੁਝ ਆਰਗੂਮੈਂਟ ਹੋ ਗਿਆ, ਫਿਰ ਮੈਂ ਉਹ ਚੀਜ਼ ਨੂੰ ਸੈਟਲ ਡਾਊਨ ਕੀਤਾ। ਜਿੱਥੇ ਮੇਰਾ ਕਸੂਰ ਸੀ ਮੈਂ ਮਾਫੀ ਮੰਗੀ ਨਿੱਜਰ ਸਾਹਿਬ। ਉਹੀ ਹੱਲ ਹੈ ਉਹਦਾ। ਤੇ ਜੇ ਮੈਂ ਚਾਹਾਂ ਤੇ ਮੈਂ ਆਪਣੀ ਹੰਕਾਰ ਨੂੰ ਸਾਬਤ ਕਰਨ ਦੇ ਲਈ ਮੈਂ ਨਹੀਂ ਮੰਗਦਾ ਮਾਫੀ। ਪਰ ਗੱਲ ਯਾਦ ਰੱਖਿਓ, ਜਿੱਥੇ ਜਿਹੜੇ ਬੰਦੇ ਦੀ ਗਲਤੀ ਆ, ਉਸ ਨੂੰ ਆਪਣੇ ਨੂੰ ਆਪ ਨੂੰ ਉੱਥੇ ਠੀਕ ਕਰਨਾ ਪਵੇਗਾ। ਨਹੀਂ ਤੇ ਉਹ ਗਲਤੀ ਠੀਕ ਨਹੀਂ ਹੋਣੀ। ਗਲਤੀ ਨੰਬਰ 1 ਆਪਾਂ ਗਲਤੀ ਕੀਤੀ। ਗਲਤੀ ਨੰਬਰ 2, ਜਦੋਂ ਆਪਾਂ ਕਰਕੇ ਗਲਤੀ ਆਪਣੀ ਨੂੰ ਨਹੀਂ ਸੁਧਾਰਦੇ ਫਿਰ ਨਹੀਂ ਸੁਧਰਦੀ। ਇਸ ਲਈ ਆਪਣੇ ਕੋਲ ਆਪਸ਼ਨ ਹੈਗਾ ਵਾ, ਜਦ ਤੱਕ ਸਾਡੇ ਸਰੀਰ 'ਚ ਪ੍ਰਾਣ ਨੇ ਸਾਡੇ ਕੋਲ ਆਪਸ਼ਨ ਹੈ, ਅਸੀਂ ਆਪਣੇ ਆਪ ਨੂੰ ਸਹੀ ਕਰ ਸਕਦੇ। ਉਹ ਕਹਿੰਦਾ ਬੁੱਲਾ ਤੇ ਸ਼ਾਹ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਠੀਕ ਕੀਤਾ। ਮੈਂ ਕੁਛ ਨਹੀਂ ਕੀਤਾ। ਉਹ ਕਹਿੰਦਾ ਮੈਂ ਤਾਂ ਆਪਣੇ ਆਪ ਨੂੰ ਠੀਕ ਕੀਤਾ ਵਾ। ਬਿਲਕੁਲ। ਜਿਹੜੇ ਸੋਚ ਆਉਣ ਕੀਤੇ ਮੈਂ ਬੰਦ ਕਰਤੇ ਆ। ਤੇ ਉਹ ਜਦੋਂ ਮੈਂ ਬੰਦ ਕਰਤੇ ਤੇ ਰੇਡੀਓ ਤੇ ਆਲਰੇਡੀ ਉੱਥੇ ਬੜਾ ਵਧੀਆ ਵੱਜਣ ਦਿਆ ਸੀ, ਨਾਦ ਵੱਜਣ ਦਿਆ ਸੀ, ਉਹ ਮੈਨੂੰ ਸੁਣਾਈ ਦੇਣ ਡਿਆ ਪਿਆ। ਇਹਨਾਂ ਤੇ ਫਰਕ ਹੈ। ਹਾਂਜੀ ਨਿੱਜਰ ਸਾਹਿਬ। ਅੱਗੇ ਹੁਣ ਦੇਖੋ ਕਬੀਰ ਜੀ, ਇਹ ਅੱਗੇ ਚੱਲ ਰਿਹਾ ਹੈ ਸਬਜੈਕਟ ਜਿਹੜਾ ਹੈਗਾ। ਕਬੀਰ ਜੀ ਕਹਿੰਦੇ ਜਦ ਸਹੀ ਤੈਨੂੰ ਗਿਆਨ ਲੱਭ ਗਿਆ, ਸਹੀ ਗਾਈਡ ਮਿਲ ਗਿਆ, ਤੇ ਫਿਰ ਕਹਿੰਦੇ ਆ ਕਿ ਮੇਰੇ ਕੋਲ ਜਿਹੜਾ ਹੈਗਾ ਬਾਪ ਦਿਲਾਸਾ ਮੇਰੋ ਕੀਨਾ ਆਸਾ, ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਕਹਿੰਦੇ ਮੇਰੇ ਪਿਓ ਨੇ ਮੈਨੂੰ ਜਿਹੜਾ ਹੈਗਾ ਹੌਸਲਾ ਦਿੱਤਾ। ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ, ਮੇਰੀ ਸੇਜਾ ਸੁਖਾਲੀ ਹੋ ਗਈ। ਕਹਿੰਦੇ ਮੇਰੇ ਅੰਦਰ ਚੈਨ ਆ ਗਿਆ। ਮੁਖ ਅੰਮ੍ਰਿਤ ਦੀਨਾ, ਮੈਨੂੰ ਨਾਮ ਪਰਮੇਸ਼ਰ ਦਾ ਦਿੱਤਾ। ਮੈਨੂੰ ਜਪਣ ਦੇ ਵਾਸਤੇ ਜਿਹੜਾ ਹੈਗਾ, ਮੈਨੂੰ ਧਿਆਨ ਸਿਮਰਨ ਕਰਨ ਦੇ ਵਾਸਤੇ ਜਿਹੜਾ ਹੈਗਾ, ਉਹ ਗੁਰੂ ਨੇ ਉਹ ਮੇਰੇ ਅੰਦਰ ਜਿਹੜਾ ਹੈਗਾ, ਮੈਨੂੰ ਸਹੀ ਰਸਤਾ, ਮੇਰੇ ਗਾਈਡ ਨੇ ਮੈਨੂੰ ਸਹੀ ਰਸਤਾ ਦੱਸ ਦਿੱਤਾ। ਤਿਸ ਬਾਪ ਕੋ ਕਿਉਂ ਮਨੋਂ ਵਿਸਾਰੀ। ਉਹਨੇ ਦੱਸਿਆ ਕਿ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹਨੂੰ ਤੂੰ ਬਾਹਰ ਲੱਭਦਾ ਆ, ਜਿਹਦਾ ਇੱਧਰ ਉੱਧਰ ਠੇਡੇ ਖਾ ਰਿਹਾ ਆ, ਉਹ ਤਾਂ ਤੇਰੇ ਅੰਦਰ ਹੈਗਾ। ਉਹ ਪਿਓ ਤਾਂ ਤੇਰੇ ਅੰਦਰ ਆ, ਤੂੰ ਤਾਂ ਉਹਦੇ ਅੰਦਰ ਹੀ ਹੈਗਾ ਆ। ਤਿਸ ਬਾਪ ਕੋ ਕਿਉਂ ਮਨੋਂ ਵਿਸਾਰੀ। ਕਿਉਂ ਮੈਂ ਹੁਣ ਕਹਿੰਦੇ ਉਹਨੂੰ ਆਪਣੇ ਮਨ ਤੋਂ ਵਿਸਾਰ ਦੇਵਾਂ। ਆਗੇ ਗਿਆ ਨਾ ਬਾਜੀ ਹਾਰੀ। ਮੈਂ ਅੱਗੇ ਜਾ ਕੇ ਬਾਜੀ ਥੋੜੀ ਨਾ ਹਾਰਨੀ ਆ। ਮੈਂ ਜਿਹੜਾ ਹੈਗਾ ਜਾ ਕੇ ਫਿਰ ਜੂਨਾਂ ਦੇ ਵਿੱਚ ਪੈਣਾ ਹੈ। ਮੂਈ ਮੇਰੀ ਮਾਈ ਹਉ ਖਰਾ ਸੁਖਾਲਾ। ਕਹਿੰਦੇ ਮੇਰੀ ਮਾਂ ਜਿਹੜੀ ਸੀਗੀ, ਇਹ ਮਾਇਆ ਜਿਹੜੀ ਸੀਗੀ, ਮੇਰਾ ਮਨ ਜਿਹੜਾ ਹੈਗਾ, ਇਹ ਮਾਇਆ ਦਾ ਬੱਚਾ ਜਿਹੜਾ ਬਾਰ-ਬਾਰ ਮਾਂ 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 ਕਰਦਾ ਫਿਰਦਾ ਸੀਗਾ। ਮਾਂ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਂ ਆਹ ਸਵਾਦ ਲੈਣਾ, ਆਹ ਖਾਣਾ ਹੈ, ਆਹ ਭੋਗਣਾ ਹੈ। ਕਹਿੰਦੀ ਉਹ ਮਾਂ ਵੀ ਮਰ ਗਈ ਹੈ ਮੇਰੀ। ਮੂਈ ਮੇਰੀ ਮਾਈ ਹਉ ਖਰਾ ਸੁਖਾਲਾ। ਮੈਂ ਬੜਾ ਸੌਖਾ ਹੋ ਗਿਆ। ਕਹਿੰਦੇ ਜਦ ਦੀ ਮੈਂ ਉਹ ਮਾਇਆ ਮਾਂ ਕਰਨਾ ਬੰਦ ਕੀਤਾ, ਤਦ ਦਾ ਮੈਂ ਕਹਿੰਦੇ ਬੜਾ ਸੌਖਾ ਹੋ ਗਿਆ।
ਪਹਿਰੋਂ ਨਹੀਂ ਦਗਲੀ ਲਗੇ ਨਾ ਪਾਲਾ ਰਹਾਓ। ਕਹਿੰਦੇ ਹੁਣ ਮੈਂ ਜਿਹੜਾ ਹੈਗਾ ਇਹ ਦੁਬਾਰਾ ਜਿਹੜਾ ਹੈਗਾ ਸਰੀਰ ਨਹੀਂ ਲੈਣਾ, ਇਹ ਦਗਲੀ ਜਿਹੜੀ ਹੈ ਦੁਬਾਰਾ ਨਹੀਂ ਲੈਣੀ, ਇਹ ਕੰਬਲੀ ਇਹ ਸਰੀਰ ਜਿਹੜਾ ਹੈਗਾ ਕਹਿੰਦੇ ਮੈਨੂੰ ਹੁਣ ਪਾਲਾ ਨਹੀਂ ਲੱਗਣਾ। ਪਹਿਰੋਂ ਨਹੀਂ ਦਗਲੀ ਲਗੇ ਨਾ ਪਾਲਾ, ਕਹਿੰਦੇ ਮੈਨੂੰ ਨਹੀਂ ਹੁਣ ਪਾਲਾ ਲੱਗਣਾ ਭਾਈ, ਹੁਣ ਮੇਰਾ ਜਿਹੜਾ ਹੈਗਾ ਐਸੇ ਸਰੀਰ ਦੇ ਵਿੱਚ ਹੀ ਜਿਹੜਾ ਹੈਗਾ ਮੈਂ ਆਪਣਾ ਕੰਮ ਕਰ ਲੈਣਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ ਫੇਰ ਉੱਪਰੋਂ ਸਮਝਾ ਰਹੇ ਨੇ, ਬਾਪ ਦਿਲਾਸਾ ਮੇਰੋ ਕੀਨਾ। ਹਾਂਜੀ, ਉਹ ਕਹਿੰਦੇ ਕਿ ਉਹਨਾਂ ਨੇ ਮੈਨੂੰ ਦਿਲਾਸਾ ਦਿੱਤਾ ਤੇ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ। ਤੇ ਹੁਣ ਉਹ ਜਿਹੜਾ ਮੇਰਾ ਸੇਜ ਹੈ, ਮੇਰੀ ਸੁਖਾਲੀ ਹੋ ਗਈ। ਇੱਥੇ ਸਰੀਰ ਦੀ ਗੱਲ ਕਰਦੇ, ਕਿਹਦੀ ਗੱਲ ਕਰਦੇ ਆ ਜੈਸਾ? ਸੇਜ ਸੁਖਾਲੀ ਦਾ ਮਤਲਬ ਹੈਗਾ ਕਿ ਮੇਰੇ ਅੰਦਰ ਜਿਹੜਾ ਹੈਗਾ ਮੇਰੀ ਸੇਜਾ ਜਿਹੜੀ ਹੈਗੀ ਆ, ਪਹਿਲਾਂ ਉਹਦੇ ਅੰਦਰ ਤ੍ਰਿਸ਼ਨਾ ਸੀਗੀ, ਪੂਰੀ ਅੱਗ ਲੱਗੀ ਹੋਈ ਸੀਗੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ। ਹੁਣ ਜਿਹੜਾ ਹੈਗਾ ਸੌਖੀ ਹੋ ਗਈ, ਉਹ ਬੁਝ ਗਈ ਤੇ ਸੁੱਖ ਆ ਗਿਆ। ਤੇ ਉਹ ਕਿਵੇਂ ਆ ਗਿਆ? ਕਹਿੰਦੇ ਨਾਮ ਅਭਿਆਸ ਦੇ ਨਾਲ, ਧਿਆਨ ਸਿਮਰਨ ਦੇ ਨਾਲ, ਮੁਖੇ ਅੰਮ੍ਰਿਤ ਦੀਨਾ। ਹਾਂਜੀ ਵੀਰ। ਕਹਿੰਦੇ ਕਿ ਮੈਂ ਬੰਦਗੀ ਕੀਤੀ ਹੈ ਤੇ ਮੇਰਾ ਜਿਹੜਾ ਜੀਵਨ ਬਦਲ ਗਿਆ, ਔਖਾ ਹੋ ਗਿਆ। ਮੈਂ ਥੋੜਾ ਜਿਹਾ ਨਾ ਜੀਵਨ ਦੇ ਵਿੱਚ ਵੇਖਿਆ ਕਿ ਜੀਵਨ ਸਰਲ ਹੋ ਗਿਆ। ਬੜਾ ਉਲਝਿਆ ਸੀ, ਕਿਤੇ ਮੈਂ ਸੋਚਦਾ ਸਾਂ ਮੈਂ ਆਹ ਕਰਾਂ, ਮੈਂ ਆਹ ਕਰਾਂ, ਮੈਂ ਆਹ ਕਰਾਂ। ਉਹ ਜਿਹੜੀ ਮੇਰੀ ਉਲਝਣਾ ਖਤਮ ਹੋ ਗਈਆਂ, ਸੁਖਾਲਾ ਹੋ ਗਿਆ। ਹੁਣ ਕੋਈ ਕੰਮ ਦੇਖਿਆ ਨਹੀਂ ਤੁਸੀਂ, ਕੋਈ ਕੰਮ ਬੜਾ ਔਖਾ ਹੁੰਦਾ, ਜਿੱਦਾਂ ਆਪਣੇ ਕੰਨ ਨੂੰ ਫੜਨਾ ਹੋਵੇ ਤੇ ਪਿੱਛੋਂ ਘੁਮਾ ਕੇ ਵੀ ਫੜ ਸਕਦੇ ਹਾਂ ਆਪਾਂ। ਇੱਕ ਤਰੀਕਾ ਹੈਗਾ, ਆਪਾਂ ਸਿੱਧਾ ਵੀ ਫੜ ਸਕਦੇ ਹਾਂ। ਤੇ ਉਹ ਜਿਹੜਾ ਉਲਟਾ ਪੁਲਟਾ ਤਰੀਕਾ ਦੱਸਣ ਦੀ, ਉਹ ਸਾਰਾ ਛੱਡਦਾ ਜਿਹੜਾ ਮੈਨੂੰ ਵਹਿਮਾਂ ਭਰਮਾਂ ਚ ਪਾਇਆ ਸੀ। ਜਦੋਂ ਮੈਂ ਸਹੀ ਤਰੀਕੇ ਨਾਲ ਚੱਲਣਾ ਸ਼ੁਰੂ ਕੀਤਾ ਤੇ ਮੇਰਾ ਜੀਵਨ ਸਰਲ ਹੋ ਗਿਆ, ਬੜਾ ਸੁਖਾਲਾ ਹੋ ਗਿਆ ਤੇ ਮੈਨੂੰ ਅੰਮ੍ਰਿਤ ਦੀ ਵੀ ਪ੍ਰਾਪਤੀ ਹੋਈ। ਬਿਲਕੁਲ। ਤਿਸ ਬਾਪ ਕੋ ਕਿਉਂ ਮਨੋ ਵਿਸਾਰੀ, ਕਹਿੰਦੇ ਐਸੇ ਮਾਲਕ ਪਰਮਾਤਮਾ ਦੀ ਜਿਹਦੇ ਮੈਨੂੰ ਜਿਹੜਾ ਹੈਗਾ ਮੇਰੇ ਗੁਰੂ ਨੇ ਜਿਹੜੇ ਮਾਲਕ ਪਰਮਾਤਮਾ ਦੀ ਮੈਨੂੰ ਭਗਤੀ ਦੱਸੀ ਆ, ਮੈਨੂੰ ਦੱਸਿਆ ਵੀ ਇਹ ਹੈਗਾ ਸਾਰਿਆਂ ਦਾ ਪਿਓ ਭਾਈ। ਕਹਿੰਦੇ ਉਸ ਨੂੰ ਹੁਣ ਮੈਂ ਕਿਉਂ ਮਨ ਤੋਂ ਵਿਸਾਰਦਾ, ਕਿਉਂ ਨਾ ਮੈਂ ਉਹਦਾ ਧਿਆਨ ਸਿਮਰਨ ਕਰਾਂ। ਆਗੇ ਗਿਆ ਨਾ ਬਾਜੀ ਹਾਰੀ, ਮੈਂ ਹੁਣ ਬਾਜੀ ਥੋੜੀ ਨਾ ਹਾਰਨੀ ਹੈ ਬਈ ਜਿਹੜਾ ਸਰੀਰ ਤੋਂ ਬਾਅਦ ਵੀ ਦੁਬਾਰਾ ਮੈਂ ਜਿਹੜਾ ਜੂਨਾਂ ਚ ਪੈਣਾ ਹੈ, ਸਰੀਰ ਲੈਣਾ ਹੈ। ਹਾਂਜੀ ਵੀ। ਹਾਂਜੀ ਠੀਕ ਹੈ ਜੀ। ਫਿਰ ਇੱਥੇ ਇਹ ਸਮਝਾ ਰਹੇ ਨੇ ਕਿ ਜਿਹੜਾ ਗਿਆਨ ਮਿਲਿਆ, ਮੈਂ ਉਹਦੀ ਗੰਢ ਬੰਨ ਲਈ ਆਪਣੇ ਜੀਵਨ ਚ ਤੇ ਮੈਂ ਉਹ ਤੁਰ ਪਿਆ। ਮੈਂ ਹੁਣ ਇਹ ਨਹੀਂ ਕਿ ਥਾਂ ਭਟਕਦਾ ਫਿਰਦਾ। ਬਿਲਕੁਲ। ਜੇ ਮੈਂ ਇੱਥੋਂ ਛੱਡ ਕੇ ਗਾਂਹ ਵੀ ਤੁਰਿਆ ਜਾਂਦਾ ਵਾ ਜਿੱਥੋਂ ਮੈਨੂੰ ਗਿਆਨ ਦੀ ਪ੍ਰਾਪਤੀ ਹੋਈ, ਤੇ ਫਿਰ ਕਹਿੰਦਾ ਮੈਂ ਅੱਗੇ ਜਾ ਕੇ ਬਾਜੀ ਹਾਰ ਸਕਦਾ, ਮੈਂ ਇਹੋ ਜਿਹਾ ਕੰਮ ਨਹੀਂ ਕਰਾਂ। ਬਿਲਕੁਲ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਗਿਆਨ ਜਿਹੜਾ ਮਿਲਿਆ, ਹੁਣ ਗਿਆਨ ਦਾ ਮਤਲਬ ਵੇਖੋ, ਗਿਆਨ ਵਿੱਚ ਤਾਂ ਆਪਣੇ ਗਰੁੱਪ ਚ ਕਈ ਭੱਜ ਜਾਂਦੇ ਨੇ। ਇੰਨਾ ਸੱਚਾ ਗਿਆਨ ਬਾਣੀ ਦਾ ਚੱਲਣ ਦਿਆ ਤੇ ਇਹਦੇ ਬਾਵਜੂਦ ਹੀ ਉਹਨਾਂ ਦਾ ਮਨ ਕਿੱਥੇ ਮੰਨਣ ਦਿੰਦਾ ਉਹਨਾਂ ਨੂੰ। ਬਿਲਕੁਲ। ਪਰ ਉਹ ਵਿਚਾਰੇ ਸੋਚ ਨਹੀਂ ਪਾਉਂਦੇ, ਉਹਨਾਂ ਦੀ ਪਤਾ, ਉਹ ਸੋਚਦੇ ਸਹੀ ਆ ਆਪਣੇ ਆਪ ਨੂੰ, ਉਹ ਥੋੜੀ ਕਹਿੰਦੇ ਗਲਤ ਆ। ਉਹ ਤਾਂ ਕਹਿੰਦੇ ਆ ਕਿ ਇਹ ਲੋਕ ਗਲਤ ਹੈਗੇ, ਇਹ ਤਾਂ ਲੋਕਾਂ ਨੂੰ ਸੜਾ ਰਹੇ, ਆਪ ਸੁੱਤੇ ਆ ਲੋਕਾਂ ਨੂੰ ਸੜਾ ਰਹੇ। ਹਾਂ, ਕਿਉਂ ਸੜਾ ਰਹੇ ਨੇ? ਕਿਉਂਕਿ ਉਹ ਜਿੱਦਾਂ ਦੀ ਕਹਿੰਦੇ ਜੈਸੀ ਦ੍ਰਿਸ਼ਟੀ ਜੈਸੀ ਬਿਰਤੀ ਤੈਸੀ ਦ੍ਰਿਸ਼ਟੀ। ਉਹ ਜਿੱਦਾਂ ਦੀ ਤੁਹਾਡੇ ਅੰਦਰ ਤੁਹਾਡੀ ਜਿਹੜੀ ਬਿਰਤੀ ਹੈ, ਤੁਹਾਡੀ ਦ੍ਰਿਸ਼ਟੀ ਅੱਖਾਂ ਚ ਉਹ ਚੀਜ਼ ਦੇਖੋਗੀ ਤੁਹਾਨੂੰ। ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਉਹ ਜਿਹੜਾ ਤੁਹਾਡਾ ਲੈਂਜ ਲੱਗੀ, ਅੰਦਰ ਲੈਂਜ ਲੱਗਾ, ਉਹ ਲੈਂਜ ਦੇ ਅੰਦਰ ਜੋ ਵੀ ਕੁਝ ਲੱਗਾ ਨਾ, ਚੀਜ਼ ਤੇ ਉਹੀ ਦਿਖਣੀ ਹੈ ਤੁਹਾਨੂੰ ਸੰਸਾਰ ਚੋਂ। ਤੇ ਅੰਮ੍ਰਿਤ ਕੀ ਕਰਦਾ ਹੈ? ਨਾਮ ਰੂਪੀ ਅੰਮ੍ਰਿਤ ਸਭ ਤੋਂ ਪਹਿਲਾਂ ਉਸ ਲੈਂਜ ਨੂੰ ਸਹੀ ਕਰਦਾ ਹੈ। ਉਹ ਲੈਂਜ ਪਤਾ ਕੀ ਹੈਗਾ ਜੀ? ਤੁਹਾਡਾ ਮਨ। ਬਿਲਕੁਲ। ਮਨ ਮੈਲੇ ਤੇ ਸਭ ਕੁਝ ਮੈਲਾ। ਬਿਲਕੁਲ ਸਹੀ ਗੱਲ ਹੈ। ਸਭ ਕੁਝ ਦਾ ਮਤਲਬ ਪਤਾ ਕੀ? A to Z। ਜੋ ਵੀ ਕਰੋਗੇ ਮੈਲਾ ਹੋ ਜਾਣਾ, ਤੁਸੀਂ ਖੁਦ ਤੇ ਮੈਲਾ। ਹੁਣ ਇੱਕ ਬਰਤਨ ਗੰਦਾ ਹੋ ਗਏ, ਤੁਸੀਂ ਇੱਕ ਚੀਜ਼ ਨੂੰ ਜਸਟ ਆਪਾਂ ਮਨ ਨੂੰ ਛੱਡ ਦਈਏ, ਇੱਕ ਗੰਦਾ ਬਰਤਨ ਹੈ, ਤੁਸੀਂ ਉਹ 'ਚ ਦੁੱਧ ਪਾਓਗੇ ਤੇ ਉਹ ਚੰਗਾ ਰਹੂਗਾ? ਦੱਸੋ। ਦੁੱਧ ਕੀ ਗੋਰਖੀ ਸਾਹਿਬ, ਉਹਦੇ ਵਿੱਚ ਜੋ ਮਰਜੀ ਪਾ ਲਓ, ਸਾਰਾ ਗੰਦਾ ਹੋ ਜਾਣਾ। ਤੇ ਫਿਰ ਮਨ ਮੈਲਾ ਹੈ ਤੇ ਉੱਥੇ ਆਪਾਂ ਕਿੱਥੋਂ ਸੋਚਦੇ ਹਾਂ ਕਿ ਭਗਤਾਰੀ ਆਪਾਂ ਸੇਵਾ ਕੀਤੀ ਆ, ਦਾਨ ਕੀਤਾ, ਪੁੰਨ ਕੀਤਾ। ਉਹ ਤੇ ਅੰਦਰੋਂ ਉਹੀ ਲੱਭਦਾ ਜੋ ਦੇ ਅੰਦਰ ਹੈਗਾ। ਬਿਲਕੁਲ। ਉਹ ਦਾਨ ਵੀ ਕਰਦੇ ਆ ਨਾ, ਉਹਦੇ ਪਿੱਛੇ ਉਹਦਾ ਕੋਈ ਮਤਲਬ ਹੈ। ਪਰ ਦੇਖਦਾ ਉਦਾਂ ਪਿਆ ਉਹ ਦਾਨ ਕਰਦਾ। ਇਸੇ ਕਰਕੇ ਵੇਖੋ ਇਹਦੇ ਲੋਕ ਇੱਥੇ ਦਾਨ ਕਰਦੇ, ਕਿੱਡੀਆਂ ਵੱਡੀਆਂ ਪ੍ਰਾਪਰਟੀਆਂ ਦਾਨ ਕਰ ਜਾਂਦੇ ਨੇ, ਪਰ ਉਹਨਾਂ ਦੇ ਮਗਰ ਉਹਨਾਂ ਦੇ ਸਵਾਰਥ ਹੁੰਦੇ। ਇਸੇ ਕਰਕੇ ਸਾਨੂੰ ਕਬੀਰ ਜੀ ਸਮਝਾ ਰਹੇ ਨੇ ਕਿ ਉਹ ਜਿਹੜਾ ਗਿਆਨ ਮਿਲ ਜੀ, ਉਹ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਹਨਾ, ਜੇ ਕੋ ਪਾਵੇ ਤਿਲ ਕਾ ਮਾਨ। ਉਹ ਤਿਲ ਜਿੰਨਾ ਵੀ ਮਾਨ ਨਹੀਂ ਮਿਲਦਾ ਉਹਦਾ। ਬਿਲਕੁਲ। ਹਾਂ, ਕਿਉਂਕਿ ਉਹ ਮਾਨ ਤੇ ਫਿਰ ਉਹ
ਉਹ ਤੇ ਕਹਿੰਦੇ ਜਿਹੜਾ ਦਾਨ ਕਰਨਾ ਉਹ ਤੇ ਸੱਜੇ ਹੱਥ ਨਾਲ ਕੀਤਾ ਹੋਵੇ ਤੇ ਖੱਬੇ ਹੱਥ ਨੂੰ ਪਤਾ ਨਾ ਲੱਗੇ। ਇਹ ਜਿਹੜਾ ਦਾਨ ਕਰਦੇ ਇਹਦੀ ਆਪਾਂ ਚ ਉਹਦੇ ਫੋਟੋਆਂ ਵੀ ਆਉਣ ਅਖਬਾਰ 'ਚ, ਲੋਕੀ ਮੈਨੂੰ ਕਹਿਣ ਕਿ ਫਲਾਨਾ ਬੰਦਾ ਬੜਾ ਦਾਨੀ। ਹੁਣ ਆਪਾਂ ਲੋਕ ਦੇਖੀਏ ਤੇ ਆਪਣੇ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਇਹ ਨਹੀਂ ਮਹਿਸੂਸ ਕਰਦੇ, ਜਿਹੜਾ ਬੰਦਗੀ ਕਰਦੇ ਆ ਨਾ, ਕਹਿੰਦੇ ਭੋਜਨ ਭਜਨ ਔਰ ਨਾਰੀ, ਇਹ ਤਿੰਨੇ ਪਰਦੇ ਦੇ ਅਧਿਕਾਰੀ। ਕਿਉਂਕਿ ਉਹ ਕਹਿੰਦੇ ਬੰਦਗੀ ਕਰਨੀ ਉਸ ਟਾਈਮ ਤੇ ਕਰੀ ਤੈਨੂੰ ਕੋਈ ਵੇਖੇ ਨਾ, ਪਰਦੇ ਨਾ ਕਰ। ਰੋਟੀ ਵੀ ਖਾਣੀ ਆ, ਕਹਿੰਦੇ ਇਹਨੂੰ ਕੀ ਪਤਾ ਤੂੰ ਭਾਵੇਂ ਲੂਣ ਨਾ ਖਾ, ਪਰਦੇ ਨਾ ਖਾਵੀਂ। ਕਹਿੰਦੇ ਕਿ ਜੇ ਜਨਾਨੀ ਹੈਗੀ ਆ ਉਹ ਵੀ ਪਰਦੇ 'ਚ ਰੱਖੋ ਉਹਨੂੰ। ਦੇਖੋ ਇਹ ਪਰਦੇ ਦਾ ਮਤਲਬ ਇਹ ਨਹੀਂ ਕਿ ਉਹ ਮਤਲਬ ਆਪਾਂ ਉੱਥੇ ਕੰਬਲ ਪਾ ਦੇਣਾ ਵਾ। ਪਰਦੇ ਦਾ ਮਤਲਬ ਇਹ ਆ ਕਿ ਕਿਸੇ ਵੀ ਚੀਜ਼ ਦੀ ਨੁਮਾਇਸ਼ ਨਹੀਂ ਕਰਨੀ। ਬਿਲਕੁਲ। ਉਹਨੂੰ ਆਪਾਂ ਜਦੋਂ ਦੇਖੀਏ ਕੋਈ ਵੀ ਚੀਜ਼ ਆਪਾਂ ਨੁਮਾਇਸ਼ ਕਰਦੇ ਹਾਂ ਤੇ ਉਹ ਕੋਈ ਚੰਗੀ ਚੀਜ਼ ਨਹੀਂ ਆ। ਉਹਨੂੰ ਦਿਖਾਵਾ ਕਹਿੰਦੇ ਆ, ਦਿਖਾਵਾ ਤਾਂ ਬਹੁਤ ਮਾੜੀ ਚੀਜ਼ ਆ। ਹਾਂ ਠੀਕ ਆ, ਆਪਾਂ ਨੂੰ ਰੱਬ ਨੇ ਚੀਜ਼ ਦਿੱਤੀ, ਉਹਨੂੰ ਆਪਾਂ ਹਜਮ ਕਰੀਏ, ਬਰਦਾਸ਼ਤ ਕਰੀਏ, ਤੇ ਜੇ ਆਪਾਂ ਉਹਦੀ ਨੁਮਾਇਸ਼ ਕਰਾਂਗੇ ਤੇ ਉਹ ਇੱਕ ਚੰਗੀ ਚੀਜ਼। ਸੋ ਇੱਥੇ ਆਪਾਂ ਨੂੰ ਸੋਚਣ ਦੀ ਲੋੜ ਆ। ਇੱਥੇ ਫੇਰ ਉਹ ਕਹਿ ਰਹੇ ਨੇ ਕਿ ਜਿਹੜੀ ਮੈਨੂੰ ਗਿਆਨ ਦੀ ਜਿਹੜੀ ਘੁੰਡੀ ਮਿਲੀ, ਉਹ ਦੇਖੋ ਇਹ ਗਿਆਨ ਦੀ ਘੁੰਡੀ ਪਤਾ ਕਿੱਥੇ ਆ? ਬਾਣੀ ਦੇ ਵਿੱਚ ਹੈਗੀ ਆ। ਤੇ ਜੇ ਆਪਾਂ ਫੇਰ ਉਹਨੂੰ ਛੱਡ ਕੇ ਫੇਰ ਆਪਾਂ ਆਪਣੇ ਮਨ ਦੀ ਸੁਣੀਏ ਤੇ ਅਗਲੀ ਤੁਕ ਚੋਂ ਕਹਿੰਦੇ ਨੇ ਕਿ मैं जैसा फिर दोबारा बोलो अगले के। हाँ, तिस बाप को क्यों मनो विसारी, आगे गया ना बाजी आ रही, मुई मेरी माई हाँ खरा सुखाला। कहते इनू तो मेरी माया जी मेरी माँ बनी हुई सी, कहते उस मेरी माँ तो मैनू छुड़ा दिता। मुई मेरी माई हाँ खरा सुखाला, मैं तो कहते खरा सुखाला हो गया। नहीं तो मेरा मन जिहड़ा सीगा वो तो माँ माँ करदा ही घूमदा सी 24 घंटे 24/7 जिहड़ा है बस आ चाहिदा आ चाहिदा आ चाहिदा, पैरों नहीं दगली लगे ना पाला। कहते हुण मैं जिहड़ा हैगा ये शरीर मैनू दोबारा हुण आ शरीर की लोड़ नहीं है, दोबारा मैनू जिहड़ा हैगा संसार दे विच आके जिहड़ा हैगा ये जिहड़ी है गेम जिहड़ी हैगी दोबारा खेडण की लोड़ नहीं हैगी मैनू। रहाओ। हाँ जी हाँ बिल्कुल ठीक है। साध संगत जी एक गल याद रखनी, आपने थोड़ा समा जो बंदगी की ना, बहुत औखा है, बहुत औखा है किसी औगण नूं तुहानू अपने वाल प्रभावित कर लेना। देखो पता की हुंदी है, जिवें जिवें तुहाडा ध्यान एकाग्र होया ना, तुहानू पता लग जाना है कि वह चिकड़ आ रहा है, वह गंदमंद आ रहा है, मैं नहीं उहदे कोल जाना। तुसीं त्याग करोगे उहदा, तुसीं ऐदां नहीं। हुण देखो आप आम तौर ते आपां जिथे मर्जी तुरे फिरदे हैं, पर जो तुसी बंदगी की उचाई थोड़ा जा हथ मारिया ना ते तुहाडे कदम नहीं चलने उधर, कुदरती तुहानू पता लग जाना कि यार इत्थे मैं जाना ही नहीं है। ये इन्ना भी नहीं कहण दी लोड़, तुसी जाण दे बारे सोचना नहीं। निजर साहब रोकना ते बड़ी दूर दी गल। ये तुहाडे अंतराकरण दी अवस्था है। मैं ये तुहानू दसना चाहुंदा, एक तो हुंदा निजर साहब मेरे मन च विचार आ गया तो काम दा, क्रोध दा, लोभ दा, मोह दा, हंकार दा, मैं अपने आप नू रोक लिया, तो तुहाडे अंदर चिंतन ही नहीं आउणा वो चीज दा। जिवें जिवें साडी सुरती जिहड़ी आत्मा तत्त ते स्थिर हुंदी गई, ध्यान साडा एकाग्र हुंदा गया। ध्यान कोई माड़ी चीज नहीं जे, वो सब तो वड्डी गल है। ध्यान जिहदा एकाग्र हो गया, वो बंदा मुक्त हो गया। बिल्कुल। संसार च अपना ध्यान फैलिया होया, तुसीं वेख लो सुरती तुहाडी कित्थे कित्थे पहुंची होई आ। और जिवें जिवें आपां बंदगी करनी आ तेवें तेवें सुरती साडी अंदर सिमट जानी है। और जो ज्योति च जोत रल गई तो गल खत्म हो गई। औखा काम थोड़ी, ये तो बहुत सौखा काम है, पर औखा करना है तो जिन्ना मर्जी औखा कर सकते हैं। हाँ जी निजर साहब अगली तुक बोलो। बल तिस बापै जिन्हें हो जाया। कहते मैं तो बलिहारिया उस मालक परमात्मा तो जिन्हें मैनू चांस दिता है, जिन्हें मैनू जिहड़ा हैगा इस मनुखी शरीर दिता, पंचां ते मेरा संग चुकाया और फिर मैनू जिहड़ा है ब्रह्म ज्ञान मिला दिता। मैनू गुरु गाइड मिला दिते, मैनू ये गुरु की मत मिल गई मेरे को, ते इहदे नाल इस दे नाल मैं इस रस्ते ते चल के ये काम क्रोध लोभ ओंकार पंज जिहड़े मालक नहीं लाए सीगे, खेड जिहड़ी सीगी मालक दी, कहंदे ओहदे तो मेरा संग भी छड़ा दिता। ये तो मालक दे हैगे ना भाई, मालक दे लाए हुए कुत्ते हैगे, मालक ने आपे ही इन्हां नूं जिहड़ा हैगा खिच लेना है। ਉਹਨੇ ਤਾਂ ਲਾਏ ਆ, ਉਹਨੇ ਛਡਾਉਣੇ ਹੈਗੇ ਆ। ਬਲ ਤਿਸ ਬਾਪ ਹੈ, ਉਸ ਬਾਪ ਤੋਂ ਮੈਂ ਬਲਿਹਾਰ ਜਾਣਾ ਹੈ, ਜਿਨੇ ਹੋ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ, ਪੰਚ ਮਾਰ ਪਾਵਾਂ ਤਲੇ ਦੀਨੇ,
ਕਹਿੰਦੇ ਇਹਨਾਂ ਨੂੰ ਤਾਂ ਮੇਰੇ ਕੰਟਰੋਲ 'ਚ ਕਰਤਾ ਮਾਲਕ ਪਰਮਾਤਮਾ ਨੇ, ਚੁੱਪ ਕਰਕੇ ਬੈਠੇ ਐ। ਕਹਿੰਦੇ ਹੱਥ ਜੋੜਦੇ ਆ, ਕਹਿੰਦੇ ਵੀ ਸਾਨੂੰ ਰਹਿਣ ਦੇ ਇੱਥੇ, ਤੇਰੇ ਕੰਮ ਆਵਾਂਗੇ, ਕਿਤੇ ਤੈਨੂੰ ਲੋੜ ਪਈ ਤੇ ਸਾਨੂੰ ਹੁਕਮ ਕਰੀ, ਅਸੀਂ ਜਿਹੜਾ ਹੈਗਾ ਫੱਟ ਦੇਣੀ ਤੈਨੂੰ, ਜਿਹੜਾ ਹੈਗਾ ਤੇਰਾ ਕੰਮ ਕਰ ਦਾਂਗੇ। ਪੰਚ ਮਾਰ ਪਾਵਾਂ ਤਲੇ ਦੀਨੇ, ਹਰ ਸਿਮਰਨੇ ਮੇਰਾ ਮਨ ਤਨ ਭੀਨੇ। ਕਹਿੰਦੇ ਸਾਰਾ ਕੁਝ ਕਿਵੇਂ ਹੋ ਗਿਆ? ਕਹਿੰਦੇ ਸਿਮਰਨ ਦੇ ਨਾਲ ਹੋ ਗਿਆ। ਮੇਰਾ ਮਨ ਵੀ ਔਰ ਤਨ ਵੀ ਮੇਰਾ ਪੂਰੀ ਤਰ੍ਹਾਂ ਭਿੱਜ ਗਿਆ ਭਾਈ। ਮਨ ਜਿਹੜਾ ਮਾਇਆ ਦਾ ਗੁਲਾਮ ਸੀਗਾ, ਇਹ ਪੰਜਾਂ ਦਾ ਗੁਲਾਮ ਸੀਗਾ, ਹੁਣ ਇਹਨਾਂ ਨੂੰ ਆਪਣੇ ਗੁਲਾਮੀ 'ਚ ਲੈ ਲਿਆ। ਮਾਇਆ ਹੁਣ ਹੱਥ ਜੋੜ ਕੇ ਖੜੀ ਹੋ ਗਈ। ਹਾਂਜੀ ਵੀਰ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਗਿਆਨ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਿਹਦਾ ਮੈਂ ਚਾਹਿਆ। ਹੁਣ ਗਿਆਨ ਹੀ ਤੇ ਆਪਣੇ ਕੋਲ ਹੁੰਦਾ, ਦੁਬਾਰਾ ਜਨਮ ਹੁੰਦਾ ਬੰਦੇ ਦਾ। ਬਿਲਕੁਲ ਜਦ ਆਪਾਂ ਨੂੰ ਗਿਆਨ ਮਿਲਿਆ ਉਦੋਂ ਆਪਣਾ ਪਹਿਲਾ ਦਿਨ ਹੈ ਜਨਮ ਦਾ, ਉਦੋਂ ਆਪਣਾ ਜਨਮ ਹੈ, ਅਸਲੀ ਜਨਮ ਉਦੋਂ ਹੋਇਆ। ਹਾਂ ਦੇਖੋ, ਜਨਮ ਤੁਹਾਡਾ ਇਹ ਨਾ ਸੋਚੋ ਕਿ ਜਨਮ ਹੋਇਆ, ਇਹ ਜਨਮ ਤੇ ਉਦੋਂ ਹੋਊਗਾ ਜਦੋਂ ਤੁਹਾਡੇ ਪੱਲੇ ਕੁਝ ਪੈ ਜਾਊਗਾ। ਬਸ ਖਾਲੀ ਬਰਤਨ ਦੀ ਕੋਈ ਕੀਮਤ ਨਹੀਂ, ਜੋ ਉਹਨੂੰ ਕੋਈ ਜਨਮ ਨਹੀਂ ਕਹਿੰਦੇ ਜੇ। ਇਸ ਕਰਕੇ ਜਿਸ ਮਰਨੀ ਦੀ ਗੱਲ ਕਰਦੇ ਆ ਉਹਨੂੰ ਕਹਿੰਦੇ ਅਸਲੀ ਜਨਮ ਆ। ਜਿਹਦੇ ਪੱਲੇ ਪੈ ਗਿਆ, ਜਿਹਨੇ ਕੁਛ ਲੱਭ ਲਿਆ। ਬਾਕੀ ਸਾਰੇ ਉਹ ਕਹਿੰਦੇ ਬਾਕੀ ਕਿਹੜੇ ਨੇ? ਉਹ ਕਹਿੰਦੇ ਬਾਕੀ ਤੇ ਸਾਰੀਆਂ ਕੁਆਰੀਆਂ ਹੀ ਆ। ਉਹ ਬਾਕੀਆਂ ਦੇ ਪੱਲੇ ਕੁਛ ਨਹੀਂ ਜੋ ਪਿਆ, ਉਹ ਤੇ ਐਵੇਂ ਲੰਘ ਗਏ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਹ ਸਰੀਰ ਕੀ ਆ। ਵੇਖੋ ਕਿੱਦਾਂ ਦੁਨੀਆ ਜੱਲੀ ਤੇ ਮੱਲੀ ਮੱਜੀ ਪਈ, ਦੁਨੀਆ ਭੱਜੀ ਫਿਰਦੀ ਆ, ਔਰ ਪਤਾ ਹੀ ਨਹੀਂ ਬੰਦੇ ਨੇ ਕਿੱਥੇ ਜਾਣਾ। ਇਹ ਤੇ ਵਿਚਾਰੇ ਦਲਦਲ 'ਚ ਬੜੇ ਬੈਠੇ ਨੇ, ਪਤਾ ਹੀ ਕੁਛ ਨਹੀਂ। ਕੋਈ ਸੁੱਤਾ ਪਿਆ ਵਾ, ਕੋਈ ਪਤਾ ਹੀ ਨਹੀਂ ਜੀਵਨ 'ਚ ਕੀ ਆਏ ਆ, ਇੱਥੇ ਕੀ ਕਰਨਾ ਹੈ। ਇਹ ਥੋੜਾ ਜਿਹਾ ਬੰਦਾ ਵਿਵੇਕ ਰੱਖੇ, ਬੰਦੇ ਨੂੰ ਤਾਂ ਪਤਾ ਲੱਗ ਜਾਂਦਾ ਕਿ ਇਹ ਤੇ ਕਿਰਿਆ ਏਦਾਂ ਦੀ ਆ। ਉਹ ਮੈਂ ਇੱਥੇ ਬੱਚੇ ਪੈਦਾ ਕਰਨ ਵਾਸਤੇ ਆਇਆ ਜਾਂ ਮੈਂ ਕੋਠੀਆਂ ਬਣਾਉਣ ਵਾਸਤੇ ਆਇਆ, ਤੇ ਰਹਿ ਜਾਣਾ ਸਾਰਾ ਕੁਝ ਇੱਥੇ। ਬੱਚਾ ਮੈਂ ਭੋਗਣ ਵਾਸਤੇ ਆਇਆ। ਬਿਲਕੁਲ। ਨਹੀਂ ਯਕੀਨ ਤੇ ਮਗਰ ਥੋੜਾ ਜਿਹਾ ਮੇਰੇ ਮਾਂ ਪਿਓ ਨੇ ਕੀ ਕੀਤਾ ਉਹ ਵੇਖਾਂ, ਜਾਂ ਮੇਰੇ ਦਾਦੇ ਪੜਦਾਦਿਆਂ ਨੇ ਕੀ ਕੀਤਾ ਉਹ ਵੇਖਾਂ, ਕਿ ਉਹਨਾਂ ਦੇ ਪੱਲੇ ਕੁਛ ਪਿਆ ਕਿ ਏਦਾਂ ਦੁਖੀ ਤੱਕੀ ਹੋ ਕੇ ਮਰੇ ਆ। ਜਦੋਂ ਆਪਾਂ ਇਹੋ ਜਿਹਾ ਵਿਵੇਕ ਲਿਆਉਂਦੇ ਆ, ਫਿਰ ਕਹਿੰਦੇ ਗਿਆਨ ਸਾਨੂੰ ਬੰਧਨਾਂ ਤੋਂ ਮੁਕਤ ਕਰਦਾ ਹੈ। ਉਹ ਫਿਰ ਗਿਆਨ ਸਾਨੂੰ ਦੁਬਾਰਾ ਜਨਮ ਦਿੰਦਾ ਹੈ। ਉਹ ਇੱਕ ਵੱਖਰਾ ਜਨਮ ਹੈ। ਜਿਹੜਾ ਪਿਛਲਾ ਜਨਮ ਹੈ, ਤੁਸੀਂ ਤਾਂ ਕਹਿਣਾ ਉਹ ਤਾਂ ਬੇਹੋਸ਼ੀ ਸੀ, ਕੁਛ ਪਤਾ ਨਹੀਂ ਸੀ, ਮੈਂ ਪਤਾ ਨਹੀਂ ਕੀ ਕੀਤਾ, ਪਰ ਮੈਨੂੰ ਹੁਣ ਪਤਾ ਲੱਗ ਗਿਆ। ਮੈਂ ਇਸ ਕਰਕੇ ਗਲਤ ਕਦਮ ਨਹੀਂ ਚੁੱਕਦਾ। ਤੇ ਇਸ ਕਰਕੇ ਕਹਿੰਦੇ ਆ ਕਿ ਪੰਜਾਂ ਤੋਂ ਮੇਰੀ ਜਾਨ ਛੁੱਟ ਗਈ। ਗਿਆਨ ਨੇ ਮੈਨੂੰ ਜਾਨ ਛੁਡਾਤੀ। ਲੋਕੀ ਕਹਿੰਦੇ ਆ ਪੰਜਾਂ ਨੇ ਸਾਨੂੰ ਬੜਾ ਪਰੇਸ਼ਾਨ ਕੀਤਾ ਜੀ, ਕਾਮ ਨੇ ਬੜਾ ਪਰੇਸ਼ਾਨ ਕੀਤਾ, ਕ੍ਰੋਧ ਨੇ ਬੜਾ ਕੀਤਾ, ਪਤਾ ਨਹੀਂ ਲੱਗਦਾ, ਮੋਹ ਨੇ ਬੜਾ ਕੀਤਾ, ਲੋਭ ਨੇ ਕੀਤਾ। ਇਹ ਤੇ ਸੂਖਮ ਹੈਗੇ ਨੇ ਔਗਣ। ਜੇਕਰ ਆਪਾਂ ਚਾਹੀਏ ਨਾ ਇਹਨਾਂ ਨਾਲ ਲੜੀਏ ਤੇ ਲੜ ਕਿੱਥੋਂ ਸਕਾਂਗੇ? ਉਹ ਦੇਖਦੇ ਥੋੜੀ ਹੈਗੇ ਨਿੱਜਰ ਸਾਹਿਬ। ਬਿਲਕੁਲ ਨਹੀਂ ਦੇਖਦੇ। ਉਹਦੇ ਚਿੱਤ 'ਚ ਪ੍ਰਗਟ ਹੁੰਦੇ ਆ, ਬਸ ਉਦੋਂ ਹੀ ਪਤਾ ਲੱਗਦਾ ਜਦੋਂ ਚਾਬੀ ਸਟਾਰਟ ਹੋ ਜਾਂਦੀ। ਸੋ ਇਸੇ ਕਰਕੇ ਕਹਿੰਦੇ ਕਿ ਇਹਨਾਂ ਪੰਜਾਂ ਤੋਂ ਮੈਨੂੰ ਮੁਕਤੀ ਮਿਲ ਗਈ। ਇਹ ਤਾਂ ਹਮਾਰੇ ਵੱਡੇ ਗੁਸਾਈ ਉੱਤੇ ਹਰਿਕਾ ਹਰੇ ਸਿਮਰਤ ਮੇਰਾ ਮਨ ਤਨ ਭੀਨੀ। ਉਹ ਕਹਿੰਦੇ ਕਿ ਇਹ ਜਿਹੜਾ ਸਾਰਾ ਕੁਝ ਮੈਨੂੰ ਪ੍ਰਾਪਤ ਹੋਇਆ ਨਾ, ਇਹ ਕੇਵਲ ਉਦੋਂ ਹੀ ਹੋਇਆ ਜਦੋਂ ਮੈਂ ਪ੍ਰਮਾਤਮਾ ਦੀ ਬੰਦਗੀ ਕੀਤੀ। ਬਿਲਕੁਲ। ਕਿਉਂਕਿ ਗਿਆਨ ਨੇ ਕੀ ਕਹਿਣਾ? ਗਿਆਨ ਨੇ ਤੇ ਕਹਿਣਾ ਜਿੱਥੇ ਤੂੰ ਬੈਠਾ ਇੱਥੇ ਕੁਛ ਨਹੀਂ ਹੈਗਾ, ਉੱਥੇ ਤੇ ਚਿੱਕੜ ਹੈ। ਜਿੱਥੇ ਹੈਗਾ ਹੀ ਉਹ ਇੱਥੇ ਹੀ। ਜੇ ਆਪਾਂ ਗਿਆਨ ਦੀ ਗੱਲ ਮੰਨੀਏ ਤੇ ਫੇਰ ਹੀ ਉਹ ਕਹਿੰਦਾ ਪ੍ਰਮਾਤਮਾ ਦੀ ਬੰਦਗੀ ਹੋਣੀ। ਉਹ ਤਾਂ ਮੁਕਤੀ ਨਹੀਂ ਹੈ, ਬਹੁਤ ਮੁਸ਼ਕਿਲ ਹੈ। ਕਿਉਂਕਿ ਮਾਇਆ ਕੋਈ ਐਵੇਂ ਥੋੜੀ ਕਹਿ ਦੂਗੀ ਕਿ ਬਈ ਲੰਘ ਜਾ ਪ੍ਰਮਾਤਮਾ ਦੇ ਕੋਲ। ਉਸਨੇ ਇੱਕ ਬੈਰੀਅਰ, ਦਰਵਾਜ਼ੇ ਬਣਾਏ ਨੇ, ਔਰ ਉਸਨੇ ਐਸੇ ਦਰਵਾਜ਼ੇ ਬਣਾਏ ਨੇ ਜਿਹੜੀ ਭਾਸ਼ਾ ਸਾਡੀਆਂ ਇੰਦਰੀਆਂ ਸਮਝਦੀਆਂ ਨੇ। ਤੁਸੀਂ ਇਹ ਚੀਜ਼ ਦੇਖੋ। ਮੈਂ ਇੱਕ ਚੀਜ਼ ਆਪ ਜੀ ਨੂੰ ਛੋਟੀ ਜਿਹੀ ਗੱਲ ਸਮਝਾਵਾਂ, ਜੇ ਤੁਹਾਡੇ ਦਿਮਾਗ 'ਚ ਪੈ ਜੇ। ਜਿਹੜੀ ਚੀਜ਼ ਸਾਡੀ ਜ਼ੁਬਾਨ ਨੂੰ ਚੰਗੀ ਲੱਗਦੀ ਹੈ ਨਾ, ਉਹ ਚੀਜ਼ ਸਾਡੇ ਸਰੀਰ ਲਈ ਵਧੀਆ ਨਹੀਂ ਜੇ। ਬਹੁਤ ਵਧੀਆ ਗੋਰਖੀ ਸਾਹਿਬ, ਬਹੁਤ ਵਧੀਆ, ਬਿਲਕੁਲ ਸਹੀ ਗੱਲ ਹੈ। ਤੇ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ, ਜੋ ਵਿਚਾਰ ਕਰੋ ਉਹ ਚੀਜ਼ ਸਹੀ ਨਹੀਂ ਜੇ। ਜੇਕਰ ਸਾਨੂੰ ਐ ਨਹੀਂ ਪਤਾ, ਦੇਖੋ ਆਪ ਮੰਨੋਗੇ ਨਹੀਂ, ਆਪਾਂ ਕਿੰਨਾ ਕੁਝ ਖਾਂਦੇ ਆ ਜਿਹੜਾ ਸਾਡੇ ਲਈ ਨਹੀਂ ਚੰਗਾ, ਸਾਨੂੰ ਪਤਾ ਨਹੀਂ ਹੈ, ਸਭ ਪਤਾ। ਇਸ ਲਈ ਤਾਂ ਬਾਣੀ ਕਹਿੰਦੀ ਜਨਤ ਵੀ ਔਗਣ ਕਰੇ। ਇਸ ਕਰਕੇ ਇੱਧਰ ਉੱਧਰ ਆਪਾਂ ਧੱਕੇ ਖਾਂਦੇ ਫਿਰਦੇ ਆ, ਉਹ ਵੀ ਕਿਉਂਕਿ ਸਾਨੂੰ ਚੰਗੇ ਲੱਗਦੇ ਨੇ ਉਹ। ਬਿਲਕੁਲ ਸਹੀ ਗੱਲ ਹੈ। ਜ਼ਬਾਨ ਨੂੰ ਵੀ ਇਹੀ ਹੈ, ਇਹੀ ਗੱਲ ਹੈ। ਅੱਖਾਂ ਨੂੰ ਵੀ ਇਹੀ ਹੈ, ਜਿਹੜੀ ਚੀਜ਼ ਅੱਖਾਂ ਨੂੰ, ਕੰਨਾਂ ਦੇ ਵਾਸਤੇ ਵੀ ਇਹੀ ਚੀਜ਼ ਆ। ਹਰ ਚੀਜ਼ ਆਪਾਂ ਨੂੰ ਜਿਹੜੀ ਹੈਗੀ ਉਹੀ ਚੰਗੀ ਲੱਗਦੀ ਆ, ਜਿਹੜੀ ਕਿ ਆਪਣੀ ਹੈਲਥ ਵਾਸਤੇ ਸਹੀ ਨਹੀਂ ਹੈ। ਤੇ ਉਹ ਚੀਜ਼ ਆਪਾਂ ਨੂੰ ਬੰਧਨ 'ਚ ਲੈ ਕੇ ਜਾਂਦੀ। ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਚੇਤਨ ਹੋਣ ਦੀ ਲੋੜ ਹੈ, ਵਿਚਾਰ ਕਰਨ ਦੀ ਲੋੜ ਹੈ, ਬਸ ਕਿ ਜੋ ਵੀ ਕਰ ਰਹੇ ਆ ਕੀ ਅਸੀਂ ਸਹੀ ਆ, ਇਹ ਮਾਰਗ ਮੇਰਾ ਸਹੀ ਹੈ, ਕੋਈ ਪ੍ਰੋਗਰੈਸ, ਕੋਈ ਡਿਵੈਲਪਮੈਂਟ ਹੋ ਰਹੀ ਹੈ ਥੋੜੀ ਬਹੁਤੀ 1-2%। ਕੀ ਕਿਤੇ ਮੈਂ ਆਪਣੇ ਆਪ ਨੂੰ ਬੇਵਕੂਫ ਤੇ ਨਹੀਂ ਬਣਾ ਰਿਹਾ। ਉਹ ਜਿਹੜੇ ਕਹਿੰਦੇ ਨਾ,
ਉਹ ਕਹਿੰਦੇ ਆ ਠੱਗਾਂ ਦੇ ਕੋਲ ਤੇ ਨਹੀਂ ਮੈਂ ਕਿਤੇ ਬੈਠਾ। ਉਹ ਠੱਗੀ ਤੇ ਨਹੀਂ ਮੇਰੇ ਨਾਲ ਕੋਈ ਮਾਰ ਰਿਹਾ। ਠੱਗੀ ਪਤਾ ਕਿਹੜੀ ਮਾਰਨੀ, ਜੋ ਤੁਹਾਡੇ ਪੈਸਾ ਲੈ ਜੇ ਕੋਈ ਗੱਲ ਨਹੀਂ ਆ, ਉਹ ਤੁਹਾਡੇ ਸਵਾਸ ਲੈ ਜਾਣੇ ਉਹਨਾਂ। ਬਿਲਕੁਲ ਗੋਰਖੀ ਸਾਹਿਬ, ਬਿਲਕੁਲ ਸਹੀ ਗੱਲ ਹੈ। ਉਹ ਮਾਇਆ ਦੇ ਏਜੰਟ ਹੈਗੇ ਨੇ, ਉਹ ਤੁਸੀਂ ਨਹੀਂ ਦਿੰਦੇ ਪਏ, ਇਹ ਤੇ ਭੀੜਾਂ ਵਾ। ਕਬੀਰ ਜੀ ਫਿਰ ਕਿਉਂ ਨਹੀਂ ਕਹਿ ਦਿੰਦੇ ਕਿ ਇੱਥੇ ਮੇਰੇ ਮਗਰ ਕਰੋੜਾਂ ਲੱਗੇ ਸੀ। ਆ ਜਿਹੜੀ ਕਬੀਰ ਜੀ ਦੀ ਬਾਣੀ ਸੁਣਾਉਂਦੇ ਲੋਕ, ਉਹਨਾਂ ਮਗਰ ਕਰੋੜਾਂ ਲੱਗੇ ਨੇ, ਤੇ ਕਬੀਰ ਜੀ ਕਹਿੰਦੇ ਮੈਂ ਕੱਲਾ ਜਾਣਦੇ ਆ। ਬਿਲਕੁਲ। ਇਹ ਨਿੱਜਰ ਸਾਹਿਬ ਤੁਸੀਂ ਇਹ ਗੱਲ ਨੂੰ ਕਿਉਂ ਨਹੀਂ ਵਿਚਾਰ ਕਰਦੇ? ਆਪ ਜੀ ਜਸਟ ਸੋਚੋ, ਛੋਟੀ ਜੀ ਗੱਲ ਆ। ਕਬੀਰ ਜੀ ਕਹਿੰਦੇ ਮੈਨੂੰ ਕੋਈ ਬੰਦਾ ਨਹੀਂ ਮਿਲਦਿਆ। ਗੁਰੂ ਨਾਨਕ ਸਾਹਿਬ ਜੀ ਪਤਾ ਨਹੀਂ ਕਿੰਨੀਆਂ ਉਦਾਸੀਆਂ ਕਰਦੇ ਨੇ, ਕਿੱਥੇ ਕਿੱਥੇ ਬੰਦਾ ਲੱਭਣ ਦੇ ਕਿ ਕੋਈ ਬ੍ਰਹਮ ਗਿਆਨੀ ਬਣਨਾ ਚਾਹਵੇ, ਉਹਨੂੰ ਬ੍ਰਹਮ ਗਿਆਨੀ ਬਣਾਈਏ, ਉਹਨੂੰ ਗਿਆਨ ਕਰਾਈਏ। ਕਬੀਰ ਜੀ ਕਹਿੰਦੇ ਮੈਂ ਕੱਲਾ ਚੰਨਦੇ ਆ। ਬੰਦਾ ਪੁੱਛੇ ਕਿ ਕਬੀਰ ਸਾਹਿਬ ਨੂੰ ਬੰਦਾ ਨਹੀਂ ਮਿਲਦਿਆ, ਤੇ ਇੱਥੇ ਭੀੜਾਂ ਦੀਆਂ ਭੀੜਾਂ ਪਈਆਂ ਨੇ ਉਹਨਾਂ ਦੀਆਂ ਤੁਕਾਂ ਸੁਣਾ ਕੇ। ਥੋੜਾ ਜਿਹਾ ਤੁਸੀਂ ਨਹੀਂ ਵਿਚਾਰ ਕਰਦੇ ਕਿ ਇੱਥੇ ਕਿਉਂ ਇੰਨੀ ਗੇਮ ਘੁੰਮ ਰਹੀ ਆ? ਬਿਲਕੁਲ ਸਹੀ ਗੱਲ ਹੈ ਜੀ। ਕਬੀਰ ਜੀ ਦੀ ਬਾਣੀ, ਕਬੀਰ ਜੀ ਮੂੰਹ ਬੋਲਣ ਦੇ ਆ, ਬੰਦਾ ਕੋਈ ਸੁਣਨ ਨੂੰ ਤਿਆਰ ਨਹੀਂ ਆ। ਤੇ ਇੱਥੇ ਆਪਾਂ ਨਹੀਂ, ਇਹ ਆਪਣੀ ਬੁੱਧੀ ਚ ਨਹੀਂ ਆਉਂਦਾ ਕਿ ਇੱਥੇ ਕੀ ਰਲਾਤਾ ਪੱਠਿਆਂ ਦੇ ਵਿੱਚ, ਜਿਹੜੇ ਗਾਂ ਪੱਠੇ ਖਾ ਰਹੀ ਆ, ਉਹਨਾਂ ਕੁਝ ਪਾਤਾ ਵਾ। ਬਿਲਕੁਲ ਸਹੀ ਗੱਲ ਹੈ। ਇਹ ਤੇ ਸਾਡਾ ਵਿਵੇਕ ਹੈ ਨਾ, ਅਸੀਂ ਸੋਚੀਏ ਨਿੱਜਰ ਸਾਹਿਬ। ਬਿਲਕੁਲ। ਉਹ ਤੇ ਕਹਿੰਦੇ ਸੇਲਾ ਲੂਣੀ ਚਟਨੀ ਕੋਈ ਖਾਂਦਾ ਹੀ ਨਹੀਂ, ਅਸੀਂ ਤੇ ਲੈ ਕੇ ਤੁਰੇ ਫਿਰਦੇ ਆ, ਗਾਹਕ ਹੀ ਨਹੀਂ ਹੈਗਾ ਬਾਜ਼ਾਰ ਚ। ਇੱਥੇ ਤੇ ਦੇਖੋ ਕਰੋੜਾਂ ਤੁਰੇ ਫਿਰਦੇ ਨੇ, ਇਹ ਕਿੱਥੋਂ ਇਹਨਾਂ ਨੂੰ ਚਟਨੀ ਕਿਉਂ ਚੰਗੀ ਲੱਗਦੀ ਹੈ ਫਿਰ? ਕਿਉਂਕਿ ਕੋਈ ਨਸ਼ਾ ਮਿਲਾਤਾ ਇਹਨਾਂ ਨੇ ਵਿੱਚ। ਇਹਨਾਂ ਨੇ ਕੁਛ ਪਾਤਾ ਇਹਦੇ ਵਿੱਚ। ਉਹ ਜਿਹੜਾ ਪਾਇਆ ਉਹ ਬੜਾ ਖਤਰਨਾਕ ਹੈ, ਉਹਨੇ ਤੁਹਾਨੂੰ ਲੈ ਜਾਣਾ ਨਾਲ ਹੀ। ਇਸ ਕਰਕੇ ਬਚੋ, ਆਪਣੇ ਜੀਵਨ ਨੂੰ ਥੋੜਾ ਵੇਖੋ, ਆਪਣੀਆਂ ਅੱਖਾਂ ਨਾਲ ਵੇਖੋ। ਬਾਣੀ ਤੇ ਇਹੋ ਕਹਿ ਰਹੀ ਆ, ਜੋ ਬਾਣੀ ਪੜ੍ਹੀ ਆ, ਬਾਣੀ ਕੇਵਲ ਇੱਕੋ ਗੱਲ ਕਰ ਰਹੀ ਆ, ਇਹ ਵੀ ਨਕਲੀ ਹੋਏ, ਇਹ ਵੀ ਨਕਲੀ ਵੀ, ਇਹ ਵੀ ਨਕਲੀ ਹੋ। ਜਿੱਥੇ ਤੂੰ ਬੈਠਾ ਹੈ ਬਹੁਤ ਕੁਝ ਨਕਲੀ ਹੋ, ਅਸਲੀ ਵੀ ਹੈਗਾ ਹੀ, ਥੋੜਾ ਚੈੱਕ ਕਰ ਪਲੀਜ਼। ਜੇ ਤੂੰ ਨਕਲੀ ਲਾ ਕੇ ਬੈਠਾ ਤੇ ਤੇਰੇ ਮਨ ਚ ਵਿਚਾਰ ਹੀ ਨਹੀਂ ਹੋਣਾ ਕਿ ਅਸਲੀ ਕਿੱਥੇ ਆ, ਤੂੰ ਨਕਲੀ ਨੂੰ ਅਸਲੀ ਸਮਝ ਲਿਆ। ਬਾਣੀ ਤੇ ਕਹਿੰਦੀ ਆ, ਜੇਕਰ ਤੇਰੇ ਜੀਵਨ ਚ ਅਸਲੀ ਹੈ ਨਾ ਕੁਛ, ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਕਸਵੱਟੀ ਆ। ਤੇ ਰਗੜੇਗਾ ਨਾ ਸੋਨਾ, ਆਪਾਂ ਲੋਕੀ ਸੋਨਾ ਲਈ ਫਿਰਦੇ, ਮੇਰੇ ਕਾ ਵੀ ਸੋਨਾ ਹੈ ਜੀ, ਸੋਨਾ ਵੇਖੋ ਪੀਲੇ ਰੰਗ ਦਾ। ਉਹ ਕਹਿੰਦੇ ਆ ਭਰਾਵਾ ਇਹ ਨਹੀਂ ਉਹ ਸੋਨਾ, ਜਾ ਕੇ ਸੁਨਿਆਰੇ ਕੋਈ ਲੈ ਕੇ ਜਾ, ਤੇ ਤੈਨੂੰ ਦੱਸੂਗਾ ਕਿ ਇਸ ਨਸਲੀ ਕੇ ਨਕਲੀ। ਉੱਥੇ ਗਿਆ, ਉਹ ਭਰਾਵਾ ਕਹਿੰਦੇ ਇਹ ਤੇ ਕੋਟੀ ਕੀਤੀ, ਲੈ ਚੁੱਕ ਕੇ 5 ਰੁਪਏ ਦੀ ਵਾਲੀ, ਜਿਹਨੂੰ ਅਸਲੀ ਕਹੀ ਫਿਰਦਾ। ਲੈ ਇਹੋ ਹੀ ਆ ਕਸਵੱਟੀ ਹੈਗੀ ਜੋ ਤੁਹਾਡੇ ਕੋਲ ਹੈਗੀ ਆ, ਤੁਹਾਨੂੰ ਵੇਖ ਲਓ। ਨਹੀਂ ਤੇ ਰੱਖਣਾ ਚਾਹੋ, ਤੁਹਾਡੀ ਮਰਜ਼ੀ ਆ। ਉਹ ਆਪਣੇ ਨੂੰ ਧੋਖਾ ਦੇਣਾ ਤੇ ਜੋ ਮਰਜ਼ੀ ਕਹੀ ਜਾਓ। ਬਿਲਕੁਲ। ਪਰ ਉੱਥੇ ਜਿਹੜੇ 5 ਔਕਣੇ ਆ, ਜੇ ਸਾਡੇ ਮਨ ਚ ਕਿਸੇ ਲਈ ਈਰਖਾ ਨਹੀਂ ਆ, ਕਿਸੇ ਲਈ ਦਵੇਸ਼ ਨਹੀਂ ਹੈਗਾ, ਕਿਸੇ ਲਈ ਰਾਗ ਨਹੀਂ ਹੈਗਾ, ਤੇ ਫਿਰ ਤੇ ਠੀਕ ਆ। ਫਿਰ ਤੇ ਜਿੱਥੇ ਮਰਜ਼ੀ ਬੈਠੇ, ਫਿਰ ਤੇ ਤੁਹਾਡਾ ਸੋਨਾ ਸੱਚਾ। ਪਰ ਜੇ ਔਕਣ ਅੰਦਰ ਉਸੇ ਤਰ੍ਹਾਂ ਹੀ ਬੈਠੇ ਨੇ, ਫਿਰ ਵਿਚਾਰ ਕਰਨ ਦੀ ਲੋੜ ਹੈ। ਅੱਜ ਨੇਜਰ ਸਾਹਿਬ ਇੱਥੇ ਵਿਚਾਰ ਕਰਦੀ ਸਮਾਪਤ ਨਹੀਂ, 2 ਹੋਰ ਇਹਦੇ ਜਿਹੜੇ ਅੰਗ 2 ਬੰਦ ਹੋਰ ਲੈ ਲਈਏ, ਕੋਈ ਸ਼ਬਦ ਪੂਰਾ ਕਰ ਲਈਏ ਕੋਈ ਸਾਹਿਬ। ਉਹ ਚਲੋ 10 ਮਿੰਟ ਬਾਅਦ ਲੱਗ ਜਾਣੇ, ਕੋਈ ਨਹੀਂ, ਲਾ ਦੋ। ਪਿਤਾ ਹਮਾਰੋ ਵੱਡ ਗੋਸਾਈ, ਤਿਸ ਪਿਤਾ ਪੈ ਹੋਂ ਕਿਉਂ ਕਰ ਜਾਈ। ਕਹਿੰਦੇ ਹੁਣ ਦੇਖੋ ਮਾਲਕ ਨੂੰ ਮਿਲਣਾ ਹੈ। ਦੇਖੋ ਕਿੰਨਾ ਕਲੀਅਰ ਕੱਟ ਕਬੀਰ ਜੀ ਜਿਹੜੇ ਹੈਗੇ ਰਸਤਾ ਦੱਸ ਰਹੇ ਆ। ਕਹਿੰਦੇ ਉਹ ਮਾਲਕ ਮੇਰਾ ਜਿਹੜਾ ਹੈਗਾ ਸਾਰੀ ਦੁਨੀਆ ਦਾ ਮਾਲਕ ਆ, ਸਾਰੀ ਸ੍ਰਿਸ਼ਟੀ ਦਾ ਸਾਈਂ ਹੈਗਾ ਉਹ। ਪਿਤਾ ਹਮਾਰੋ ਵੱਡ ਗੁਸਾਈ, ਜਿਹਦੇ ਕੋਲ ਜਿਹੜਾ ਟਾਰਗੇਟ ਹੈਗਾ, ਤਿਸ ਪਿਤਾ ਪੇ ਹੋਂ ਕਿਉਂ ਕਰ ਜਾਈ। ਕਹਿੰਦੇ ਉਹਦੇ ਕੋਲ ਪਹੁੰਚਣਾ ਹੈ ਭਾਈ, ਕਿਵੇਂ ਜਾਵਾਂ ਮੈਂ? ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ। ਕਹਿੰਦੇ ਗਾਈਡ ਚਾਹੀਦਾ ਭਾਈ, ਬ੍ਰਹਮ ਗਿਆਨੀ ਚਾਹੀਦੇ ਆ, ਗੁਰੂ ਚਾਹੀਦੇ ਆ, ਸਤਿਗੁਰੂ ਚਾਹੀਦਾ, ਉਹਨੇ ਮਾਰਗ ਦਿਖਾਉਣਾ ਹੈ। ਜਗਤ ਪਿਤਾ ਮੇਰੇ ਮਨੇ ਪਾਇਆ। ਕਹਿੰਦੇ ਮੇਰੇ ਪਹਿਲਾਂ ਤਾਂ ਮੈਨੂੰ ਇੰਟਰਸਟ ਹੀ ਨਹੀਂ ਸੀਗਾ, ਮੈਂ ਪਰਮਾਤਮਾ ਦੇ ਬਾਰੇ ਮੈਨੂੰ ਕੋਈ ਮੇਰਾ ਕੋਈ ਜਿਹੜਾ ਹੈਗਾ ਧਿਆਨ ਹੀ ਨਹੀਂ ਜਾਂਦਾ ਸੀ ਉਸ ਪਾਸੇ। ਤੇ ਉਹਨੇ ਤਾਂ ਮੈਨੂੰ ਜਗਤ ਪਿਤਾ, ਸੰਸਾਰ ਦਾ ਪੂਰਾ ਕੰਟਰੋਲਰ ਜਿਹੜਾ ਹੈਗਾ, ਉਹਨੇ ਮੈਨੂੰ ਉਹਦੇ ਨਾਲ ਪਿਆਰ ਪਾ ਦਿੱਤਾ। ਜਗਤ ਪਿਤਾ ਮੇਰੇ ਮਨ ਪਾਇਆ, ਹਉ ਪੂਤ ਤੇਰਾ ਤੂੰ ਬਾਪ ਮੇਰਾ। ਕਹਿੰਦੇ ਮਾਲਕਾ ਮੈਂ ਤੇਰਾ ਪੁੱਤ ਆ, ਮੈਂ ਕਿੱਥੇ ਮਾਇਆ ਦਾ ਪੁੱਤ ਬਣਿਆ ਬੈਠਾ ਸੀਗਾ। ਤੇਰੀ ਕੀਤੀ ਹੋਈ ਜਿਹੜੀ ਹੈਗੀ, ਤੇਰੀ ਬਣਾਈ ਹੋਈ ਮਾਇਆ ਜਿਹੜੀ, ਤੇਰੀ ਨੌਕਰਾਣੀ ਜਿਹੜੀ ਹੈ, ਮੈਂ ਉਹਦਾ ਹੀ ਨੌਕਰ ਬਣਿਆ ਹੋਇਆ ਸੀਗਾ ਤੈਨੂੰ ਛੱਡ ਕੇ। ਹਉ ਪੂਤ ਤੇਰਾ ਤੂੰ ਬਾਪ ਮੇਰਾ। ਕਹਿੰਦੇ ਤੂੰ ਆ ਮੇਰਾ ਪਿਓ, ਮੈਂ ਤੇਰਾ ਪੁੱਤ ਹੈਗਾ। ਏਕੇ ਠਾਹਰ ਦੋਹਾਂ ਬਸੇਰਾ। ਕਹਿੰਦੇ ਇੱਕੋ ਜਗ੍ਹਾ ਤੇ ਹੈਗੇ ਦੋਨੋਂ ਆਪਾਂ ਦੋਨੋਂ ਇੱਕੋ ਜਗ੍ਹਾ ਤੇ, ਹਿਰਦੇ ਦੇ ਵਿੱਚ ਤੂੰ ਹੈਗਾ, ਹਿਰਦੇ ਦੇ ਵਿੱਚ ਮੈਂ ਵੀ ਹੈਗਾ।
एके ठाहर दोहां बसेरा, कहो कबीर जने एको बूझिया, गुर प्रसाद मैं सब किस सूझिया। कहते हुण जिहड़ा है मालका मेहर हो गई, तू मेहर कीती ते मैनू गुरु नूं मिलाया, मैनू ब्रह्म ज्ञान दिता, ते ब्रह्म ज्ञान गुरु दे प्रसाद दे नाल मैं जिहड़ा हैगा ध्यान सिमरन करन दे नाल मैनू सारा कुछ सुझ गया, और फिर जिहड़ा हैगा तू प्रगट हो गया, आपां एक हो गए। हाँ जी गुरकी साहब। हाँ जी साध संगत जी, फिर इत्थे बाणी च आपां नूं समझा रहे ने, कहंदे कि कहंदे पिता पिता हमारो वड गुसाई, कहंदे मेरा पिता जिहड़ा वो बड़ा वड्डा मालक है, जिस पिता पे क्यों हाऊं क्यों कर जाए। हाँ कहते सतगुर मिले तो मार्ग दिखाया, कहते उस परमात्मा को कितना पहुंचा जाए। हुण देखो संगत आपां करदे हैं ते गुरमुखां दी संगत कर रहे हैं, बाणी पढ़दे हैं, बाणी नूं समझ रहे हैं ते मार्ग दिखाया जाता है। बाणी दिखाउंदी है सानू मार्ग, वो वखरी गल है। असीं जाना जिथे मर्जी जांदे हैं, आपां उत्थे ही आ। आप जी एक जस्ट नोटिस करो, कबीर जी बाणी जेकर कोई होर वधिया बाणी हुंदी ते गुरु ग्रंथ साहिब च पक्की अंकित होनी सी। वो बिल्कुल ਉਹ ਬਾਣੀ ਕਿਉਂ ਰਹਿਣ ਦਿੱਤੀ, ਉਹਦੇ ਪਿੱਛੇ ਕਾਰਨ ਹੁੰਦੇ ਨੇ। ਸਾਰੀ ਬਾਣੀ ਨਾਲ ਲਿਆਂਦੀ ਹੈ, ਵੱਧ ਤੋਂ ਵੱਧ ਬਾਣੀ ਐਡ ਕੀਤੀ ਹੈ, ਜਿਹੜੀ ਬਾਣੀ ਬੰਦੇ ਨੂੰ ਜੜ ਤੋਂ ਤੋੜਦੀ ਆ। ਤੇ ਜਿਹੜੀ ਬਾਣੀ ਕਬੀਰ ਜੀ ਤੋਂ ਬਾਅਦ ਲੋਕਾਂ ਨੇ ਬਥੇਰੀ ਬਾਣੀ ਉਚਾਰਨ ਕੀਤੀ ਆ, ਪਰ ਨਾਂ ਲੈ ਦਿੰਦੇ ਜੀ ਕਬੀਰ ਦੀ ਬਾਣੀ। ਹੁਣ ਵੇਖੋ ਇੱਥੇ ਨਕਲੀ ਇੱਥੋਂ ਆਮ ਹੀ ਕੋਈ ਕੱਪੜੇ ਬਣਾ ਕੇ ਤੇ ਉੱਥੇ ਕੋਈ ਵੱਡੀ ਕੰਪਨੀ ਦਾ ਬ੍ਰਾਂਡ ਲਾ ਦੇ, ਤੇ ਗੱਲ ਤੇ ਉਹੀ ਆ। ਪਰ ਉਹ ਬ੍ਰਾਂਡ ਲਾਉਣ ਦੇ ਨਾਲ ਉਹ ਅਸਲੀ ਥੋੜੀ ਹੋ ਜਾਣਾ ਉਹ ਕੱਪੜਾ। ਬਿਲਕੁਲ। ਜਾਂ ਕੋਈ ਕਾਰ ਆ ਜਾਂ ਐਰਾ ਵਗੈਰਾ ਕੋਈ ਵੀ ਚੀਜ਼ ਆਪਾਂ ਖਾ ਲਈਏ ਤੇ ਉਹ ਇਹ ਚੀਜ਼ ਨੂੰ ਆਪਾਂ ਸਮਝਣ ਦੀ ਲੋੜ ਆ। ਤੇ ਕਹਿੰਦੇ ਮਾਰਗ ਦਿਖਾਇਆ ਤੇ ਹੈ ਤੇਰੇ, ਕਹਿੰਦਾ ਫਿਰ ਮੈਨੂੰ ਮਾਰਗ ਦਿਖਾਤਾ ਤੇ ਜਗਤ ਮੇਰਾ, ਫਿਰ ਮੈਨੂੰ ਪਤਾ ਲੱਗ ਗਿਆ। ਹਾਂ, ਜਗਤ ਪਿਤਾ ਮੇਰੇ ਮਨੇ ਪਾਇਆ, ਮੈਨੂੰ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਬੰਦਗੀ ਮੈਨੂੰ ਵੀ ਚੰਗੀ ਲੱਗਣ ਲੱਗ ਗਈ। ਮੇਰਾ ਜੀ ਕਰਦਾ ਹੈ ਬਾਰ-ਬਾਰ ਮੈਂ ਧਿਆਨ ਸਿਮਰਨ ਕਰਾਂ, ਨੇੜੇ ਹੋਵਾਂ। ਹਾਂ, ਫਿਰ ਉਹਨਾਂ ਨੇ ਮੈਨੂੰ ਏਦਾਂ ਦੀ ਜੁਗਤੀ ਦੱਸੀ ਕਿ ਬਈ ਜਿੱਥੇ ਤੂੰ ਬੈਠਾ ਤੇ ਨਕਲੀ ਹੈਗਾ। ਫਿਰ ਮੈਨੂੰ ਪਤਾ ਲੱਗਾ ਕਿ ਅਸਲੀ ਕੌਣ ਆ। ਬਿਲਕੁਲ। ਪਹਿਲਾ ਦਿਨ ਮੈਂ ਨਕਲੀ ਨੂੰ ਅਸਲੀ ਸਮਝ ਕੇ ਬੈਠਾ, ਫਿਰ ਕਹਿੰਦੇ ਜਗਤ ਦਾ ਪਿਤਾ ਹੈ ਜਿਹੜਾ ਦਿਖਦਾ ਨਹੀਂ, ਉਹ ਮੇਰੇ ਮਨ ਨੂੰ ਭਾਇਆ, ਉਹ ਚੰਗਾ ਲੱਗਣ ਲੱਗਾ ਕਿ ਮੈਂ ਤੇ ਗਲਤ ਜਗ੍ਹਾ ਬੈਠਾ ਵਾਂ, ਇੱਥੇ ਤੇ ਪ੍ਰਾਪਤੀ ਕੁਛ ਨਹੀਂ ਹੋ ਰਹੀ। ਫਿਰ ਮੇਰੇ ਪ੍ਰਮਾਤਮਾ ਦੇ ਨਾਲ ਮੇਰੀ ਜਿਹੜੀ ਆ ਸਾਂਝ ਬਣੀ। ਫਿਰ ਕੀ ਹੋਇਆ, ਸਾਂਝ ਬਣੀ ਤੇ ਫਿਰ ਮੈਨੂੰ ਪਿਓ ਚੰਗਾ ਲੱਗਣ ਲੱਗਾ। ਹਾਂ, ਔਰ ਇੱਕੋ ਜਗ੍ਹਾ ਤੇ ਦੋਨਾਂ ਦਾ ਬਸੇਰਾ ਹੈਗਾ। ਕਹਿੰਦੇ ਇੱਕ ਹੀ ਠਾਹਰ ਦੋਹਾਂ ਬਸੇਰਾ, ਕਹਿੰਦੇ ਹਿਰਦੇ ਦੇ ਵਿੱਚ ਹੀ ਮਾਲਕ ਪਰਮਾਤਮਾ ਵੀ ਉੱਥੇ ਹੀ ਹੈਗਾ, ਹਿਰਦੇ ਸੇਜ ਤੇ, ਔਰ ਮੈਂ ਵੀ ਮੇਰੀ ਆਤਮਾ ਵੀ ਉਹ ਵੀ ਉੱਥੇ ਹੀ ਹੈਗੀ ਹੈ। ਕਹਿੰਦੇ ਇੱਕ ਹੀ ਠਾਹਰ ਦੋਹਾਂ ਬਸੇਰਾ, ਕਹੋ ਕਬੀਰ ਜਨੇ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕੀ ਸੂਝਿਆ। ਕਹਿੰਦੇ ਮਾਲਕ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਪ੍ਰਸਾਦ ਦੇ ਨਾਲ ਮੈਨੂੰ ਸਾਰਾ ਦਾ ਸਾਰਾ ਸੋਝੀ ਹੋ ਗਈ, ਧਿਆਨ ਸਿਮਰਨ ਕੀਤਾ ਤੇ ਔਰ ਮੈਂ ਫਿਰ ਜਿਹੜਾ ਹੈਗਾ ਮੇਰੇ ਅੰਦਰ ਜਿਹੜਾ ਹੈਗਾ ਮੈਂ ਇੱਕ ਨੂੰ ਬੁੱਝ ਲਿਆ। ਮੈਂ ਜਿਹੜਾ ਸੀਗਾ ਮੈਂ ਉਹ ਮੇਰਾ ਮਨ ਸੀ ਜਿਹੜਾ ਉਹ ਖਤਮ ਹੋ ਗਿਆ, ਕਾਰਨ ਸਰੀਰ ਜਿਹੜਾ ਹੈਗਾ ਨਸ਼ਟ ਹੋ ਗਿਆ ਤੇ ਇੱਕ ਦੋ ਤੋਂ ਇੱਕ ਰਹਿ ਗਿਆ। ਸਾਧ ਸੰਗਤ ਜੀ ਇੱਥੇ ਵੇਖੋ, ਇਹ ਫੇਰ ਕਬੀਰ ਜੀ ਆਪਾਂ ਨੂੰ ਸਮਝਾ ਕੇ ਗਏ ਨੇ। ਇਹ ਚੀਜ਼ ਨੂੰ ਨੋਟਿਸ ਕਰੋ, ਕਬੀਰ ਜੀ ਬਾਰ-ਬਾਰ ਕਿਉਂ ਕਹਿ ਰਹੇ ਨੇ। ਕਹਿੰਦੇ ਕਹੋ ਕਬੀਰ ਜਿਹਨੇ ਇੱਕੋ ਬੂਝਿਆ। ਜਿਹਨੇ ਇੱਕ ਨੂੰ ਬੁੱਝਿਆ ਦਾ ਮਤਲਬ ਬੁਝਾਰਤ। ਬਿਲਕੁਲ। ਤੇ ਪਲਨੀਆਂ ਉਲਝਾਈ ਆ ਥੋੜੀ ਜੀ, ਜਿੱਦਾਂ ਨਾਰੀਅਲ ਦੇ ਉੱਤੇ ਵੇਖੋ ਇੱਕ ਜੱਤ ਜੀ ਹੁੰਦੀ ਆ, ਉਹਦੇ ਅੰਦਰ ਫਿਰ ਖੱਪਰ ਜਾ ਹੁੰਦਾ, ਉਹਨੂੰ ਤੋੜੋ, ਮਿਹਨਤ ਕਰਕੇ ਫਿਰ ਅੰਦਰੋਂ ਚਿੱਟੀ ਗਿਰੀ ਹਾਸਲ ਹੋਈ, ਉਹਦੇ ਅੰਦਰ ਅੰਮ੍ਰਿਤ ਹੈ। ਕਿੱਥੇ ਆ ਨਾ, ਜੇ ਸਭ ਸਹੀ ਆ। ਬਿਲਕੁਲ। ਇਹ ਕਿਤੇ ਬੁੱਝਿਆ ਮਤਲਬ ਕੀ ਹੈ, ਲੁਕਾ ਕੇ ਰੱਖਿਆ ਹੋਊਗਾ, ਕੋਈ ਚੀਜ਼ ਸਾਂਭ ਕੇ ਰੱਖੀ ਹੋਊਗੀ, ਉਹਨੂੰ ਲੱਭਣਾ ਪਿਆ। ਇਹ ਨਹੀਂ ਕਿ ਉਹ ਸੜਕ ਤੇ ਪਈ ਸੀ, ਉਹ ਜਾਂਦਿਆਂ ਮਿਲ ਗਈ ਸੀ, ਬੜੀ ਸਿੰਪਲ ਸੀ। ਉਹ ਕਹਿੰਦੇ ਬੁੱਝਣਾ ਪਿਆ ਮੈਨੂੰ। ਤੇ ਕਹਿੰਦੇ ਜਦੋਂ ਮੈਂ ਬੁੱਝ ਲਿਆ ਫਿਰ ਕੀ ਹੋਇਆ, ਗੁਰ ਪ੍ਰਸਾਦੀ ਮੈਂ ਸਭ ਕੁਛ ਸੂਝਿਆ। ਤੇ ਫਿਰ ਮੈਨੂੰ ਸਾਰਾ ਸੋਝਿਆ ਆ ਗਿਆ, ਮੈਨੂੰ ਸਮਝ ਆ ਗਈ। ਪਹਿਲਾਂ ਨਹੀਂ ਮੈਨੂੰ ਸਮਝ ਗਈ, ਪਰ ਜਦੋਂ ਮੈਂ ਬੁੱਝ ਲਿਆ ਤੇ ਫਿਰ ਮੈਨੂੰ ਸੋਝੀ ਆ ਗਈ, ਅਸਲੀ ਕੀ ਤੇ ਨਕਲੀ ਕੀ। ਮੈਂ ਫਿਰ ਨਕਲੀ ਛੱਡਤਾ, ਫਿਰ ਮੈਂ ਅਸਲੀ ਫੜ ਲਿਆ, ਮੈਨੂੰ ਸੋਝੀ ਆ ਗਈ। ਬਿਲਕੁਲ। ਸੁੱਝ ਜਾਂਦੀ ਨਾ, ਕੀ ਫਲਾਣਾ ਤੈਨੂੰ ਸੁੱਝ ਗਈ। ਹੁਣ ਕਈ ਵਾਰੀ ਆਪਾਂ ਕੋਈ ਕੰਮ ਕਰਦੇ ਹਾਂ, ਆਪਾਂ ਨੂੰ ਸੁੱਝਦੀ ਨਹੀਂ, ਆਪਾਂ ਗਲਤੀਆਂ ਕਰੀ ਜਾਂਦੇ ਹਾਂ, ਤੇ ਕਈ ਵਾਰੀ ਸਾਡੀ ਮਨ ਚ ਸੋਝੀ ਆ ਜਾਂਦੀ ਹੈ ਤੇ ਆਪਾਂ ਮਾੜਾ ਕੰਮ ਕਰਨਾ ਬੰਦ ਕਰ ਦਿੰਦੇ। ਜਿਹੜਾ ਨਕਲੀ ਸੀਗਾ ਉਸ ਤੋਂ ਮੈਂ ਹਟ ਗਿਆ। ਜਿਹੜਾ ਹੈਗਾ ਧੋਖਾ, ਜਿਹੜਾ ਟਰੈਪ ਸੀਗੀ ਜਿਹੜੀ ਮਾਇਆ ਦੀ, ਉਹ ਮੈਂ ਅਸਲੀ ਜਿਹੜਾ ਹੈਗਾ ਮਾਲਕ ਪਰਮਾਤਮਾ ਨੂੰ ਇੱਕ ਨੂੰ ਬੁੱਝ ਲਿਆ। ਜਿਹੜਾ ਦੋ ਦਿਸ ਰਹੇ ਸੀ ਮੈਨੂੰ, ਸੰਸਾਰ ਤੇ
ਉਹ ਨਿਰੰਕਾਰ ਤੇ ਸੰਸਾਰ ਦਿਸਦਾ ਸੀਗਾ, ਕੱਲਾ ਨਿਰੰਕਾਰ ਹੀ ਰਹਿ ਗਿਆ ਹੁਣ। ਸੂਝੇ ਦਾ ਮਤਲਬ ਇਹੋ ਹੀ ਸਾਧ ਸੰਗਤ ਜੀ, ਮਾੜੇ ਕਰਮ ਕਰਨੇ ਮੈਂ ਬੰਦ ਕਰਤੇ, ਕਿਤੇ ਹੋਰ ਨਾ ਸਮਝ ਲਿਓ। ਔਗਣਾ ਦਾ ਤਿਆਗ ਕਰਤਾ ਮੈਂ। ਹੁਣ ਮੈਨੂੰ ਪਤਾ ਲੱਗ ਗਿਆ ਕਿ ਪ੍ਰਮਾਤਮਾ ਦੇ ਘਰ 'ਚ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੈਗੀ। ਮੈਨੂੰ ਸੋਚ ਹੀ ਆ ਗਈ, ਮੈਂ ਬੁੱਝ ਲਿਆ ਤੇ ਸੋਚ ਗਿਆ, ਫਿਰ ਉਹ ਗਿਆਨ ਹੋ ਗਿਆ। ਉਹਨਾਂ ਚੀਜ਼ਾਂ ਦਾ ਮੈਂ ਤਿਆਗ ਕਰਤਾ। ਜਿੱਦਾਂ ਮੰਨ ਲਓ ਕਿ ਮੇਰੀ ਅੱਖਾਂ ਦੇ ਵਿੱਚ ਜਿਹੜਾ ਧੁੰਦਲਾ ਦਿਖਾਈ ਦੇ ਰਿਹਾ ਸੀ, ਉਹ ਚੀਜ਼ਾਂ ਮੈਂ ਬੰਦ ਕਰ ਤੇ ਮੈਨੂੰ ਸੋਝੀ ਪੈ ਗਈ, ਮੈਨੂੰ ਗਿਆਨ ਹੋ ਗਿਆ ਕਿਹੜਾ ਕਰਨਾ ਸਹੀ ਹੈ ਤੇ ਕਿਹੜਾ ਕਰਨਾ ਨਿੱਜਰ ਸਾਹਿਬ ਗਲਤ ਆ। ਨਹੀਂ ਨਿੱਜਰ ਸਾਹਿਬ, ਬਿਲਕੁਲ ਜੀਵਨ ਦੀ ਜਾਂਚ ਆ ਗਈ। ਜਿਉਣਾ ਕਿੱਦਾਂ ਹੈ, ਇੱਕ ਕਲਾ ਹੈ। ਜਿੰਦਾ ਰਹਿਣਾ ਤੇ ਜਿਉਣ 'ਚ ਬੜਾ ਫਰਕ ਜੇ। ਜਿੰਦਾ ਤੇ ਜਾਨਵਰ ਵੀ ਹੈਗੇ ਆ, ਪਰ ਜਿਉਣਾ ਇੱਕ ਆਰਟ ਆ। ਉਹ ਇੱਕ ਛੋਟੇ ਜਿਹੇ ਸੁਨਿਆਰੇ ਦੀ ਵਾਂਗੂ, ਛੋਟੀ ਜਿਹੀ ਥੋੜੀ ਵਾਂਗੂ, ਉਹ ਬੜੀ ਮੀਨਾਕਾਰੀ। ਇੱਕ ਜਿੱਦਾਂ ਇੱਕ ਆਪਾਂ ਕਿਤੇ ਨਾ ਸਾੜੀਆਂ ਵੇਖੋ ਬਣਦੀਆਂ ਬਨਾਰਸ ਦੀਆਂ, ਨਿੱਜਰ ਦਾ ਕੱਲਾ ਧਾਗਾ ਪਾਉਂਦੇ ਹੋ, ਗਲਤੀ ਨਹੀਂ ਕਰਦੇ ਹੋ, ਬੜੇ ਵਧੀਆ ਰੀਝਾਂ ਨਾਲ ਫਿਰ ਰੀਝਾਂ ਲਾਉਂਦੇ ਆ। ਇਸੇ ਹੀ ਤਰ੍ਹਾਂ ਤੁਸੀਂ ਆਪਣੇ ਜੀਵਨ ਤੇ ਰੀਝਾਂ ਲਾਉਣੀਆਂ ਨੇ, ਇਹ ਤੇ ਇਨਵੈਸਟਮੈਂਟ ਕਰਨੀ ਹੈ। ਬਿਲਕੁਲ। ਇਹ ਜਿੱਦਾਂ ਆਪਾਂ ਜੀ ਰਹੇ ਆ, ਆਪਾਂ ਤੇ ਧੱਕਾ ਸਟਾਰਟ ਗੱਡੀ ਆ, ਆਪਾਂ ਤੇ ਵੇਂਦੇ ਨਹੀਂ ਪਏ ਕਿੱਦਾਂ ਮਰਜ਼ੀ ਗੱਡੀ ਭਜਾਈ ਗਿਆ ਜੀ। ਬਸ ਉਦੋਂ ਹੀ ਆਉਂਦੇ ਆ ਜਦੋਂ ਤੇਲ ਮੁੱਕਦਾ ਗੱਡੀ ਦਾ। ਪਰ ਕਹਿੰਦੇ ਗੱਡੀ ਨੂੰ ਥੋੜਾ ਧਿਆਨ ਨਾਲ ਚਲਾਉਣਾ, ਆਪਾਂ ਸੋਝੀ ਨਾਲ ਚਲਾਉਣਾ। ਤੇ ਸੋਝੀ ਨਾਲ ਚਲਾਵਾਂਗੇ ਤੇ ਫਿਰ ਤੇ ਗਲਤੀ ਦੀ ਗੁੰਜਾਇਸ਼ ਹੀ ਨਹੀਂ ਹੈਗੀ। ਹਾਂਜੀ ਨਿੱਜਰ ਸਾਹਿਬ। ਬਸ ਕੋਕੇ ਸਾਹਿਬ ਬਹੁਤ ਵਧੀਆ। ਹਾਂ ਜੀ, ਕਾਫੀ ਟਾਈਮ ਲੱਗ ਗਿਆ ਸਾਧ ਸੰਗਤ ਜੀ। ਕਈ ਵਾਰੀ ਮੈਂ ਵੀ ਜੋਸ਼ 'ਚ ਆ ਜਾਂਦਾ ਤੇ ਉਦੋਂ ਫਿਰ ਗੱਲਾਂ ਹੀ ਏਦਾਂ ਤੁਰੀਆਂ ਆਉਂਦੀਆਂ। ਉਹ ਗੱਲਾਂ ਦਾ ਮਤਲਬ ਇੰਨਾ ਹੀ ਆ ਕਿ ਸਾਧ ਸੰਗਤ ਜੀ ਤੁਹਾਡੇ ਅੰਦਰ ਜਿਹੜੀ ਨਾ ਇੱਛਾ ਪ੍ਰਗਟ ਕੀਤੀ ਜਾਵੇ, ਹੋਰ ਕੁਝ ਨਹੀਂ ਜੇ ਗੱਲਾਂ ਦਾ ਮਤਲਬ। ਗੱਲਾਂ ਤੇ ਬਸ ਏਦਾਂ ਹੀ ਆ ਕਿ ਉਹ ਜਿਹੜੀ ਸੰਗਤ ਆ ਤੁਹਾਡੇ ਅੰਦਰ એનર્ਜੀ ਪੈਦਾ ਕਰੇ। ਉਸ ਪਰਮਾਤਮਾ ਦੇ ਪ੍ਰਤੀ ਤੁਹਾਡੇ ਅੰਦਰ ਜਦੋਂ ਵੀ ਇੱਛਾ ਪੈਦਾ ਹੋ ਗਈ ਨਾ ਤੇ ਕੰਮ ਹੋ ਗਿਆ। ਕੇਵਲ ਸਟਾਰਟਅਪ ਦੇਖੋ, ਇੰਜਨ ਨੂੰ ਆਪਾਂ ਸਟਾਰਟ ਹੀ ਕਰ ਸਕਦੇ ਹਾਂ, ਇਸ ਤੋਂ ਬਾਅਦ ਤੇ ਸੈਲਫ ਦਾ ਕੰਮ ਕੋਈ ਨਾ। ਬਿਲਕੁਲ। ਸੰਗਤ ਦਾ ਕੰਮ ਇੰਨਾ ਹੁੰਦਾ ਕਿ ਸੈਲਫ ਮਾਰੀ ਜਾਵੇ। ਉਹ ਬਾਰ-ਬਾਰ ਸੈਲਫ ਮਾਰਦੇ ਆ। ਸ਼ਾਇਦ ਸਾਡਾ ਵੀ ਗਾਣਾ ਚੱਲ ਜੇ ਤੇ ਸ਼ਾਇਦ ਕੀਤਾ ਚੱਲ ਜੇ। ਟਰਾਈ ਕਰਾਂਗੇ ਤਾਂ ਹੀ ਤੇ ਕੰਮ ਹੁੰਦਾ। ਸੰਗਤ ਕਰਦੀ ਹੈ ਕੋਸ਼ਿਸ਼ ਕਿ ਸ਼ਾਇਦ ਪ੍ਰਮਾਤਮਾ ਦਾ ਗਾਣਾ ਚੱਲ ਜੇ, ਸ਼ਾਇਦ ਪ੍ਰਮਾਤਮਾ ਦਾ ਗਾਣਾ ਚੱਲ ਜੇ। ਇਹ ਕਿਤੇ ਪੁਰਾਣੀ ਆਪਣੀ ਇਹ ਮੰਨ ਜਾਵੇ ਬੰਦਾ, ਇਹਦੀ ਕੈਸਟ ਕੱਢ ਲੇ, ਜਿਹੜੀ ਕੈਸਟ 'ਚ ਪਾਈ ਹੈ ਨਾ ਉਹਨੂੰ ਕੱਢ ਲਵੇ। ਇੰਨਾ ਹੀ ਕੰਮ ਕਰਦੀ ਸੰਗਤ ਨੇ, ਹੋਰ ਕੀ ਨਾ। ਕਿਤੇ ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਉਣਾ। ਬਿਲਕੁਲ। ਜਿੱਥੇ ਤੁਸੀਂ ਗਲਤ ਚੀਜ਼ ਲਾਈ ਆ, ਉਹ ਕਹਿੰਦੇ ਇਹਨੂੰ ਪੁੱਟ ਆ ਲਾ। ਹੁਣ ਇੱਕ ਨਾ ਇੱਕ ਦਿਨ ਤੇ ਤੁਹਾਡੇ ਮਨ 'ਚ ਕੀਤਾ, ਸ਼ਾਇਦ ਤੁਸੀਂ ਮੰਨ ਜਾਓ, ਔਰ ਭਲਾ ਤੁਹਾਡਾ ਇਹ 'ਚ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਹੈਗਾ। ਅਸੀਂ ਤੇ ਆਪਣੇ ਆਪ ਨੂੰ ਸਾਂਭ ਲਈਏ ਤੇ ਉਹਨਾਂ ਬੜਾ ਵੱਡਾ ਕੰਮ ਹੈ, ਬਹੁਤ ਵੱਡਾ ਕਾਰਜ ਹੈ। ਤਾਂ ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ ਸਾਧ ਸੰਗਤ ਜੀ। ਤੇ ਆਪਾਂ ਬਾਣੀ ਤੇ ਵਿਚਾਰ ਕਰਿਆ। ਬਾਣੀ ਨੂੰ ਪੜੋਗੇ, ਵੈਸੇ ਵੀ ਤੁਸੀਂ ਜਿੰਨੀ ਸੰਗਤ ਕਰ ਲਈ ਹੈ, ਹੁਣ ਤੇ ਤੁਸੀਂ ਬਾਣੀ ਪੜੋਗੇ ਤੁਹਾਨੂੰ ਖੁਦ ਪਤਾ ਲੱਗ ਜਾਣਾ ਬਾਣੀ ਕੀ ਕਹਿ ਰਹੀ ਹੈ। ਸਾਡੀ ਬਹੁਤੀ ਲੋੜ ਨਹੀਂ ਹੈ ਤੁਹਾਨੂੰ ਹੁਣ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਤੁਸੀਂ ਬਾਣੀ ਨੂੰ ਪੜੋ। ਕੋਈ ਬਾਬਾ ਪੜਦਾ ਹੈ ਨਾ, ਵੇਖ ਕੇ ਆਨੰਦ ਆਉਂਦਾ। ਆਨੰਦ ਸਾਹਿਬ ਦੀ ਬਾਣੀ ਕੋਈ ਪੜੂਗਾ, ਤੁਹਾਨੂੰ ਕਿਸੇ ਕੋਈ ਅਰਥ ਪੁੱਛਣ ਦੀ ਲੋੜ ਨਹੀਂ, ਤੁਹਾਨੂੰ ਪਤਾ ਕਿਉਂਕਿ ਉਹਨੂੰ ਤੁਸੀਂ ਸਮਝ ਲਿਆ। ਹੁਣ ਪਹਿਲਾਂ ਪੜ੍ਹਦੇ ਸੀ, ਪੜ੍ਹਨਾ ਉਹ ਅਲੱਗ ਚੀਜ਼ ਹੁਣ ਤੁਸੀਂ ਸਮਝ ਰਹੇ ਜੋ ਬਾਣੀ ਕਹਿਣਾ ਕਿ ਕਿਉਂ। ਬਾਣੀ ਤੇ ਕਹਿੰਦੀ ਚਰਨਜੀਤ ਤੈਨੂੰ ਤੇ ਆਪਣੇ ਜੀਵਨ ਨੂੰ ਸਹੀ ਕਰਨਾ ਪਊਗਾ ਭਾਈ। ਬਿਲਕੁਲ। ਹਾਂ, ਅੱਜ ਦੇ ਵਿਚਾਰ ਇੱਥੇ ਸਮਾਪਤ। ਅੱਜ ਇੱਕ ਅਰਦਾਸ ਵੀ ਆਈ ਹੈ ਬੱਚੇ ਦੀ। ਜਸਵਿੰਦਰ ਜੀ ਤੁਸੀਂ ਮਾਈਕ ਬੰਦ ਕਰ ਦਿਓ ਪਲੀਜ਼। ਜਸਵਿੰਦਰ ਜੀ ਤੁਹਾਡਾ ਮਾਈਕ ਚੱਲ ਰਿਹਾ। ਮੈਂ ਬੰਦ ਕਰਦਾ। ਮਿਹਰਬਾਨੀ।